ਹਾਂਜੀ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿੰਨੇ ਵੀ ਕੈਂਡੀਡੇਟ ਜਾਂ ਪਾਰਟਿਸਪੈਂਟ ਜੁਆਇਨ ਹੋਏ ਨੇ, ਬਹੁਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦਾ ਜਿਹੜਾ ਟੌਪਿਕ ਹੈਗਾ ਸਾਡਾ, ਮੈਂ ਆਪਣੇ ਬਾਰੇ ਸੈਲਫ ਇੰਟਰੋਡਕਸ਼ਨ ਦੇ ਦਿੰਦਾ ਕਿ ਮਨਪ੍ਰੀਤ ਸਿੰਘ, ਗੌਰਮੈਂਟ ਮੋਟਰ ਮਕੈਨਿਕ ਇੰਸਟ੍ਰਕਟਰ, ਗੌਰਮੈਂਟ ITI ਕਾਦੀਆਂ, ਸਟੇਟ ਪੰਜਾਬ। ਸੋ ਅੱਜ ਦਾ ਸਾਡਾ ਜਿਹੜਾ ਟੌਪਿਕ ਹੈਗਾ ਕਿ ਫਿਊਲ ਸਪਲਾਈ ਸਿਸਟਮ, ਡੀਜ਼ਲ ਇੰਜਨ ਦੇ ਬਾਰੇ ਗੱਲ ਕਰਨੀ ਹੈ ਕਿ ਡੀਜ਼ਲ ਇੰਜਨ ਦੇ ਵਿੱਚ ਜਿਹੜਾ ਫਿਊਲ ਸਪਲਾਈ ਕਰਨਾ, ਫਿਊਲ ਟੈਂਕ ਤੋਂ ਲੈ ਕੇ ਇੰਜੈਕਟਰ ਤੱਕ ਕਰਨਾ, ਉਹਦੇ ਵਿੱਚ ਫਿਊਲ ਸਪਲਾਈ ਕਰਨ ਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ, ਕਿਹੜੇ ਕਿਹੜੇ ਪੁਰਜੇ ਜਿਹੜੇ ਸਹਾਇਤਾ ਕਰਦੇ ਆ, ਉਹਨਾਂ ਬਾਰੇ ਆਪਾਂ ਥੋੜਾ ਡਿਸਕਸ ਕਰਨਾ। ਸੋ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਫਿਊਲ। ਸੋ ਫਿਊਲ ਦਾ ਕਹਿਣ ਦਾ ਭਾਵ ਹੈ ਕਿ ਫਿਊਲ ਚੀਜ਼ ਕੀ ਹੈ, ਕਿ ਫਿਊਲ ਜਿਹੜਾ ਆਪਾਂ ਗੱਡੀ ਦੇ ਵਿੱਚ, ਤੁਸੀਂ ਸਾਰੇ ਆਪਣੇ ਮੋਟਰਸਾਈਕਲ ਕਿਸੇ ਤੋਂ ਹੁੰਦਾ, ਕਿਸੇ ਤੋਂ ਗੱਡੀ ਆ, ਸਾਰੇ ਆਪਣੇ ਫਿਲਿੰਗ ਸਟੇਸ਼ਨ ਤੇ ਜਾ ਕੇ ਜਾਂ ਡੀਜ਼ਲ ਜਾਂ ਪੈਟਰੋਲ ਜਾਂ CNG ਜਾਂ LPG ਗੈਸ ਫਿਲ ਕਰਾਉਂਦੇ ਹੋ, ਉਹ ਕੀ ਹੈ? ਇੱਕ ਤਰ੍ਹਾਂ ਦਾ ਫਿਊਲ। ਜਿਹੜਾ ਫਿਊਲ ਗੱਡੀ ਦੇ ਸਿਲੰਡਰ ਦੇ ਅੰਦਰ ਜਾ ਕੇ ਏਅਰ ਦੇ ਨਾਲ ਮਿਕਸ ਹੋ ਕੇ ਹਵਾ ਲੱਗਦੀ ਹੈ, ਮਤਲਬ ਕੰਬਸ਼ਨ, ਅੱਗ ਪੈਦਾ ਹੁੰਦੀ ਜਿਹਨੂੰ ਕਹਿੰਦੇ। ਸੋ ਤੇਲ ਦਾ ਭਾਵ ਹੈ ਕਿ ਜਿਹੜਾ ਇੰਜਨ ਸਿਲੰਡਰ ਦੇ ਵਿੱਚ ਹਵਾ ਨਾਲ ਮਿਲ ਕੇ ਜਲਦਾ ਹੈ ਤੇ ਪਾਵਰ ਪੈਦਾ ਕਰਦਾ, ਸੋ ਉਹਨੂੰ ਫਿਊਲ ਕਹਿੰਦੇ ਨੇ, ਤੇਲ ਕਹਿੰਦੇ ਨੇ। ਸੋ ਉਹਦਾ ਜਿਹੜਾ ਰੂਪ ਆ ਉਹ ਤਰਲ ਵੀ ਹੋ ਸਕਦਾ, ਠੋਸ ਵੀ ਹੋ ਸਕਦਾ, ਗੈਸ ਦੇ ਰੂਪ ਦੇ ਵਿੱਚ ਵੀ ਹੋ ਸਕਦਾ। ਸੋ ਇੰਜਨ ਦੇ ਵਿੱਚ ਜਾਂ ਕਿਸੇ ਵੀ ਚੀਜ਼ ਨੂੰ ਅੱਗ ਲੱਗਣ ਲਈ ਤਿੰਨ ਚੀਜ਼ਾਂ ਜ਼ਰੂਰੀ ਨੇ। ਸੋ ਜਿਹਨੂੰ ਫਾਇਰ ਟ੍ਰਾਇੰਗਲਸ ਕਹਿੰਦੇ ਨੇ, ਜਿੱਦਾਂ ਤਿੰਨ ਚੀਜ਼ਾਂ ਕਿਹੜੀਆਂ ਨੇ? ਆਕਸੀਜਨ, ਹੀਟ ਤੇ ਤੀਜਾ ਫਿਊਲ। ਸੋ ਤਿੰਨਾਂ ਦਾ ਆਪਸ ਦੇ ਵਿੱਚ ਜੇ ਕੈਮੀਕਲ ਰਿਐਕਸ਼ਨ ਹੋਊਗਾ ਤਾਂ ਇੱਕ ਫਾਇਰ ਪੈਦਾ ਹੁੰਦੀ ਹੈ, ਅੱਗ ਪੈਦਾ ਹੁੰਦੀ ਹੈ। ਇਦਾਂ ਹੀ ਸਾਡੇ ਜਿਹੜਾ ਇੰਜਨ ਦਾ ਸਿਲੰਡਰ ਹੁੰਦਾ, ਉਹਦੇ ਅੰਦਰ ਇੱਕ ਫਿਊਲ, ਇੱਕ ਏਅਰ, ਦੋਵਾਂ ਦੇ ਆਪਸ ਦੇ ਵਿੱਚ ਕੈਮੀਕਲ ਰਿਐਕਸ਼ਨ ਹੁੰਦਾ। ਉਹਦੇ ਨਾਲ ਕੀ ਹੈ? ਕੰਬਸ਼ਨ ਹੁੰਦੀ ਹੈ, ਉਹਦੇ ਨਾਲ ਜਿਹੜੀ ਪਾਵਰ ਪੈਦਾ ਹੁੰਦੀ ਹੈ, ਉਹਦੇ ਨਾਲ ਸਾਡੀ ਗੱਡੀ ਚੱਲਦੀ ਆ। ਸੋ ਕਿਸੇ ਵੀ ਚੀਜ਼ ਨੂੰ ਅੱਗ ਪੈਦਾ ਕਰਨ ਵਾਸਤੇ ਤਿੰਨ ਚੀਜ਼ਾਂ ਜ਼ਰੂਰੀ ਨੇ। ਪਹਿਲਾ ਹਵਾ, ਦੈਟ ਇਜ਼ ਦਾ ਆਕਸੀਜਨ, ਦੂਜਾ ਫਿਊਲ, ਤੀਜਾ ਹੀਟ। ਸੋ ਤਿੰਨਾਂ ਦੇ ਆਪਸ ਦੇ ਵਿੱਚ ਜੇ ਕੈਮੀਕਲ ਰਿਐਕਸ਼ਨ ਹੋਊਗਾ ਤਾਂ ਫਾਇਰ ਪੈਦਾ ਹੋਊਗੀ। ਜੇ ਤਿੰਨਾਂ ਚੀਜ਼ਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਕੈਮੀਕਲ ਰਿਐਕਸ਼ਨ ਨਹੀਂ ਹੋਊਗਾ ਤਾਂ ਫਾਇਰ ਨਹੀਂ ਪੈਦਾ ਹੋ ਸਕਦੀ। ਉਹ ਦੂਜੀ ਕਿ ਤੇਲ ਦੀਆਂ ਜਿਹੜੀਆਂ ਟਾਈਪਸ ਹੈਗੀਆਂ ਜਾਂ ਕਿਸਮਾਂ ਹੈਗੀਆਂ, ਉਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ? ਪਹਿਲਾ ਪੈਟਰੋਲ, ਜਿਹੜਾ ਪੈਟਰੋਲ ਇੰਜਨਸ, ਦੂਜਾ ਡੀਜ਼ਲ ਇੰਜਨਸ, ਡੀਜ਼ਲ ਤੇ ਸਟਾਰਟ ਹੋਣ ਵਾਲੇ ਜਾਂ ਡੀਜ਼ਲ ਤੇ ਚੱਲਣ ਵਾਲੇ, ਤੀਜਾ ਫਿਊਲ ਹੈਗਾ ਡੈਡੀ ਦਾ CNG, ਜਿਹਨੂੰ ਕੰਪਰੈਸਡ ਨੈਚੁਰਲ ਗੈਸ ਕਹਿੰਦੇ ਆ। ਉਸ ਤੋਂ ਬਾਅਦ ਚੌਥਾ ਨੰਬਰ ਹੈਗਾ LPG, ਲਿਕੁਇਫਾਈਡ ਪੈਟਰੋਲੀਅਮ ਗੈਸ। ਸੋ ਪੰਜਵਾਂ ਇਲੈਕਟ੍ਰਿਸਿਟੀ, ਜਿਹੜਾ ਅੱਜ ਕੱਲ੍ਹ ਲੇਟੈਸਟ ਸਾਰੀ ਵੀ ਜਿੰਨੀ ਵੀ ਆਟੋਮੋਬਾਈਲ ਇੰਡਸਟਰੀ ਹੈਗੀ ਆ, ਸਾਰਿਆਂ ਦਾ ਰੁਝਾਨ ਜਿਹੜਾ ਹੈਗਾ ਉਹ ਸਾਰਾ ਇਲੈਕਟ੍ਰਿਸਿਟੀ ਤੇ ਆ ਗਿਆ, ਬੈਟਰੀ ਤੇ। ਸੋ ਜਿੰਨੇ ਵੀ ਕੰਪਨੀਜ਼ ਹੈਗੀਆਂ ਵੱਡੀਆਂ ਵੱਡੀਆਂ, ਸਾਰੀਆਂ ਆਪਣਾ ਬੈਟਰੀ ਤੇ ਪ੍ਰੋਜੈਕਟ ਬਣਾ ਰਹੀਆਂ ਨੇ। ਫਿਊਚਰ ਪ੍ਰੋਜੈਕਟ ਜਿਹੜੇ ਨੇ ਸਾਰੀਆਂ ਬੈਟਰੀ ਤੇ ਗੱਡੀਆਂ, ਬੈਟਰੀਆਂ ਤੇ ਆਟੋ ਰਿਕਸ਼ਾ ਆ ਰਹੇ ਨੇ ਸਾਰੇ। ਸੋ ਇਹ ਜਿਹੜੇ ਇੱਕ ਹਾਈਡਰੋਜਨ, 6ਵਾਂ ਨੰਬਰ ਹਾਈਡਰੋਜਨ ਫਿਊਲ। ਸੋ ਇਹ ਤੇਲਸ, ਇਹ ਫਿਊਲ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਨਾਲ ਗੱਡੀ ਚੱਲਦੀ ਆ। ਪਹਿਲਾ ਪੈਟਰੋਲ, ਦੂਜਾ ਡੀਜ਼ਲ, ਤੀਜਾ CNG, ਚੌਥਾ LPG, ਪੰਜਵਾਂ ਇਲੈਕਟ੍ਰਿਸਿਟੀ ਜਾਂ ਬੈਟਰੀ, 6ਵਾਂ ਹਾਈਡਰੋਜਨ ਫਿਊਲ। ਸੋ CNG ਦੀ ਜਿਹੜੀ ਫੁੱਲ ਫਾਰਮ ਆ, ਸਾਰੇ ਸਿਖਿਆਰਥੀ ਨੋਟ ਕਰ ਸਕਦੇ। ਕੰਪਰੈਸਡ ਨੈਚੁਰਲ ਗੈਸ। ਤੁਹਾਡੇ ਪੇਪਰਾਂ ਦੇ ਵਿੱਚ ਮੋਸਟਲੀ ਹਰ ਵਾਰ ਜਦੋਂ ਵੀ ਐਗਜ਼ਾਮ ਹੁੰਦਾ, CNG ਤੇ LPG ਦੀ ਫੁੱਲ ਫਾਰਮ ਮੋਸਟਲੀ ਪੁੱਛਦੇ ਨੇ। CNG ਹੁੰਦੀ ਹੈ ਕੰਪਰੈਸਡ ਨੈਚੁਰਲ ਗੈਸ, LPG ਹੁੰਦੀ ਹੈ ਲਿਕੁਇਫਾਈਡ ਪੈਟਰੋਲੀਅਮ ਗੈਸ। ਸੋ ਗੱਡੀਆਂ ਦੇ ਵਿੱਚ ਜਿਹੜਾ ਪਹਿਲਾਂ ਆਪਾਂ ਪੜਾਂਗੇ, ਦੈਟ ਇਜ਼ ਦਾ ਬੇਸਿਕ ਗੈਸੋਲੀਨ ਇੰਜਨ ਵਾਹੀਕਲਸ। ਗੈਸੋਲੀਨ ਦਾ ਮਤਲਬ ਹੁੰਦਾ ਕਿ ਜਿਹੜੇ ਪੈਟਰੋਲ ਤੇ ਚੱਲਦੇ ਨੇ, ਜਿਹੜੇ CNG ਤੇ ਚੱਲਦੇ ਨੇ, ਜਿਹੜੇ LPG ਤੇ ਚੱਲਦੇ ਨੇ। ਸੋ ਉਹ ਜਿਹੜੇ ਇੰਜਨਸ ਹੁੰਦੇ ਨੇ ਉਹਨੂੰ ਗੈਸੋਲੀਨ ਇੰਜਨ ਕਹਿੰਦੇ ਆ। ਦੂਜਾ ਜਿਹੜੇ ਡੀਜ਼ਲ ਫਿਊਲ ਤੇ ਚੱਲਦੇ ਨੇ ਉਹਨਾਂ ਨੂੰ ਕਹਿੰਦੇ ਡੀਜ਼ਲ ਫਿਊਲ ਇੰਜਨ ਵਾਹੀਕਲ ਕਹਿੰਦੇ ਨੇ। ਸੋ ਤੀਜਾ ਹੈਗਾ ਵਾ ਇਲੈਕਟ੍ਰਿਕ ਵਾਹੀਕਲਸ, ਹਾਈਬ੍ਰਿਡ ਹੁੰਦਾ ਦੋ ਚੀਜ਼ਾਂ ਨੂੰ ਮਿਲਾ ਕੇ, ਜਿੱਦਾਂ ਦੋ ਫਿਊਲ ਮਿਲਾ ਕੇ ਜਿਹੜੀ ਚੀਜ਼ ਚੱਲਦੀ ਹੈ ਉਹਨੂੰ ਹਾਈਬ੍ਰਿਡ ਵਾਹੀਕਲ ਕਹਿੰਦੇ ਨੇ। ਚੌਥਾ ਹੈਗਾ ਇਲੈਕਟ੍ਰਿਕ ਵਾਹੀਕਲ, ਜਿਹੜੇ ਤੁਹਾਡੇ ਬੈਟਰੀ ਦੇ ਨਾਲ ਚੱਲਦੇ ਨੇ। ਪੰਜਵਾਂ ਹੈਗਾ ਫਿਊਲ ਸੈੱਲ ਹਾਈਬ੍ਰਿਡ ਵਾਹੀਕਲਸ, ਜਿਹੜੇ ਤੁਹਾਡੇ ਫਿਊਲ ਸੈੱਲ ਹਾਈਬ੍ਰਿਡ ਵਾਹੀਕਲ ਜਿਹੜੇ ਹਾਈਡਰੋਜਨ ਫਿਊਲ ਦੇ ਨਾਲ ਚੱਲਦੇ ਨੇ। ਸੋ ਆਪਾਂ ਪਹਿਲਾਂ ਪੜਾਂਗੇ। ਸੋ ਇਹ ਹੈਗਾ ਵਾਹੀਕਲ ਕਲਾਸੀਫਿਕੇਸ਼ਨ ਔਨ ਦਾ ਬੇਸਿਸ ਆਫ ਫਿਊਲਸ, ਮਤਲਬ ਫਿਊਲ ਦੇ ਬੇਸ ਤੇ ਵੱਖਰੇ ਵੱਖਰੇ ਵਾਹੀਕਲਸ ਹੈਗੇ ਨੇ। ਗੈਸੋਲੀਨ ਵਾਹੀਕਲ ਹੁੰਦੇ ਨੇ, ਡੀਜ਼ਲ ਫਿਊਲ ਵਾਹੀਕਲ ਹੁੰਦੇ ਨੇ, ਹਾਈਬ੍ਰਿਡ ਵਾਹੀਕਲ ਹੁੰਦੇ ਨੇ, ਦੈਟ ਇਜ਼ ਦਾ ਇਲੈਕਟ੍ਰਿਸਿਟੀ ਵਾਹੀਕਲ ਹੁੰਦੇ ਨੇ, ਬੈਟਰੀ ਤੇ ਚੱਲਣ ਵਾਲੇ। ਪੰਜਵਾਂ ਹੁੰਦਾ ਦੈਟ ਇਜ਼ ਦਾ ਹਾਈਡਰੋਜਨ ਫਿਊਲ ਵਾਹੀਕਲਸ। ਸੋ ਪਹਿਲਾ ਜਿਹੜਾ ਹੈਗਾ ਵਾ ਪੈਟਰੋਲ ਤੇ ਚੱਲਣ ਵਾਲੀ ਇੰਜਨ ਗੱਡੀ। ਸੋ ਪੈਟਰੋਲ ਤੇ ਚੱਲਣ ਵਾਲੇ ਜਿਹੜੇ ਇੰਜਨਸ ਹੁੰਦੇ ਨੇ ਉਹਨਾਂ ਨੂੰ ਗੈਸੋਲੀਨ ਇੰਜਨ ਵੀ ਕਹਿ ਦਿੰਦੇ ਨੇ।
ਪੈਟਰੋਲ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜਿਹੜੀਆਂ ਪੈਟਰੋਲ ਇੰਜਨਸ ਹੁੰਦੇ ਨੇ ਉਹੀ CNG ਤੇ ਚੱਲ ਸਕਦੇ ਨੇ, ਉਹੀ LPG ਤੇ ਚੱਲ ਸਕਦੇ ਨੇ। ਕਦੀ ਵੀ ਡੀਜ਼ਲ ਇੰਜਨ ਦੇ ਵਿੱਚ ਆਪਾਂ CNG ਜਾਂ LPG ਨਹੀਂ ਚਲਾ ਸਕਦੇ। ਸੋ ਜੇ ਵਧੀਆ ਐਫੀਸ਼ੀਐਂਸੀ ਲੈਣੀ ਹੈ ਤਾਂ ਆਪਾਂ ਪੈਟਰੋਲ ਇੰਜਨ ਦੇ ਵਿੱਚ ਅੱਜ ਕੱਲ੍ਹ ਹਰ ਇੱਕ ਮਾਰੂਤੀ ਸੁਜ਼ੂਕੀ ਦੀ ਗੱਡੀਆਂ ਲੈ ਲਓ ਜਾਂ ਹੋਂਡਾ ਦੀਆਂ ਗੱਡੀਆਂ ਲੈ ਲਓ, ਪਿੱਛੋਂ ਕੰਪਨੀ ਵੱਲੋਂ ਇੱਕ ਫਿਟਡ ਕਿੱਟ ਆਉਂਦੀ ਆ CNG ਤੇ। ਸੋ ਜਿੰਨੀਆਂ ਵੀ ਤੁਸੀਂ ਵੱਡੇ ਵੱਡੇ ਸ਼ਹਿਰ ਚਲੋ, ਚੰਡੀਗੜ੍ਹ ਦੇ ਵਿੱਚ ਆ ਜਾਓ ਜਾਂ ਸਾਰੀਆਂ ਵੱਡੀਆਂ ਵੱਡੀਆਂ ਸਿਟੀਜ਼ ਦੇ ਵਿੱਚ ਜਿੰਨੀਆਂ ਵੀ ਬੱਸ ਨੇ, ਜਿੰਨੇ ਵੀ ਆਟੋ ਰਿਕਸ਼ਾ ਨੇ, ਜਿੰਨੇ ਵੀ 3 ਵੀਲਰਸ ਨੇ, ਉਹ ਸਾਰੇ CNG ਤੇ ਚੱਲਦੇ ਨੇ। ਸੋ ਇਹਦੇ ਨਾਲ ਪੋਲਿਊਸ਼ਨਸ ਘੱਟ ਹੁੰਦਾ ਵਾ। ਇਹਦੇ ਵਿੱਚ ਵੇਖੋ ਜਿਹੜਾ ਡਾਇਗਰਾਮ ਤੁਹਾਡੇ ਸਕਰੀਨ ਤੇ ਸ਼ੋ ਹੋ ਰਿਹਾ, 1 ਨੰਬਰ ਜਿਹੜਾ ਰੈਡੀ ਦਾ ਇੰਜਨ, 2 ਨੰਬਰ ਫਿਊਲ ਟੈਂਕ। ਸੋ ਫਿਊਲ ਟੈਂਕ ਤੋਂ ਜਿਹੜਾ 1 ਨੰਬਰ ਇੰਜਨ ਤੱਕ ਤੇਲ ਪਹੁੰਚਾਉਣਾ, ਜਿਹੜਾ ਉਹ ਤੇਲ ਫਿਊਲ ਲਾਈਨ ਦੇ ਵਿੱਚ ਆ ਰਿਹਾ, ਡੈਟ ਇਜ਼ ਦਾ ਪੈਟਰੋਲ। ਸੋ ਜੇ ਪੈਟਰੋਲ ਤੇ ਗੱਡੀ ਚੱਲ ਰਹੀ ਹੈ, ਡੈਟ ਇਜ਼ ਦਾ ਪੈਟਰੋਲ ਇੰਜਨ, ਉਹਨੂੰ ਗੈਸੋਲੀਨ ਇੰਜਨ ਵੀ ਕਹਿ ਦਿੰਦੇ। ਸੋ ਦੂਜਾ ਆਪਣਾ ਹੈਗਾ ਡੀਜ਼ਲ ਤੇ ਚੱਲਣ ਵਾਲੀ ਗੱਡੀ ਹੁੰਦੀ ਆ। ਡੀਜ਼ਲ ਦੇ ਵਿੱਚ ਚੱਲਣ ਵਾਲੀ ਦਾ ਭਾਵ ਹੁੰਦਾ ਕਿ ਜਿਹਦੇ ਵਿੱਚ ਆਪਾਂ ਡੀਜ਼ਲ ਫਿਊਲ ਵਰਤਦੇ ਹਾਂ। ਸੋ ਡੀਜ਼ਲ ਫਿਊਲ ਵਰਤਣ ਵਿੱਚ ਜਿੰਨੇ ਵੀ ਤੁਹਾਡੀਆਂ ਹੈਵੀ ਟਰੱਕ ਹੁੰਦੇ ਨੇ, ਹੈਵੀ ਵਾਹੀਕਲਸ ਹੁੰਦੇ ਨੇ, ਜਿੰਨੇ ਵੀ ਹੈਵੀ ਮੋਟਰ ਵਾਹੀਕਲਸ ਉਹ ਸਾਰੇ ਡੀਜ਼ਲ ਤੇ ਹੁੰਦੇ ਨੇ। ਟਰੱਕ ਕਹਿ ਲਓ, ਬੱਸਸ ਕਹਿ ਲਓ, ਕ੍ਰੇਨਸ, ਜਿੰਨੇ ਵੀ ਇੰਜਨਸ ਨੇ, ਸੋ ਰੇਲ ਇੰਜਨਸ ਨੇ, ਇਹ ਵੀ ਸਾਰੇ ਡੀਜ਼ਲ ਤੇ ਨੇ। ਤੀਜਾ ਇੱਕ ਹੈਗਾ ਸਰ ਹਾਈਬ੍ਰਿਡ। ਹਾਈਬ੍ਰਿਡ ਹੁੰਦਾ ਕਿ ਦੋ ਚੀਜ਼ਾਂ ਨੂੰ ਮਿਕਸ ਕਰਕੇ, ਜਿੱਦਾਂ ਅੱਜ ਕੱਲ੍ਹ ਤੁਸੀਂ ਵੇਖਿਆ ਖੇਤੀਬਾੜੀ ਦੇ ਵਿੱਚ ਵੀ ਇੱਕ ਬੀਜ ਆਉਂਦੇ ਨੇ ਹਾਈਬ੍ਰਿਡ, 2 ਬੀਜਾਂ ਨੂੰ ਤਿਆਰ ਕਰਕੇ ਇੱਕ ਤੀਜਾ ਬੀਜ ਤਿਆਰ ਕਰਦੇ ਨੇ। ਇਦਾਂ ਹੀ ਹਾਈਬ੍ਰਿਡ ਜਿਹੜੇ ਹਾਈਬ੍ਰਿਡ ਇੰਜਨਸ ਨੇ ਉਹ ਹੈਗੇ ਨੇ ਪੈਟਰੋਲ ਪਲੱਸ ਬਿਜਲੀ। ਗੱਡੀ ਤੁਹਾਡੀ ਪੈਟਰੋਲ ਤੇ ਵੀ ਚੱਲੂਗੀ ਪਲੱਸ ਬਿਜਲੀ ਤੇ ਵੀ, ਇਲੈਕਟ੍ਰਿਕ ਬੈਟਰੀ ਤੇ ਵੀ। ਸੋ 2 ਚੀਜ਼ਾਂ ਦਾ ਕੰਬੀਨੇਸ਼ਨ ਉਹਨੂੰ ਬੋਲਦੇ ਨੇ ਹਾਈਬ੍ਰਿਡ। ਸੋ ਟੋਇਟਾ ਦਾ ਜਿੱਦਾਂ ਤੁਹਾਨੂੰ ਇੱਕ ਗੱਡੀ ਤੁਹਾਡੀ ਸਕਰੀਨ ਤੇ ਡਾਇਗਰਾਮ ਸ਼ੋ ਹੋ ਰਿਹਾ, ਜਿੱਦਾਂ ਇਹਦਾ 1 ਨੰਬਰ ਕੀ ਆ ਪਾਰਟ ਸ਼ੋ ਕੀਤਾ ਹੈ ਇੰਜਨ, 2 ਨੰਬਰ ਤੇ ਇਨਵਰਟਰ ਲੱਗਾ ਹੁੰਦਾ, 3 ਨੰਬਰ ਤੇ ਉਹਦੇ ਵਿੱਚ ਗੇਅਰ ਬਾਕਸ ਹੁੰਦਾ, 4 ਨੰਬਰ ਤੇ ਕਨਵਰਟਰ ਹੁੰਦਾ, 5 ਨੰਬਰ ਤੇ ਬੈਟਰੀ। ਸੋ ਗੱਡੀ ਪੈਟਰੋਲ ਪਲੱਸ ਬੈਟਰੀ ਦੋਵਾਂ ਤੇ ਚੱਲਦੀ ਆ। ਸੋ ਜਿਹੜਾ ਪੈਟਰੋਲ ਇੰਜਨ ਆ ਉਹੀ ਅੱਗੇ ਬੈਟਰੀ ਦੀ ਪਾਵਰ ਪੈਦਾ ਕਰਦਾ, ਇਲੈਕਟ੍ਰਿਸਿਟੀ ਤੋਂ ਬੈਟਰੀ ਦੇ ਵਿੱਚ ਸਟੋਰ ਹੋ ਜਾਂਦੀ ਹੈ, ਨਾਲ ਗੱਡੀ ਚੱਲਦੀ ਹੈ। ਸੋ ਇਹ 2 ਫਿਊਲਸ ਨੂੰ ਮਿਲਾ ਕੇ ਜਿਹੜਾ ਡੈਟ ਇਜ਼ ਦਾ ਤੀਜਾ ਫਿਊਲ ਤਿਆਰ ਕੀਤਾ ਹਾਈਬ੍ਰਿਡ। ਸੋ ਉਸ ਤੋਂ ਅੱਗੇ ਹੈਗਾ ਡੈਟ ਇਜ਼ ਦਾ ਬਿਜਲੀ ਬੈਟਰੀ, ਜਿਹੜੀ ਪਿਓਰਲੀ ਤੁਹਾਡੀ ਬੈਟਰੀ ਬੇਸ ਗੱਡੀ ਹੁੰਦੀ ਹੈ, ਜਿਹਦੇ ਵਿੱਚ ਕੋਈ ਪੈਟਰੋਲ ਨਹੀਂ ਯੂਜ਼ ਹੁੰਦਾ, ਕੋਈ CNG ਯੂਜ਼ ਨਹੀਂ ਹੁੰਦੀ, ਕੋਈ LPG ਯੂਜ਼ ਨਹੀਂ ਹੁੰਦੀ, ਕੋਈ ਡੀਜ਼ਲ ਨਹੀਂ ਯੂਜ਼ ਹੁੰਦਾ, ਟੋਟਲੀ ਬੇਸਡ ਅਪੋਨ ਬੈਟਰੀ। ਸੋ ਇਹ ਬਹੁਤ ਵਧੀਆ ਅੱਜ ਸਾਰੀ ਇੰਡਸਟਰੀ ਦਾ ਰੁਝਾਨ ਜਿਹੜਾ ਲੇਟੈਸਟ ਇਸ ਟੈਕਨੋਲੋਜੀ ਤੇ ਹੈ ਕਿ ਸਾਰੀਆਂ ਗੱਡੀਆਂ ਜਿਹੜੀਆਂ ਤੁਹਾਡੀਆਂ ਇਲੈਕਟ੍ਰਿਕ ਵਾਹੀਕਲ ਆਉਣ। ਸੋ ਇਹਦੇ ਵਿੱਚ ਕਿਉਂਕਿ ਜਿਹੜੀ ਐਮਿਸ਼ਨਸ ਜਿਹੜਾ ਸਾਇਲੈਂਸਰ ਦੇ ਥਰੂ এনवायरमेंट ਦੇ ਵਿੱਚ ਜਿਹੜਾ ਪੋਲਿਊਸ਼ਨ ਆ ਬਹੁਤ ਜ਼ੀਰੋ ਐਮਿਸ਼ਨ ਆ, ਕੋਈ ਮਤਲਬ ਜ਼ੀਰੋ ਐਮਿਸ਼ਨ ਦਾ ਭਾਵ ਕਿ ਕੋਈ ਪੋਲਿਊਸ਼ਨ ਨਹੀਂ ਹੁੰਦਾ, ਸਾਡਾ এনवायरमेंट ਸਾਡਾ ਵਾਤਾਵਰਨ ਬਿਲਕੁਲ ਇੱਕਦਮ ਬਚਿਆ ਰਹਿੰਦਾ। ਸੋ ਇਹਦੇ ਵਿੱਚ ਕਿਹੜੇ ਕਿਹੜੇ ਜੋ ਤੁਹਾਡਾ ਡਾਇਗਰਾਮ ਸ਼ੋ ਹੋ ਰਿਹਾ ਉਹਦੇ ਵਿੱਚ ਪਹਿਲਾ ਕੰਪੋਨੈਂਟ ਹੈਗਾ ਡੈਟ ਇਜ਼ ਦਾ ਪਾਵਰ ਕੰਟਰੋਲ ਯੂਨਿਟ, ਦੂਜਾ ਡੈਟ ਇਜ਼ ਦਾ ਇਲੈਕਟ੍ਰਿਕ ਮੋਟਰ, ਤੀਜਾ ਬੈਟਰੀ। ਸੋ ਇਹਦੇ ਵਿੱਚ 3 ਕੰਪੋਨੈਂਟਸ ਮੇਜਰ ਲੱਗੇ ਹੁੰਦੇ ਨੇ ਜਿਹਦੇ ਨਾਲ ਤੁਹਾਡੀ ਗੱਡੀ ਚੱਲਦੀ ਆ। ਸੋ ਇਹ ਬਿਜਲੀ ਤੇ ਬੈਟਰੀ ਦੇ। ਸੋ ਲਾਸਟ ਹੈਗਾ ਡੈਟ ਇਜ਼ ਦਾ ਹਾਈਡਰੋਜਨ ਇੰਜਨ। ਗੱਡੀ ਇਹਦੇ ਵਿੱਚ ਜਿਹੜਾ ਫਿਊਲ ਯੂਜ਼ ਕਰਦੇ ਡੈਟ ਇਜ਼ ਦਾ ਹਾਈਡਰੋਜਨ ਫਿਊਲ। ਇਹਦੇ ਵਿੱਚ ਕੰਪੋਨੈਂਟਸ ਜੋ ਡਾਇਗਰਾਮ ਸ਼ੋ ਹੋ ਰਿਹਾ, ਪਹਿਲਾ ਕੰਪੋਨੈਂਟਸ ਤੁਹਾਡਾ ਡੈਟ ਇਜ਼ ਦਾ ਪਾਵਰ ਕੰਟਰੋਲ ਯੂਨਿਟ, ਦੂਜਾ ਉਹਨੂੰ ਕਹਿੰਦੇ ਇਲੈਕਟ੍ਰਿਕ ਮੋਟਰ, ਤੀਜਾ ਫਿਊਲ ਸੈਲ ਸਟੈਕ, ਚੌਥਾ ਹਾਈਡਰੋਜਨ ਸਟੋਰੇਜ ਸਿਸਟਮ ਡੈਟ ਇਜ਼ ਦਾ ਸੈਕੰਡਰੀ ਬੈਟਰੀ। ਸੋ ਇਹ ਜ਼ਿਆਦਾਤਰ ਥੋੜਾ ਡੇਂਜਰਸ ਵੀ ਹੈਗਾ ਕਿਉਂਕਿ ਜਿਹੜਾ ਹਾਈਡਰੋਜਨ ਫਿਊਲ ਆ ਇਹਨੂੰ ਕੈਰੀ ਆਊਟ ਕਰਨਾ ਬਹੁਤ ਡੇਂਜਰਸ ਹੈਗਾ। ਸੋ ਇਹ ਹਜੇ ਫਿਊਚਰ ਪ੍ਰੋਜੈਕਟ ਹੀ ਆ, ਮਤਲਬ ਕਿ ਮਾਰਕੀਟ ਦੇ ਵਿੱਚ ਨਹੀਂ ਹੈਗਾ। ਬਾਕੀ 4 ਜਿਹੜੇ ਫਿਊਲ ਨੇ ਡੀਜ਼ਲ, ਪੈਟਰੋਲ, CNG, LPG ਐਂਡ ਇਲੈਕਟ੍ਰਿਕ ਤੇ ਹਾਈਬ੍ਰਿਡ, ਉਹ ਪੰਜੇ ਦੇ ਪੰਜੇ ਜਿਹੜੇ ਆ ਉਹ ਮਾਰਕੀਟ ਦੇ ਵਿੱਚ ਇੱਕਦਮ ਵਧੀਆ ਚੱਲ ਰਹੇ ਨੇ। ਸੋ ਉਸ ਤੋਂ ਅੱਗੇ ਆਪਣਾ ਮੇਨ ਟੌਪਿਕ ਹੈਗਾ ਕਿ ਫਿਊਲ ਫੀਡ। ਵਾਟ ਇਜ਼ ਮਤਲਬ ਐਕਚੁਅਲੀ ਹੁੰਦਾ ਫਿਊਲ ਫੀਡ ਦਾ ਮਤਲਬ ਕੀ ਹੈ ਕਿ ਫਿਊਲ ਪਹੁੰਚਾਉਣਾ। ਸੋ ਜੇ ਡੀਜ਼ਲ ਇੰਜਨ ਦੀ ਗੱਲ ਕਰੀਏ ਤਾਂ ਡੀਜ਼ਲ ਇੰਜਨ ਦਾ ਆਪਾਂ ਫਿਊਲ ਕਿੱਥੋਂ ਤੋਂ ਕਿੱਥੋਂ ਤੱਕ ਪਹੁੰਚਾਉਣਾ। ਡੀਜ਼ਲ ਇੰਜਨ ਦੇ ਵਿੱਚ ਜੇ ਕਰੀਏ ਗੱਲ ਤਾਂ ਆਪਾਂ ਸਾਨੂੰ ਸਾਰਿਆਂ ਨੂੰ ਪਤਾ, ਜੇ ਆਪਾਂ ਮੋਟਰਸਾਈਕਲ ਆ ਸਾਡੇ ਕੋਲ ਜਾਂ ਗੱਡੀ ਆ, ਆਪਾਂ ਜਦੋਂ ਫਿਲਿੰਗ ਸਟੇਸ਼ਨ ਤੇ ਜਾਂਦੇ ਆ ਆਪਾਂ ਫਿਊਲ ਫਿਲਅਪ ਕਿਹਦੇ ਵਿੱਚ ਕਰਾਉਂਦੇ ਆ, ਫਿਊਲ ਟੈਂਕ ਦੇ ਵਿੱਚ। ਜਿਹੜੀ ਫਿਊਲ ਦੇ ਟੈਂਕ ਲੱਗਾ ਹੁੰਦਾ ਜਿਹਨੂੰ ਪੰਜਾਬੀ 'ਚ ਟੈਂਕੀ ਬੋਲਦੇ ਆ, ਉਹਦੇ ਵਿੱਚ ਆਪਾਂ ਫਿਊਲ ਫਿਲ ਕਰਾ ਲੈਂਦੇ ਆ। ਸੋ ਫਿਊਲ ਜਿਹੜਾ ਵਾ, ਜੇ ਪੈਟਰੋਲ ਇੰਜਨ ਦੀ ਗੱਲ ਕਰੀਏ ਤਾਂ ਕਾਰਬੋਰੇਟਰ ਤੱਕ ਕਿਵੇਂ ਪਹੁੰਚਦਾ, ਜੇ ਡੀਜ਼ਲ ਇੰਜਨ ਦੀ ਗੱਲ ਕਰੀਏ ਤਾਂ ਫਿਊਲ ਟੈਂਕੀ ਤੋਂ ਲੈ ਕੇ ਇੰਜੈਕਟਰਾਂ ਤੱਕ ਤੇਲ ਡੀਜ਼ਲ ਕਿਵੇਂ ਪਹੁੰਚਦਾ। ਸੋ ਇਸ ਲਾਈਨ ਬਾਰੇ ਆਪਾਂ ਗੱਲ ਕਰਨੀ ਆ। ਸੋ ਇਸ ਲਾਈਨ ਦੇ ਵਿੱਚ ਕਿਹੜੇ ਕਿਹੜੇ ਪਾਰਟਸ ਨੇ, ਕਿਹੜੇ ਕਿਹੜੇ ਪੁਰਜੇ ਨੇ, ਉਹਨਾਂ ਬਾਰੇ ਆਪਾਂ ਪੜ੍ਹਨਾ। ਸੋ ਅੱਜ ਦਾ ਜਿਹੜਾ ਮੇਨ ਵਿਸ਼ਾ ਇਸ ਚੀਜ਼ ਦਾ ਸੀ। ਸੋ ਫਿਊਲ ਫੀਡ ਦਾ ਭਾਵ ਹੈ ਕਿ ਇੰਜਨ ਸਿਲੰਡਰ ਦੇ ਅੰਦਰ ਤੱਕ ਤੇਲ ਪਹੁੰਚਾਉਣ ਤੋਂ ਆ ਫਿਊਲ ਫੀਡ। ਜਿੱਦਾਂ ਸਾਡੀ ਹਿਊਮਨ ਬੋਡੀ ਆ, ਆਪਾਂ ਵੀ ਮਾਰਨਿੰਗ ਟਾਈਮ ਲੰਚ ਕਰਦੇ ਆ,
ਮਤਲਬ ਬ੍ਰੇਕਫਾਸਟ, ਫਿਰ ਲੰਚ, ਫਿਰ ਡਿਨਰ। ਸੋ ਇਹ ਕੀ ਇੱਕ ਆਪਾਂ ਫੀਡ ਲੈ ਰਹੇ ਹਾਂ ਆਪਣੇ ਸਰੀਰ ਦੇ ਅੰਦਰ। ਜੇ ਫੀਡ ਲਵਾਂਗੇ ਆਪਾਂ, ਕੁਝ ਇਨਟੇਕ ਲਵਾਂਗੇ ਆਪਾਂ, ਫੀਡ ਲਵਾਂਗੇ, ਜੇ ਤੇਲ ਪਾਣੀ ਸਰੀਰ ਦੇ ਅੰਦਰ ਜਾਊਗਾ ਤਾਂ એનર્ਜੀ ਪੈਦਾ ਹੋਊਗੀ। ਸੋ ਇਸੇ ਤਰ੍ਹਾਂ ਹੀ ਇੰਜਨਸ ਦੇ ਵਿੱਚ ਜੇ ਫਿਊਲ ਪਲੱਸ ਹਵਾ ਦੋਵੇਂ ਜਾਣਗੇ, ਇੱਕ ਦੂਜੇ ਦੇ ਨਾਲ ਕੈਮੀਕਲ ਰਿਐਕਸ਼ਨ ਹੋਊਗਾ ਤੇ ਜਿਹੜੀ ਉਹ ਤੋਂ ਊਰਜਾ ਜਾਂ એનર્ਜੀ ਪੈਦਾ ਹੋਣੀ ਹੈ ਉਹਦੇ ਨਾਲ ਗੱਡੀ ਚੱਲਦੀ ਹੈ। ਸੋ ਪੈਟਰੋਲ ਇੰਜਨ ਦੀ ਗੱਲ ਕਰੀਏ ਤਾਂ ਇਸ ਵਿੱਚ ਤੁਹਾਨੂੰ ਜਿਹੜਾ ਡਾਇਗਰਾਮ ਸ਼ੋ ਕੀਤਾ ਡੈਡੀ ਦਾ, 1 ਨੰਬਰ ਉਹ ਕੀ ਆ ਫਿਊਲ ਟੈਂਕ, 3 ਨੰਬਰ ਆਪਣੇ ਕੋਲ ਐਕਚੁਅਲੀ ਹੈਗਾ ਫਿਊਲ ਪੰਪ, 4 ਨੰਬਰ ਉਸ ਤੋਂ ਅੱਗੇ ਲੱਗਾ ਫਿਲਟਰ ਤੇ 2 ਨੰਬਰ ਤੇ ਲੱਗਾ ਰੈਡੀ ਦਾ ਕਾਰਬੋਰੇਟਰ। ਸੋ ਟੈਂਕੀ ਤੋਂ ਲੈ ਕੇ ਕਾਰਬੋਰੇਟਰ ਦੇ ਵਿੱਚ 2 ਕੰਪੋਨੈਂਟਸ ਆ ਗਏ, ਇੱਕ ਫਿਊਲ ਪੰਪ ਆ ਗਿਆ, ਇੱਕ ਫਿਊਲ ਫਿਲਟਰ ਆ ਗਿਆ। ਸੋ ਪੈਟਰੋਲ ਇੰਜਨ ਦੀ ਗੱਲ ਕਰੀਏ ਤਾਂ ਇਸ ਵਿੱਚ ਤੇਲ ਟੈਂਕੀ ਤੋਂ ਕਾਰਬੋਰੇਟਰ ਤੱਕ ਪਹੁੰਚਾਉਣਾ। ਸੋ ਇਹਨੂੰ ਫਿਊਲ ਫੀਡ ਕਹਿੰਦੇ ਆ ਕਿ ਪੈਟਰੋਲ ਇੰਜਨ 'ਚ ਫਿਊਲ ਫੀਡ ਕਿੱਥੋਂ ਤੋਂ ਕਿੱਥੋਂ ਤੱਕ ਹੁੰਦਾ, ਫਿਊਲ ਟੈਂਕ ਤੋਂ ਲੈ ਕੇ ਕਾਰਬੋਰੇਟਰ ਤੱਕ। ਸੋ ਜੇ ਡੀਜ਼ਲ ਇੰਜਨ ਦੀ ਗੱਲ ਕਰੀਏ ਤਾਂ ਡੀਜ਼ਲ ਇੰਜਨ ਦੇ ਵਿੱਚ ਜਿਹੜਾ ਆਪਾਂ ਫਿਊਲ ਫੀਡ ਕਰਨਾ ਉਹ ਫਿਊਲ ਟੈਂਕ ਤੋਂ ਲੈ ਕੇ ਇੰਜੈਕਟਰ ਜਾਂ ਨੋਜ਼ਲਾਂ ਤੱਕ ਪਹੁੰਚਾਉਣਾ। ਸੋ ਤੁਸੀਂ ਡਾਇਗਰਾਮ ਸਕਰੀਨ ਤੇ ਆ ਰਿਹਾ ਕਿ ਆਪਣਾ ਇੱਕ ਫਿਊਲ ਟੈਂਕ ਬਣਾਇਆ ਹੋਇਆ ਬਿਲਕੁਲ ਲੋਅਰ ਪੋਰਸ਼ਨ 'ਚ। ਉਸ ਤੋਂ ਬਾਅਦ ਇੱਕ ਲਾਈਨ ਜਾ ਰਹੀ ਹੈ ਡੈਡੀ ਦਾ ਫਿਊਲ ਸਪਲਾਈ ਪੰਪ ਨੂੰ, ਜਿਹਨੂੰ ਫਿਊਲ ਫੀਡ ਪੰਪ ਕਹਿ ਦਿੰਦੇ ਆ। ਸੋ ਫਿਊਲ ਫੀਡ ਪੰਪ ਦੇ ਵਿੱਚ ਜਦੋਂ ਤੇਲ ਚੱਲ ਜਾਂਦਾ ਉਸ ਤੋਂ ਬਾਅਦ ਉੱਥੇ ਉਹਦਾ ਪੰਪ ਦਾ ਕੰਮ ਹੁੰਦਾ ਕਿ ਪ੍ਰੈਸ਼ਰ ਬਣਾ ਦੇਣਾ, ਥੋੜਾ ਪ੍ਰੈਸ਼ਰ ਬਣ ਕੇ ਫਿਊਲ ਤੁਹਾਡਾ ਸਾਡਾ ਚੱਲ ਜਾਂਦਾ ਫਿਊਲ ਫਿਲਟਰਾਂ ਦੇ ਵਿੱਚ। ਸੋ ਫਿਊਲ ਫਿਲਟਰ ਵੀ ਅੱਗੇ 2 ਤਰ੍ਹਾਂ ਦੇ ਲੱਗੇ ਹੋਏ ਨੇ, ਪ੍ਰਾਇਮਰੀ ਫਿਲਟਰ, ਇੱਕ ਸੈਕੰਡਰੀ ਫਿਲਟਰ। ਪਹਿਲਾਂ ਫਿਊਲ ਪ੍ਰਾਇਮਰੀ ਫਿਲਟਰ 'ਚ ਜਾਂਦਾ, ਫਿਰ ਉੱਥੋਂ ਫਿਲਟਰ ਹੋ ਕੇ ਸਾਫ਼ ਹੋ ਕੇ ਫਿਰ ਸੈਕੰਡਰੀ ਚੱਲ ਜਾਂਦਾ, ਸੈਕੰਡਰੀ ਤੋਂ ਬਾਅਦ ਫਿਊਲ ਜਿਹੜਾ ਫਿਊਲ ਇੰਜੈਕਸ਼ਨ ਪੰਪ 'ਚ ਜਾਂਦਾ, ਫਿਊਲ ਇੰਜੈਕਸ਼ਨ ਪੰਪ ਤੋਂ ਬਾਅਦ ਜਿਹੜਾ ਫਿਊਲ ਸਾਡਾ ਨੋਜ਼ਲਾਂ ਤੱਕ ਪਹੁੰਚਦਾ। ਸੋ ਆਪਾਂ ਬੇਸਿਕਲੀ ਆਹ ਚੀਜ਼ਾਂ ਪੜ੍ਹਨੀਆਂ, ਫਿਊਲ ਟੈਂਕ ਬਾਰੇ ਪੜ੍ਹਨਾ ਆਪਾਂ, ਫਿਊਲ ਫੀਡ ਪੰਪ ਬਾਰੇ ਪੜ੍ਹਨਾ ਆਪਾਂ, ਫਿਊਲ ਫਿਲਟਰ ਬਾਰੇ ਪੜ੍ਹਨਾ ਆਪਾਂ, ਫਿਊਲ ਇੰਜੈਕਸ਼ਨ ਪੰਪ ਬਾਰੇ ਪੜ੍ਹਨਾ ਆਪਾਂ ਤੇ ਇੰਜੈਕਟਰ ਬਾਰੇ। ਸੋ ਅੱਜ ਦਾ ਜਿਹੜਾ ਮੇਨ ਵਿਸ਼ਾ ਸੀ ਸਾਰੇ ਦਾ ਸਾਰਾ ਇਹੀ ਕਿ ਫਿਊਲ ਸਪਲਾਈ ਸਿਸਟਮ ਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਆ। ਉਹ ਆਪਣਾ ਪਹਿਲਾ ਕੰਪੋਨੈਂਟ ਆਪਾਂ ਪੜ੍ਹਨਾ ਡੈਡੀ ਦਾ ਫਿਊਲ ਟੈਂਕ। ਪਹਿਲੋਂ ਆਪਾਂ ਪੜ੍ਹ ਰਹੇ ਹਾਂ ਕਿ ਫਿਊਲ ਕੀ ਆ, ਤੇਲ ਕੀ ਆ। ਹੁਣ ਤੇਲ ਆਪਾਂ ਪੜ੍ਹ ਲਿਆ, ਤੇਲ ਕਿੰਨੀ ਕਿਸਮ ਦਾ ਹੁੰਦਾ। ਹੁਣ ਆਪਾਂ ਨੈਕਸਟ ਟੌਪਿਕ ਆਪਣਾ ਹੈਗਾ ਡੈਡੀ ਦਾ ਫਿਊਲ ਪਹੁੰਚਾਉਣ ਦਾ ਢੰਗ। ਕਹਿਣ ਦਾ ਭਾਵ ਕਿ ਟੈਂਕੀ ਤੋਂ ਤੇਲ ਸਿੱਧਾ ਦਾ ਸਿੱਧਾ ਆਪਣੇ ਆਪ ਤਾਂ ਪਹੁੰਚ ਨਹੀਂ ਜਾਂਦਾ ਕਾਰਬੋਰੇਟਰ ਤੱਕ ਜਾਂ ਇੰਜੈਕਟਰਾਂ ਤੱਕ। ਸੋ ਇਹਨੂੰ ਪਹੁੰਚਾਉਣ ਦਾ 2 ਢੰਗ ਹੈਗੇ ਨੇ, ਮੇਜਰ 2 ਢੰਗ ਨੇ। ਇੱਕ ਗ੍ਰੈਵਿਟੀ ਫੀਡ ਸਿਸਟਮ ਹੁੰਦਾ, ਇੱਕ ਫੋਰਸਡ ਫੀਡ ਸਿਸਟਮ ਹੁੰਦਾ। ਸੋ ਗ੍ਰੈਵਿਟੀ ਫੀਡ ਸਿਸਟਮ ਬਾਰੇ ਆਪਾਂ, ਗ੍ਰੈਵਿਟੀ ਫੀਡ ਸਿਸਟਮ ਕਹਿੰਦੇ ਕਿਹਨੂੰ ਨੇ? ਸੋ ਗ੍ਰੈਵਿਟੀ ਫੀਡ ਦਾ ਮਤਲਬ ਹੁੰਦਾ ਕਿ ਜਦੋਂ ਤੇਲ ਵਾਲੀ ਫਿਊਲ ਟੈਂਕ ਹੁੰਦਾ, ਜਿਹਨੂੰ ਤੇਲ ਵਾਲੀ ਟੈਂਕੀ ਕਹਿੰਦੇ ਆ, ਜੇ ਉਹ ਉੱਪਰ ਹੋਵੇ ਤਾਂ ਕਾਰਬੋਰੇਟਰ ਥੱਲੇ ਲੱਗਾ ਹੋਵੇ, ਭਾਵ ਕਿ ਗ੍ਰੈਵਿਟੀ ਨਾਲ ਤੇਲ ਥੱਲੇ ਆ ਜਾਂਦਾ। ਜਿੱਦਾਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ, ਸਾਰਿਆਂ ਨੂੰ ਸਮਝ ਆ ਜਾਊਗੀ। ਜਿਵੇਂ ਘਰਾਂ ਦੇ ਵਿੱਚ ਤੁਸੀਂ ਸਾਰਿਆਂ ਦੇ ਘਰਾਂ ਦੇ ਵਿੱਚ ਪਾਣੀ ਦੀ ਲੋੜ ਪੈਂਦੀ ਆ। ਸੋ ਪਾਣੀ ਦੀ ਲੋੜ, ਸਾਡਾ ਜਿਹੜਾ ਪਾਣੀ ਦਾ ਸੋਰਸ ਹੈਗਾ ਸਾਡੇ ਸਾਰੇ ਘਰਾਂ ਦੇ ਵਿੱਚ, ਉਹ ਕੀ ਆ ਡੈਡੀ ਦਾ ਵਾਟਰ ਟੈਂਕ। ਸਾਰਿਆਂ ਦੇ ਘਰਾਂ ਦੇ ਛੱਤ ਦੇ ਉੱਪਰ ਲੱਗਾ ਹੁੰਦਾ, ਟੌਪ ਤੇ ਬਿਲਕੁਲ। ਸੋ ਉਹਦਾ ਵੀ ਕਾਰਨ ਹੁੰਦਾ ਟੌਪ ਤੇ ਕੋਲ ਆਇਆ ਹੁੰਦਾ। ਟੌਪ ਤੇ ਹੁਣ ਜਿਹੜਾ ਟੌਪ ਤੋਂ ਜਿਹੜਾ ਵਾਟਰ ਟੈਂਕ ਲੱਗਾ ਹੁੰਦਾ, ਟੈਂਕੀਆਂ ਘਰ ਦੇ ਵਿੱਚ ਪਾਣੀ ਵਾਲੀਆਂ ਲੱਗੀਆਂ ਹੁੰਦੀਆਂ। ਸੋ ਉਹਦਾ ਪਾਣੀ ਜਿਹੜਾ ਆਪਣੇ ਆਪ ਥੱਲੇ ਜਿਹੜਾ ਟੂਟੀਆਂ 'ਚ ਆਪਣੇ ਆਪ ਆ ਜਾਂਦਾ। ਉਹਦੇ ਉੱਤੇ ਕੋਈ ਸਾਨੂੰ ਆਪਣਾ ਬਾਹਰੀ ਤੌਰ ਤੇ ਕੋਈ ਬਲ ਜਾਂ ਕੋਈ ਫੋਰਸ ਨਹੀਂ ਲਗਾਉਣੀ ਪੈਂਦੀ। ਇੱਕ ਨੈਚੁਰਲੀ ਗ੍ਰੈਵਿਟੀ ਇੱਕ ਇੱਦਾਂ ਦਾ ਫੈਕਟਰ ਹੈਗਾ ਵਾ ਕੁਦਰਤ ਦੇ ਪ੍ਰਮਾਤਮਾ ਨੇ ਇੱਕ ਬਣਾਇਆ ਕਿ ਉਹ ਨੈਚੁਰਲੀ ਆਪਣੇ ਆਪ ਹੀ ਪਾਣੀ ਦਾ ਇੱਕ ਜਾਂ ਕਹਿ ਲਓ ਸੁਭਾਅ ਇੱਦਾਂ ਦਾ ਕਿ ਉਹ ਹਮੇਸ਼ਾ ਉਚਾਈ ਤੋਂ ਨਿਵਾਣ ਵੱਲ ਨੂੰ ਆਉਂਦਾ। ਇਹ ਇੱਕ ਪਾਣੀ ਦਾ ਸੁਭਾਅ ਕਹਿ ਲਓ। ਸੋ ਜਾਂ ਇਹਨੂੰ ਜੇ ਤੁਸੀਂ ਟੈਕਨੀਕਲ ਲੈਂਗੁਏਜ 'ਚ ਕਹਿਣਾ ਤਾਂ ਗ੍ਰੈਵਿਟੀ ਕਹਿ ਲਓ। ਪਾਣੀ ਉੱਪਰੋਂ ਥੱਲੇ ਤੱਕ ਆਉਣ ਲਈ ਸਾਨੂੰ ਕੋਈ ਜ਼ੋਰ ਨਹੀਂ ਲਾਉਣਾ ਪੈਂਦਾ। ਸੋ ਇਸੇ ਤਰ੍ਹਾਂ ਹੀ ਜਿਹੜਾ ਗ੍ਰੈਵਿਟੀ ਫੀਡ ਸਿਸਟਮ ਹੁੰਦਾ, ਤੁਸੀਂ ਮੋਟਰਸਾਈਕਲ 'ਚ ਦੇਖਦੇ ਹੋ ਕਿ ਮੋਟਰਸਾਈਕਲ ਦੀ ਟੈਂਕੀ ਹਮੇਸ਼ਾ ਉੱਪਰ ਹੁੰਦੀ ਹੈ, ਕਾਰਬੋਰੇਟਰ ਥੱਲੇ ਲੱਗਾ ਹੁੰਦਾ। ਸੋ ਤੇਲ ਜਿਹੜਾ ਵਾ ਅੰਡਰ ਦਾ ਫੈਕਟ ਆਫ ਗ੍ਰੈਵਿਟੀ ਆਪਣੇ ਆਪ ਹੀ ਥੱਲੇ ਆ ਜਾਂਦਾ। ਸੋ ਇਹਦੇ ਵਿੱਚ ਮੇਨ ਇਹਦੀ ਪਹਿਚਾਣ ਇਹੀ ਹੈ ਕਿ ਕਾਰਬੋਰੇਟਰ ਜਿਹੜਾ ਫਿਊਲ ਟੈਂਕ ਉੱਪਰ ਲੱਗਾ ਹੁੰਦਾ ਤੇ ਕਾਰਬੋਰੇਟਰ ਥੱਲੇ ਲੱਗਾ ਹੁੰਦਾ। ਸੋ ਜਿਹੜਾ ਤੇਲ ਕਾਰਬੋਰੇਟਰ ਤੱਕ ਆਉਂਦਾ ਡੈਡੀ ਦਾ ਅੰਡਰ ਦਾ ਫੈਕਟ ਆਫ ਗ੍ਰੈਵਿਟੀ ਇੱਕ ਨੈਚੁਰਲੀ ਆ ਜਾਂਦਾ। ਸੋ ਇਹਦੇ ਵਿੱਚ ਡਾਇਗਰਾਮ 'ਚ ਵੀ ਤੁਹਾਨੂੰ ਦੱਸਿਆ ਕਿ 1 ਨੰਬਰ ਫਿਊਲ ਟੈਂਕ ਆ, 2 ਨੰਬਰ ਤੇ ਕੀ ਆ ਕਾਰਬੋਰੇਟਰ। ਸੋ ਇਹ ਇੱਕ ਗ੍ਰੈਵਿਟੀ ਫੀਡ ਸਿਸਟਮ ਆ। ਸੋ ਦੂਜਾ ਆਪਾਂ ਪੜ੍ਹਨਾ ਦੈਟ ਇਜ਼ ਦਾ ਫੋਰਸਡ ਫੀਡ ਸਿਸਟਮ। ਫੋਰਸਡ ਫੀਡ ਦਾ ਮਤਲਬ ਹੀ ਹੁੰਦਾ, ਫੋਰਸ ਦਾ ਮਤਲਬ ਹੁੰਦਾ ਕਿ ਬਾਹਰੀ ਤੌਰ ਤੇ ਆਪਾਂ ਬਲ ਲਾਣਾ ਕੋਈ। ਆਪਾਂ ਹੁਣ ਵੇਖੋ ਕਿ ਇਹਦੇ ਵਿੱਚ ਕੀ ਹੈ ਕਿ ਕਾਰਬੋਰੇਟਰ ਉੱਤੇ ਚਲ ਗਿਆ ਤੇ ਫਿਊਲ ਟੈਂਕ ਥੱਲੇ ਆ ਗਿਆ। ਹੁਣ ਇਹ ਤੁਹਾਡਾ ਗੱਡੀਆਂ ਦਾ ਸਿਸਟਮ ਆ ਗਿਆ। ਜਿੱਦਾਂ ਗੱਡੀਆਂ ਦਾ ਵੇਖੋ ਫਿਊਲ ਟੈਂਕ ਬਿਲਕੁਲ ਪਿੱਛੇ ਹੁੰਦਾ ਬੈਕ ਸਾਈਡ ਤੇ ਰੀਅਲ, ਤੇ ਜਿਹੜਾ ਤੁਹਾਡਾ ਕਾਰਬੋਰੇਟਰ ਜਾਂ ਇੰਜੈਕਟਰ ਲੱਗਾ ਹੁੰਦਾ ਬਿਲਕੁਲ ਫਰੰਟ ਸਾਈਡ ਤੇ ਇੰਜਨਸ ਹੁੰਦਾ, ਫਰੰਟ ਵਾਲੇ ਪਾਸੇ ਇੰਜਨ ਹੁੰਦਾ, ਰੀਅਰ ਸਾਈਡ ਤੇ ਤੁਹਾਡਾ ਫਿਊਲ ਟੈਂਕ ਹੁੰਦਾ।
ਸੋ ਫਿਊਲ ਟੈਂਕ ਤੋਂ ਤੇਲ ਇੰਜੈਕਟਰਾਂ ਤੱਕ ਜਾਂ ਕਿਵੇਂ ਪਹੁੰਚਦਾ। ਸੋ ਇਹਦੇ ਵਿੱਚ ਐਗਜ਼ਾਮਪਲ ਫਿਰ ਉਹੀ ਘਰ ਵਾਲੀ ਲੈਂਦੇ ਆ ਕਿ ਜਦੋਂ ਜਿਹੜਾ ਵਾਟਰ ਟੈਂਕ ਸਾਡਾ ਜਿਹੜਾ ਘਰਾਂ ਦੇ ਵਿੱਚ ਜਿਹੜੀ ਪਾਣੀ ਵਾਲੀ ਟੈਂਕੀ ਆ ਬਿਲਕੁਲ ਛੱਤ ਦੇ ਟੌਪ ਤੇ ਰੱਖੀ ਹੁੰਦੀ ਆ, ਸਮਰਸੀਬਲ ਪੰਪ ਥੱਲੇ ਲੱਗਾ ਹੁੰਦਾ। ਹੁਣ ਪਾਣੀ ਨੂੰ ਆਪਾਂ ਪਹੁੰਚਾਉਣਾ ਵਾ ਟੈਂਕੀ ਤੱਕ, ਸਾਨੂੰ ਸਮਰਸੀਬਲ ਪੰਪ ਦੇ ਨਾਲ ਪਹੁੰਚਾ ਸਕਦੇ ਆ, ਆਪਾਂ ਸਿੱਧਾ ਨਹੀਂ ਪਹੁੰਚਾ ਸਕਦੇ। ਉੱਪਰੋਂ ਪਾਣੀ ਥੱਲੇ ਆਪਣੇ ਆਪ ਆ ਜਾਂਦਾ ਗ੍ਰੈਵਿਟੀ ਦੇ ਨਾਲ, ਬਟ ਥੱਲਿਓਂ ਹੁਣ ਉੱਪਰ ਤੱਕ ਪਹੁੰਚਾਉਣ ਲਈ ਸਾਨੂੰ ਇੱਕ ਬਾਹਰੀ ਤੌਰ ਤੇ ਬਲ ਲਗਾਉਣਾ ਪੈਂਦਾ ਵਾ। ਉਹ ਬਾਹਰੀ ਤੌਰ ਤੇ ਜਿਹੜਾ ਬਲ ਆ ਇੰਜਨ ਦੇ ਵਿੱਚ ਕਿਹੜਾ ਕੌਣ ਲਗਾਉਂਦਾ, ਡੈਟ ਇਜ਼ ਦਾ ਪੰਪ। ਸੋ 2 ਨੰਬਰ ਤੇ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਡੈਟ ਇਜ਼ ਦਾ 2 ਨੰਬਰ ਕੀ ਆ, ਕਾਰਬੋਰੇਟਰ ਆ। 1 ਨੰਬਰ ਕੀ ਆ, ਡੈਟ ਇਜ਼ ਦਾ ਫਿਊਲ ਟੈਂਕ। ਸੋ ਦੋਵਾਂ ਦੇ ਵਿਚਕਾਰ ਇੱਕ ਕੀ ਲੱਗ ਗਿਆ, ਪੰਪ। ਸੋ ਇਹ ਪੰਪ ਦੇ ਨਾਲ ਇਹਦਾ ਨਾਮ ਪੈ ਗਿਆ ਡੈਟ ਇਜ਼ ਦਾ ਫੋਰਸਡ ਫੀਡ ਸਿਸਟਮ। ਕਹਿਣ ਦਾ ਭਾਵ ਕਿ ਜਿਹੜਾ ਪੰਪ ਲਗਾਇਆ ਉਹਨੇ ਇੱਕ ਫੋਰਸ ਲਗਾ ਦੇਣੀ ਆ, ਟੈਂਕੀ ਤੋਂ ਤੇਲ ਜਿਹੜਾ ਇੰਜੈਕਟਰਾਂ ਤੱਕ ਪਹੁੰਚਾ ਦੇਣਾ ਡੀਜ਼ਲ ਇੰਜਨ ਦੇ ਵਿੱਚ। ਇਹਦੇ ਵਿੱਚ ਲੱਗਣ ਦਾ ਪੰਪ। ਸੋ ਪੰਪ ਲਗਾਵਾਂਗੇ ਤਾਂ ਇੰਜੈਕਟਰਾਂ ਤੱਕ ਤੇਲ ਪਹੁੰਚੂਗਾ, ਨਹੀਂ ਤਾਂ ਨਹੀਂ। ਸੋ ਕਹਿਣ ਦਾ ਭਾਵ ਕਿ ਇਹ ਫੋਰਸਡ ਫੀਡ ਸਿਸਟਮ ਆ। ਉਸ ਤੋਂ ਅੱਗੇ ਆਪਾਂ ਚਲੀਏ ਪਾਰਟਸ ਆਫ ਦੀ ਫਿਊਲ ਸਿਸਟਮ। ਡੀਜ਼ਲ ਇੰਜਨ ਦੇ ਵਿੱਚ ਕਿਹੜੇ ਕਿਹੜੇ ਪਾਰਟਸ ਨੇ ਫਿਊਲ ਸਿਸਟਮ ਦੇ, ਸੋ ਸਾਰਿਆਂ ਦੀ ਸਕਰੀਨ ਤੇ ਇੱਕ ਡਾਇਗਰਾਮ ਸ਼ੋ ਹੋ ਰਿਹਾ ਹੋਊਗਾ। 1 ਨੰਬਰ ਇਹਦੇ ਵਿੱਚ ਦੇਖੋ ਕਿ ਫਿਊਲ ਸਿਸਟਮ, ਫਿਊਲ ਸਪਲਾਈ ਸਿਸਟਮ ਤੋਂ ਭਾਵ ਹੁੰਦਾ ਕਿ ਫਿਊਲ ਟੈਂਕ ਤੋਂ ਇੰਜਨ ਤੱਕ ਫਿਊਲ ਪਹੁੰਚਾਉਣ ਤੋਂ ਹੈ। ਇਹਦੇ ਵਿੱਚ 1 ਨੰਬਰ ਡੈਟ ਇਜ਼ ਦਾ ਫਿਊਲ ਟੈਂਕ ਲੱਗਾ ਹੁੰਦਾ। ਫਿਊਲ ਟੈਂਕ ਦਾ ਕੰਮ ਕੀ, ਜਿਹਦੇ ਵਿੱਚ ਤੁਸੀਂ ਫਿਊਲ ਸਟੋਰ ਕਰਦੇ ਹੋ, ਚਾਹੇ ਉਹ ਡੀਜ਼ਲ, ਜੇ ਡੀਜ਼ਲ ਗੱਡੀ ਆ ਤਾਂ ਡੀਜ਼ਲ ਫਿਊਲ ਟੈਂਕ ਆ, ਜੇ ਪੈਟਰੋਲ ਗੱਡੀ ਆ ਤਾਂ ਪੈਟਰੋਲ ਫਿਊਲ ਟੈਂਕ ਆ, ਜੇ ਤੁਹਾਡੀ CNG ਗੱਡੀ ਆ ਤਾਂ CNG ਕਿੱਟ ਹੋਊਗੀ। ਸੋ ਫਿਊਲ ਟੈਂਕ ਆ ਕਿ ਜਿਹਦੇ ਵਿੱਚ ਆਪਾਂ ਫਿਊਲ ਸਟੋਰ ਕਰਕੇ ਰੱਖਦੇ ਹਾਂ। ਦੂਜਾ 2 ਨੰਬਰ ਤੇ ਜਿਹੜਾ ਪਾਰਟਸ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਡੈਟ ਇਜ਼ ਦਾ ਫਿਊਲ ਪੰਪ। ਫਿਊਲ ਪੰਪ ਦਾ ਕੰਮ ਹੈਗਾ ਕਿ ਜਿਹੜਾ ਟੈਂਕ ਤੋਂ ਤੇਲ ਆ ਰਿਹਾ ਉਹਨੂੰ ਪੰਪ ਅਪ ਕਰ ਦੇਣਾ, ਉਹਦਾ ਪ੍ਰੈਸ਼ਰ ਵਧਾ ਦੇਣਾ, ਪ੍ਰੈਸ਼ਰ ਵਧਾ ਕੇ ਤੇਲ ਜਿਹੜਾ ਪਹੁੰਚਾਉਣਾ, ਉਹਨੂੰ ਫਿਊਲ ਪੰਪ। ਸੋ 3 ਨੰਬਰ ਜਿਹੜਾ ਸ਼ੋ ਹੋ ਰਿਹਾ ਡੈਟ ਇਜ਼ ਦਾ ਫਿਊਲ ਫਿਲਟਰ। ਹੁਣ ਤੇਲ ਵੇਖੋ ਕਿ ਜਿਹੜਾ ਤੁਸੀਂ ਫਿਲਿੰਗ ਸਟੇਸ਼ਨ ਤੇ ਜਾਂਦੇ ਹੋ ਜਾਂ ਪੈਟਰੋਲ ਪੰਪ ਤੇ ਜਾਂ ਡੀਜ਼ਲ ਪੰਪ ਤੇ ਜਾਂਦੇ ਹੋ, ਜਿਹੜਾ ਤੇਲ ਪਾਉਂਦੇ ਹੋ ਉਹਦੇ ਵਿੱਚ ਕਚਰਾ ਹੋ ਸਕਦਾ, ਡਸਟ ਹੋ ਸਕਦੀ ਆ। ਸੋ ਉਹ ਤੇਲ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਆ। ਸੋ ਉਹਦੇ ਲਈ ਵਾਸਤੇ ਕਿ ਆਪਣਾ ਫਿਊਲ ਫਿਲਟਰ ਲੱਗਾ ਹੁੰਦਾ, ਜਿਹਨੇ ਤੇਲ ਬਿਲਕੁਲ ਸਾਫ਼ ਕਰਕੇ ਅੱਗੇ ਭੇਜਣਾ। ਸੋ ਅੱਗੇ ਪ੍ਰੈਸ਼ਰ ਰੈਗੂਲੇਟਰ ਆ। ਪ੍ਰੈਸ਼ਰ ਰੈਗੂਲੇਟਰ ਦਾ ਵੀ ਬਹੁਤ ਇੰਪੋਰਟੈਂਟ ਰੋਲ ਆ ਕਿ ਜਿਹੜਾ ਫਿਊਲ ਲਾਈਨ ਦੇ ਵਿੱਚ ਪੂਰਾ ਪ੍ਰੈਸ਼ਰ ਮੇਨਟੇਨ ਕਰਕੇ ਰੱਖਣਾ। ਇਹ ਨਹੀਂ ਕਿ ਜੇ ਪ੍ਰੈਸ਼ਰ ਡ੍ਰੌਪ ਕਰ ਗਿਆ ਤਾਂ ਵੀ ਫਿਊਲ ਨਹੀਂ ਪਹੁੰਚੂਗਾ। ਸੋ ਪ੍ਰੈਸ਼ਰ ਰੈਗੂਲੇਟਰ ਇੱਕ ਸੈਂਸਰ ਲਾ ਦਿੰਦੇ ਆ ਜਿਹੜਾ ਬਿਲਕੁਲ ਲਾਈਨ ਦੇ ਵਿੱਚ ਪ੍ਰੈਸ਼ਰ ਨੂੰ ਬਿਲਕੁਲ ਮੇਨਟੇਨ ਕਰਕੇ ਰੱਖਦਾ ਜਿੰਨਾ ਸਾਨੂੰ ਚਾਹੀਦਾ। ਸੋ ਇੰਜੈਕਟਰਸ ਲੱਗੇ ਨੇ, ਜਿਹੜੇ ਡੀਜ਼ਲ ਇੰਜਨ ਗੱਡੀ 'ਚ ਇੰਜੈਕਟਰ ਲੱਗੇ ਹੁੰਦੇ ਨੇ, ਅੱਜ ਕੱਲ੍ਹ ਤਾਂ ਪੈਟਰੋਲ ਗੱਡੀ 'ਚ ਵੀ ਆ ਗਏ ਨੇ। ਸੋ ਇੰਜੈਕਟਰ ਜਿਹੜੇ ਅੰਦਰ ਸਿਲੰਡਰ ਦੇ ਅੰਦਰ ਡੀਜ਼ਲ ਨੂੰ ਸਪਰੇਅ ਕਰਦੇ ਨੇ। ਸੋ ਅੱਗੇ ਹੁੰਦਾ ਫਿਊਲ ਟੈਂਕ ਕੈਪ। ਸੋ ਆਪਾਂ ਹੁਣ ਪਹਿਲਾ ਪਾਰਟ ਪੜ੍ਹਨਾ ਜਿਹੜਾ ਬਰੀਫਲੀ ਦੈਟ ਇਜ਼ ਦਾ ਫਿਊਲ ਟੈਂਕ, ਜਿਹਦੇ ਵਿੱਚ ਆਪਾਂ ਤੇਲ ਸਟੋਰ ਕਰਕੇ ਰੱਖਦੇ ਹਾਂ। ਉਹ ਕੀ ਚੀਜ਼ ਆ? ਸੋ ਤੇਲ ਵਾਲੀ ਟੈਂਕੀ ਜਿਹਨੂੰ ਕਹਿ ਦਿੰਦੇ, ਪੰਜਾਬੀ 'ਚ ਕੀ ਕਹਿ ਦਿੰਦੇ ਆ, ਤੇਲ ਵਾਲੀ ਟੈਂਕੀ। ਸੋ ਇੰਗਲਿਸ਼ 'ਚ ਕੀ ਕਹਿ ਦਿੰਦੇ, ਦੈਟ ਇਜ਼ ਦਾ ਫਿਊਲ ਟੈਂਕ। ਸੋ ਇਸ ਵਿੱਚ ਡੀਜ਼ਲ ਜਾਂ ਪੈਟਰੋਲ ਪਾਇਆ ਜਾਂਦਾ। ਸੋ ਟੈਂਕੀ ਦੇ ਵਿੱਚ ਡੀਜ਼ਲ ਵੀ ਪਾ ਸਕਦੇ ਆ, ਪੈਟਰੋਲ ਵੀ ਪਾ ਸਕਦੇ ਆ। ਜੇ ਤੁਹਾਡੀ CNG ਕਿੱਟ ਲੱਗੀ ਹੋਈ ਆ ਤਾਂ ਇੱਕ ਡਰਮ ਜਿਹਾ ਲੱਗਾ ਹੁੰਦਾ ਜਿਹਦੇ ਵਿੱਚ CNG ਗੈਸ ਪਾਉਂਦੇ ਆ। ਸੋ ਇਹ ਇੱਕ ਤਰ੍ਹਾਂ ਦਾ ਰੈਕਟੈਂਗੂਲਰ ਜਾਂ ਰਾਊਂਡ ਗੋਲ ਆਕਾਰ ਦੀ ਹੁੰਦੀ ਆ ਜਾਂ ਆਇਤਕਾਰ ਦੀ ਹੁੰਦੀ ਆ। ਰੈਕਟੈਂਗਲ ਸ਼ੇਪ, ਇਹਦਾ ਆਕਾਰ ਜਿਹੜਾ ਰੈਕਟੈਂਗਲ ਵੀ ਹੋ ਸਕਦਾ, ਰਾਊਂਡ ਵੀ ਹੋ ਸਕਦਾ। ਸੋ ਇਹਦੇ ਉੱਤੇ ਇੱਕ ਵਿੱਚ ਬੜੀ ਖਾਸ ਕੋਟਿੰਗ ਕੀਤੀ ਹੁੰਦੀ ਹੈ ਇਹਦੇ ਅੰਦਰ, ਜਿਸ ਕਾਰਨ ਇਹਨੂੰ ਜੰਗਾਲ ਨਾ ਲੱਗੇ, ਕਿਉਂਕਿ ਟੈਂਕੀ ਦੇ ਅੰਦਰ ਬਹੁਤ ਵਧੀਆ ਮਟੀਰੀਅਲ ਆਇਆ ਹੁੰਦਾ। ਜੇ ਜੰਗਾਲ ਲੱਗ ਗਿਆ ਤਾਂ ਤੇਲ ਦੇ ਵਿੱਚ ਜੇ ਤੁਹਾਡਾ ਜੰਗਾਲ ਮਿਕਸ ਹੋ ਜਾਊਗਾ ਤੇ ਉਹ ਫਿਰ ਅੱਗੇ ਜਾ ਕੇ ਪੰਪ ਤੇ ਨੂੰ ਪ੍ਰੋਬਲਮ ਕਰੂਗਾ, ਪੰਪ ਖਰਾਬ ਹੋ ਸਕਦਾ। ਜੇ ਬਾਈ ਚਾਂਸ ਵਿੱਚ ਪੰਪ ਦੇ ਵਿੱਚੋਂ ਨਿਕਲ ਕੇ ਫਿਲਟਰ ਲੱਗੇ ਹੋਏ ਨੇ ਤਾਂ ਇਹਦੇ ਅੰਦਰ ਇੱਕ ਕੋਟਿੰਗ ਕੀਤੀ ਹੁੰਦੀ ਸਪੈਸ਼ਲ, ਉਹ ਬਾਅਦ ਚ ਆਪਾਂ ਦੱਸਦੇ ਹਾਂ ਕਿ ਇਹਦਾ ਮਟੀਰੀਅਲ ਕੀ ਹੁੰਦਾ। ਸੋ ਜਿਹੜਾ ਡਾਇਗਰਾਮ ਸ਼ੋ ਹੋ ਰਿਹਾ ਤੁਹਾਡੀ ਸਕਰੀਨ ਤੇ ਦੈਟ ਇਜ਼ ਦਾ, ਪਹਿਲੋਂ ਆਪਣੇ ਟੈਂਕੀ ਦੇ ਵੇਖੋ ਕਿ ਸਾਰੇ ਆਪਾਂ ਹਰ ਇੱਕ ਬੰਦੇ ਨੇ ਆਪਣੇ ਆਪਣੇ ਘਰ ਦੇ ਵਿੱਚ ਮੋਟਰਸਾਈਕਲ ਰੱਖਿਆ ਹੋਇਆ ਜਾਂ ਗੱਡੀ ਰੱਖੀ ਹੋਈ ਆ। ਸੋ ਤਾਂ ਕਹਿੰਦੇ ਕਿ ਜਦੋਂ ITI ਦੇ ਵਿੱਚ ਐਡਮਿਸ਼ਨ ਲੈ ਲਈਏ ਤਾਂ ਸਾਨੂੰ ਥੋੜਾ ਟੈਕਨੀਕਲ ਪੁਆਇੰਟਸ ਪਤਾ ਲੱਗ ਜਾਂਦੇ ਨੇ। ਬਾਕੀ ਤਾਂ ਸਾਰੇ ਫਿਊਲ ਟੈਂਕੀ ਦਾ ਸਾਰੇ ਕਹਿੰਦੇ ਨੇ, ਜਿਨ੍ਹਾਂ ਨੇ ਕੋਰਸ ਨਹੀਂ ਵੀ ਕੀਤਾ ਹੈਗਾ ਉਹਨਾਂ ਨੂੰ ਵੀ ਪਤਾ ਇਹਨੂੰ ਫਿਊਲ ਟੈਂਕੀ ਕਹਿੰਦੇ ਨੇ। ਬਟ ITI ਕਰਨ ਦਾ ਮਤਲਬ ਹੈ ਕਿ ਉਹਦੇ ਵਿੱਚ ਵੜ ਜਾਣਾ ਕਿ ਉਹਦੇ ਟੈਕਨੀਕਲ ਪੁਆਇੰਟਸ ਕਿਹੜੇ ਕਿਹੜੇ ਹੈਗੇ ਨੇ ਫਿਊਲ ਟੈਂਕ ਦੇ, ਉਹ ਆਪਾਂ ਜਿਹੜਾ ਹੁਣ ਪੜ੍ਹਨਾ ਇਹ ਆ ਗਿਆ ITI ਦਾ ਵਿਸ਼ਾ। ਟੈਕਨੀਕਲ ਪੁਆਇੰਟਸ ਸਾਰਿਆਂ ਨੂੰ ਨਹੀਂ ਪਤਾ ਹੋਣਗੇ, ਸਾਰੇ ਜਿਹਨੂੰ ਮਰਜ਼ੀ ਪੁੱਛ ਲਓ ਇਹ ਪਤਾ ਹੋਊਗਾ ਫਿਊਲ ਟੈਂਕ ਲੱਗਾ, ਬਟ ਫਿਊਲ ਟੈਂਕ ਦੇ ਅੰਦਰ ਕੀ ਲੱਗਾ ਉਹ ਜਿਹੜੇ ਸਿਖਿਆਰਥੀ ਸਾਡੇ ਨਾਲ ਜੁੜੇ ਨੇ ਇਸ ਵੇਲੇ ਉਹ ਧਿਆਨ ਦੇਣ। ਸੋ ਤੁਹਾਡਾ ਪੋਰਸ਼ਨ ITI ਦੇ ਵਿੱਚ ਇਹ ਨਹੀਂ ਕਿ ਤੁਸੀਂ ਇੱਕ ਨਾਂ ਦੀ ਜਾਣਕਾਰੀ ਲੈਣੀ ਆ। ਮੀਨਿੰਗ ਮੇਰਾ ਕਹਿਣ ਦਾ ਭਾਵ ਹੈ ਕਿ ਚੀਜ਼ ਦੇ ਅੰਦਰ ਟੈਕਨੀਕਲ ਪੁਆਇੰਟ ਦੇਖਣੇ ਕਿਹੜੇ ਨੇ।
ਸੋ ਫਿਊਲ ਟੈਂਕ ਦੇ ਵਿੱਚ ਵੇਖੋ ਪਹਿਲੋਂ ਬੈਫਲਸ ਲੱਗੇ ਹੁੰਦੇ ਨੇ, ਬੈਫਲ ਪਲੇਟਸ ਲੱਗੀਆਂ ਹੁੰਦੀਆਂ ਨੇ, ਜਿਹੜੇ ਤੁਹਾਡਾ ਸ਼ੋਅ ਕੀਤਾ ਹੋਇਆ ਬੈਫਲ ਪਲੇਟਸ। ਸੋ ਇਹਦੇ ਵਿੱਚ ਇੱਕ ਫਿਲਰ ਨੈਕ ਹੁੰਦਾ, ਫਿਲਰ ਨੈਕ ਦੇ ਉੱਪਰ ਇੱਕ ਫਿਲਰ ਕੈਪ ਹੁੰਦਾ, ਜਿਹੜਾ ਟੈਂਕੀ ਦਾ ਇੱਕ ਢੱਕਣ ਹੁੰਦਾ ਜਿਹਨੂੰ ਕਹਿੰਦੇ ਆ। ਉਹਦੇ ਅੱਗੇ ਇੱਕ ਪਾਈਪ ਲੱਗੀ ਹੁੰਦੀ, ਉਹਨੂੰ ਫਿਲਰ ਨੈਕ ਕਹਿ ਦਿੰਦੇ ਆ। ਜਿੱਦਾਂ ਸਾਡਾ ਇੱਕ ਗਲਾ ਹੁੰਦਾ, ਜਿੱਦਾਂ ਏਦਾਂ ਹੀ ਟੈਂਕੀ ਦਾ ਗਲਾ ਉਹਨੂੰ ਫਿਲਰ ਨੈਕ ਕਹਿ ਦਿੰਦੇ ਆ ਜਾਂ ਫਿਲਰ ਪਾਈਪ ਕਹਿ ਦਿੰਦੇ ਆ। ਸੋ ਇਹਦੇ ਕਿਤੇ ਫਿਲਰ ਗੇਜ ਲੱਗੀ ਹੁੰਦੀ ਆ, ਫਿਊਲ ਗੇਜ, ਜਿਹੜੀ ਟੈਂਕੀ ਦੇ ਵਿੱਚ ਫਿਊਲ ਦਾ ਲੈਵਲ ਦੱਸਦੀ ਆ। ਦੂਜਾ ਬੈਫਲ ਪਲੇਟਸ ਲੱਗੀਆਂ ਹੁੰਦੀਆਂ, ਬੈਫਲ ਪਲੇਟਸ ਦੇ ਥੱਲੇ ਵੇਖੋ ਪੈਸੇਜ ਬਣਾਏ ਹੋਏ ਆ, ਇੱਕ ਰਾਹ ਬਣਾਏ ਹੋਏ, ਇੱਕ ਖਾਨੇ ਤੋਂ ਦੂਜੇ ਖਾਨੇ 'ਚ ਫਿਊਲ ਟਰਾਂਸਫਰ ਹੋ ਜਾਏ। ਤੀਜਾ ਡਰੇਨ ਪਲੱਗ ਲੱਗਾ ਹੁੰਦਾ। ਚੌਥਾ ਇਹਦੇ ਵਿੱਚ ਫਿਊਲ ਆਊਟਲੈਟ ਹੁੰਦਾ, ਜਦੋਂ ਫਿਊਲ ਤੁਹਾਡਾ ਜਾਣਾ। ਸੋ ਅਗਲਾ ਡਾਇਗਰਾਮ ਥੋੜਾ ਹੋਰ ਐਡਵਾਂਸ, ਇਹਦੇ ਵਿੱਚ ਕੀ ਆ ਕਿ ਫਿਲਰ ਕੈਪ ਸ਼ੋ ਕੀਤੀ ਹੋਈ ਆ, ਇੱਕ ਵੈਂਟ ਹੋਲਸ ਹੁੰਦੇ ਨੇ, ਇੱਕ ਇਹਦੇ ਵਿੱਚ ਡਰੇਨ ਪਲੱਗ ਹੁੰਦਾ ਵਾ, ਦੂਜਾ ਬੈਫਲ ਪਲੇਟਸ ਹੁੰਦੀਆਂ ਵਾ। ਤੇ ਹੁਣ ਆਪਾਂ ਇਹਦੇ ਬਾਰੇ ਥੋੜਾ ਜਿਹਾ ਪੜ੍ਹਨਾ ਬਰੀਫਲੀ। ਸੋ ਪਹਿਲਾ ਹੈਗਾ ਇਹਦੇ ਵਿੱਚ ਵੱਖ-ਵੱਖ ਪੁਰਜੇ ਕਿਹੜੇ ਹੁੰਦੇ ਨੇ। ਪਹਿਲਾ ਹੁੰਦਾ ਬੈਫਲ ਪਲੇਟਸ, ਦੂਜਾ ਫਿਲਰ ਨੈਕ ਕਹਿ ਲਓ, ਇੱਕ ਫਿਲਰ ਨੈਕ ਹੁੰਦੀ ਆ 2 ਨੰਬਰ ਤੇ, ਇੱਕ ਫਿਲਰ ਕੈਪ ਹੁੰਦਾ 3 ਨੰਬਰ ਤੇ, ਫਿਊਲ ਟੈਂਕ 4 ਨੰਬਰ ਤੇ, ਡਰੇਨ ਪਲੱਗ, ਇੱਕ ਇਹਦੇ ਵਿੱਚ ਫਿਊਲ ਲਾਈਨ ਟਿਊਬ ਲੱਗੀ ਹੁੰਦੀ 5 ਨੰਬਰ ਤੇ, ਇੱਕ ਇਹਦੇ ਵਿੱਚ ਫਿਊਲ ਗੇਜ ਸੈਂਸਿੰਗ ਯੂਨਿਟ ਫਲੋਟ ਲੱਗਾ ਹੁੰਦਾ, ਜਿਹੜਾ ਤੁਹਾਡਾ ਫਿਊਲ ਦਾ ਲੈਵਲਸ ਦੱਸਦਾ। ਉਸ ਤੋਂ ਅੱਗੇ ਇਹਦਾ ਲੱਗਾ ਹੁੰਦਾ ਜਿਹਦਾ ਫਿਲਟਰ ਐਂਡ ਸੈਂਡੀਮੈਂਟ ਬਾਲਸ, ਇਹਦੇ ਵਿੱਚ ਇੱਕ ਫਿਲਟਰਸ ਵੀ ਲੱਗੇ ਹੁੰਦੇ ਨੇ ਐਂਡ ਸੈਂਡੀਮੈਂਟ ਬਾਲ ਲੱਗੀ ਹੁੰਦੀ, ਜਿਹੜੇ ਫਿਊਲ ਦੇ ਵਿੱਚ ਤੋਂ ਕਚਰਾ ਆ ਜਾਂਦਾ ਵਾ। ਉਹ ਆਪਾਂ ਹੁਣ ਇਹਨਾਂ ਬਾਰੇ ਇਕੱਲੇ ਬਾਰੇ ਪੜ੍ਹਨਾ ਆਪਾਂ ਥੋੜਾ ਬਰੀਫਲੀ। ਸੋ ਪਹਿਲਾ ਹੈਗਾ ਮਟੀਰੀਅਲ, ਧਾਤ, ਕਿਸ ਧਾਤ ਦਾ ਬਣਿਆ ਹੁੰਦਾ ਫਿਊਲ ਟੈਂਕ। ਸੋ ਇਹ ਗੈਲਵਨਾਈਜ਼ਡ ਸਟੀਲ ਸ਼ੀਟ ਹੁੰਦੀ ਆ, ਜਿਹਦੇ ਉੱਤੇ ਕੋਟਿੰਗ ਕੀਤੀ ਹੁੰਦੀ ਆ ਟਿਨ ਐਂਡ ਲੈਡ ਦੀ। ਬਾਈ ਮਿਸਟੇਕ ਮੇਰੇ ਤੋਂ ਲੋਡ ਲਿਖਿਆ ਗਿਆ, ਗੈਲਵਨਾਈਜ਼ਡ ਸਟੀਲ ਸ਼ੀਟ ਕੋਟਿੰਗ ਕੀਤੀ ਹੁੰਦੀ ਹੈ ਟਿਨ ਔਰ ਲੈਡ ਦੀ। ਸੋ ਟਿਨ ਔਰ ਲੈਡ ਦੀ ਕੋਟਿੰਗ ਤਾਂ ਕੀਤੀ ਹੁੰਦੀ ਹੈ, ਗੈਲਵਨਾਈਜ਼ਡ ਸਟੀਲ ਸ਼ੀਟ ਹੁੰਦੀ ਹੈ ਪ੍ਰੀਵੈਂਟ ਫਰਮ ਰਸਟਿੰਗ, ਸੋ ਜੰਗਾਲ ਨਾ ਲੱਗੇ। ਸੋ ਕਈ ਟੈਂਕੀਆਂ ਜਿਹੜੇ ਫਿਊਲ ਟੈਂਕ ਐਲੂਮੀਨੀਅਮ ਦੇ ਬਣੇ ਹੁੰਦੇ ਆ, ਕਈ ਪਲਾਸਟਿਕ ਪੋਲੀਥੀਨ ਦੇ ਬਣੇ ਹੁੰਦੇ ਆ। ਸੋ ਕਈਆਂ ਟੈਂਕੀਆਂ ਤੁਸੀਂ ਦੇਖੀਆਂ ਹੋਣਗੀਆਂ ਪਲਾਸਟਿਕ ਦੀਆਂ ਹੋਣਗੀਆਂ, ਕਈ ਐਲੂਮੀਨੀਅਮ ਦੀਆਂ ਹੁੰਦੀਆਂ, ਕਈ ਬਟ ਇਹਦੇ ਉੱਤੇ ਗੈਲਵਨਾਈਜ਼ਡ ਸਟੀਲ ਸ਼ੀਟ ਵੀ ਹੁੰਦੀ ਹੈ, ਜਿਹਦੇ ਉੱਤੇ ਟਿਨ ਔਰ ਲੈਡ ਦੀ ਕੋਟਿੰਗ ਕੀਤੀ ਹੁੰਦੀ ਹੈ। ਕੁਐਸਚਨ ਤੁਹਾਡਾ ਜਿਹੜਾ ਐਗਜ਼ਾਮ ਦੇ ਵਿੱਚ ਆ ਜਾਂਦਾ ਕਿ ਜਿਹੜਾ ਤੁਹਾਡਾ ਫਿਊਲ ਟੈਂਕ ਆ ਉਹ ਕਿਸ ਮਟੀਰੀਅਲ, ਕਿਸ ਧਾਤ ਦਾ ਬਣਿਆ ਹੁੰਦਾ। ਸੋ ਦੂਜੀ ਗੱਲ ਹੈ ਲੋਕੇਸ਼ਨ, ਲੋਕੇਸ਼ਨ ਹੁੰਦੀ ਕਿਸ ਜਗ੍ਹਾ ਤੇ ਲੱਗਾ ਹੁੰਦਾ ਫਿਊਲ ਟੈਂਕ। ਸੋ ਇਹ ਗੱਡੀ ਦੀ ਆਪੋ ਆਪਣੀ ਬਣਤਰ ਹੁੰਦੀ ਆ, ਆਪੋ ਆਪਣੀ, ਹਰ ਕੰਪਨੀ ਦੀ ਆਪੋ ਆਪਣੀ ਬਣਤਰ ਹੁੰਦੀ ਆ। ਜ਼ਿਆਦਾਤਰ ਕਈ ਕੰਪਨੀਆਂ ਦੇ ਵਿੱਚ ਫਿਊਲ ਟੈਂਕ ਸ਼ੀਟ ਦੇ ਥੱਲੇ ਲੱਗਾ ਹੁੰਦਾ, ਕਿਸੇ ਵਿੱਚ ਗੱਡੀ ਦੇ ਅੱਗੇ ਅਗਲੇ ਪਾਸੇ ਫਿੱਟ ਹੁੰਦਾ, ਕਿਸੇ ਦੇ ਪਿਛਲੇ ਪਾਸੇ, ਭਾਵ ਇੱਕ ਅਜਿਹੀ ਜਗ੍ਹਾ ਤੇ ਲੱਗਾ ਹੁੰਦਾ ਜਿੱਥੇ ਗੱਡੀ ਚੱਲਦੇ ਸਮੇਂ ਕੋਈ ਪੱਥਰ ਟੈਂਕੀ 'ਚ ਨਾ ਵੱਜ ਸਕੇ। ਭਾਵ ਕਿ ਫਿਊਲ ਟੈਂਕ ਇੱਕ ਐਸੀ ਜਗ੍ਹਾ ਤੇ ਲਾਇਆ ਹੁੰਦਾ ਕਿ ਜੇ ਤੁਸੀਂ ਗੱਡੀ ਬਾਈ ਚਾਂਸ, ਤੁਹਾਨੂੰ ਪਤਾ ਹੀ ਹੈ ਪ੍ਰੈਕਟੀਕਲੀ ਸਾਰਿਆਂ ਨੇ ਦੇਖਿਆ ਹੀ ਹੋਊਗਾ ਕਿ ਯਾਰ ਗੱਡੀ ਚੱਲਦੀ ਆ, ਦੂਸਰੀ ਗੱਡੀ ਦੇ ਟਾਇਰ ਦੇ ਨਾਲ ਬੱਟਾ ਵੱਜ ਕੇ ਉਹ ਸ਼ੀਸ਼ੇ ਤੇ ਕਈ ਵਾਰ ਗਲਾਸ ਤੇ ਵੱਜਦਾ ਤੇ ਗਲਾਸ ਦੇ ਵਿੱਚ ਕਰੈਕਸ ਆ ਜਾਂਦਾ। ਸੋ ਵੈਰੀ ਹਾਈ ਵੈਲੋਸਿਟੀ, ਟੈਂਜੈਂਸ਼ੀਅਲ ਵੈਲੋਸਿਟੀ ਦੇ ਨਾਲ ਉਹ ਵੱਜਦਾ ਬੱਟਾ, ਜਦੋਂ ਟਾਇਰ ਦੇ ਵਿੱਚੋਂ ਬੱਟਾ ਨਿਕਲੂਗਾ ਬਹੁਤ ਜ਼ਿਆਦਾ ਹਾਈ ਵੈਲੋਸਿਟੀ ਦੇ ਨਾਲ ਨਿਕਲਦਾ, ਬੜੀ ਤੇਜ਼ ਗਤੀ ਦੇ ਨਾਲ ਨਿਕਲਦਾ। ਜੇ ਉਹ ਬਾਈ ਚਾਂਸ ਤੁਹਾਡੀ ਟੈਂਕੀ ਜੇ ਬਾਹਰਲੇ ਪਾਸੇ ਲੱਗੀ ਹੋਏ ਤਾਂ ਟੈਂਕੀ ਤੇ ਵੱਜ ਜੇ ਤੇ ਬਾਈ ਚਾਂਸ ਉਹ ਬਲਾਸਟ ਹੋ ਸਕਦਾ, ਬਹੁਤ ਜ਼ਿਆਦਾ ਡੇਂਜਰਸ। ਤੁਹਾਨੂੰ ਪਤਾ ਫਿਊਲ ਜਿਹੜਾ ਪੈਟਰੋਲ ਆ ਉਹ ਤਾਂ ਬਹੁਤ ਛੇਤੀ ਬਾਸ਼ਪੀਕਰਨ ਹੋ ਜਾਂਦਾ। ਸੋ ਫਾਰ ਦਾ ਫੇਕ ਆਫ ਦੀ ਜਿਹੜਾ ਸੇਫਟੀ ਫੈਕਟਰ ਲੈ ਕੇ ਗੱਲ ਕਰੀਏ ਤਾਂ ਜਿਹੜਾ ਇੱਕ ਐਸੀ ਜਗ੍ਹਾ ਤੇ ਲਗਾਇਆ ਹੁੰਦਾ ਫਿਊਲ ਟੈਂਕ ਜਿੱਥੇ ਤੁਹਾਡਾ ਗੱਡੀ ਚੱਲਦੀ ਆ ਤੇ ਪੱਥਰ ਨਾ ਵੱਜ ਸਕੇ। ਸੋ ਇਹ ਇੱਕ ਲੋਕੇਸ਼ਨ ਆ ਜਿੱਥੇ ਫਿੱਟ ਕੀਤਾ ਹੁੰਦਾ ਫਿਊਲ ਟੈਂਕ। ਸੋ ਅਗਲੀ ਗੱਲ ਕਰੀਏ, ਜਿਹੜੇ ਆ ਫਿਊਲ ਟੈਂਕ ਦੇ ਵਿੱਚ ਬੈਫਲ ਪਲੇਟਸ ਲੱਗੀਆਂ ਹੁੰਦੀਆਂ ਨੇ, ਇਹਦਾ ਮੁੱਖ ਕੰਮ ਇਹੀ ਹੁੰਦਾ ਗੱਡੀ ਚੱਲਦੀ, ਜਦੋਂ ਗੱਡੀ ਚੱਲਦੀ ਆ ਉਹਦੇ ਵਿੱਚ ਝਟਕੇ ਲੱਗਦੇ ਨੇ, ਤੇਲ ਜਿਹੜਾ ਟੈਂਕੀ ਦੇ ਅੰਦਰ ਤੇਲ ਹੁੰਦਾ ਸਲਸ਼ਿੰਗ ਹੁੰਦਾ, ਉਛਲਦਾ। ਸੋ ਉਹਨੂੰ ਘੱਟ ਕਰਨ ਵਾਸਤੇ ਟੈਂਕੀ ਅੰਦਰ ਇੱਕ ਬੈਫਲ ਪਲੇਟਸ ਲੱਗੀਆਂ ਹੁੰਦੀਆਂ। ਬੈਫਲ ਪਲੇਟਸ ਦਾ ਕਹਿਣ ਦਾ ਭਾਵ ਇਹ ਹੈ ਕਿ ਟੈਂਕੀ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਦਿੰਦੀਆਂ, ਵੱਖ-ਵੱਖ ਭਾਗਾਂ ਦੇ ਵਿੱਚ ਵੰਡ ਦਿੰਦੀਆਂ ਬੈਫਲ ਪਲੇਟਸ। ਸੋ ਗੱਡੀ ਉੱਚੀ ਨੀਵੀਂ ਜਗ੍ਹਾ ਤੇ ਖੜੀ ਵੀ ਹੋਵੇ, ਤੇਲ ਦਾ ਲੈਵਲ ਠੀਕ ਰਹੇ। ਸੋ ਬੈਫਲ ਪਲੇਟਸ ਦਾ ਕੰਮ ਇਹ ਆ। ਦੂਜਾ ਫਿਲਰ ਨੈਕ ਦਾ ਕੰਮ ਹੁੰਦਾ, ਇਸਦਾ ਕੰਮ ਹੁੰਦਾ ਤੇਲ ਟੈਂਕੀ ਵਿੱਚ ਭਰਨ ਲਈ ਆਉਂਦਾ। ਆਪਾਂ ਫਿਲਿੰਗ ਸਟੇਸ਼ਨ ਤੇ ਜਾਂਦੇ ਆ, ਫਿਲਿੰਗ ਸਟੇਸ਼ਨ ਤੇ ਆਪਾਂ ਕੀ ਕਹਿੰਦੇ ਕਿ ਸਾਡਾ ਡੀਜ਼ਲ ਜਾਂ ਪੈਟਰੋਲ ਫਿਲ ਅਪ ਕਰ ਦੋ, ਉਹ ਕੀ ਕਰਦੇ ਇੱਕ ਨੋਜ਼ਲ ਲੈਂਦੇ ਆ ਜਿੰਨਾ ਉਹ ਸਾਡੀ ਗੱਡੀ ਦੇ ਫਿਊਲ ਟੈਂਕ ਦੇ ਅੰਦਰ ਪਾ ਦਿੰਦੇ ਆ। ਸੋ ਜਿਹੜੀ ਪਾਈਪ ਦੇ ਵਿੱਚ ਪਾਉਂਦੇ ਉਹਨੂੰ ਫਿਲਰ ਨੈਕ ਬੋਲਦੇ ਨੇ। ਇਸਦਾ ਕੰਮ ਤੇਲ ਟੈਂਕੀ ਵਿੱਚ ਭਰਨ ਲਈ ਆਉਂਦਾ। ਜਦੋਂ ਆਪਾਂ ਫਿਲਿੰਗ ਸਟੇਸ਼ਨ ਤੇ ਤੇਲ ਗੱਡੀ ਵਿੱਚ ਭਰਨਾ ਹੁੰਦਾ ਉਦੋਂ ਤੇਲ ਭਰਨ ਵਾਲੀ ਨੋਜ਼ਲ ਇਸ ਵਿੱਚ ਪਾਈ ਜਾਂਦੀ ਆ। ਸੋ ਫਿਲਰ ਕੈਪ, ਸੋ ਇਹਨੂੰ ਕਹਿੰਦੇ ਆ ਦੈਟ ਇਜ਼ ਦਾ ਟੈਂਕੀ ਦਾ ਢੱਕਣ, ਟੈਂਕੀ ਨੂੰ ਪੂਰੀ ਤਰ੍ਹਾਂ ਸੀਲ ਕਰਨ ਲਈ ਵਰਤਿਆ ਜਾਂਦਾ ਫਿਲਰ ਕੈਪ। ਫਿਲਰ ਕੈਪ ਦਾ ਕੰਮ ਕੀ ਜਿਹੜਾ ਤੁਹਾਡਾ ਪੂਰਾ
ਫਿਊਲ ਟੈਂਕ ਨੂੰ ਸੀਲ ਕਰਨ ਵਾਸਤੇ, ਤਾਂ ਜੋ ਤੇਲ ਬਾਹਰ ਨਾ ਨਿਕਲ ਸਕੇ ਜਾਂ ਕੋਈ ਸ਼ਰਾਰਤ ਦੇ ਨਾਲ ਤੁਹਾਡੇ ਤੇਲ ਦੇ ਵਿੱਚ ਕੋਈ, ਕਈ ਵਾਰ ਵੇਖਿਆ ਮੈਂ ਤਾਂ ਆਪਾਂ ਆਪਣੀ ਲਾਈਫ ਦੇ ਵਿੱਚ ਇੱਕ ਪ੍ਰੈਕਟੀਕਲ ਐਗਜ਼ਾਮਪਲ ਦੇਖੀ, ਕਈਆਂ ਨੇ ਸ਼ਰਾਰਤ ਕੀਤੀ ਕਿ ਫਿਊਲ ਦੇ ਵਿੱਚ ਖੰਡ ਮਿਕਸ ਕਰਤੀ। ਕਈ ਬਹੁਤ, ਹਰ ਬੰਦੇ ਦਾ ਆਪਣਾ ਆਪਣਾ ਸੁਭਾਅ ਹੁੰਦਾ। ਕਈ ਸ਼ਰਾਰਤੀ ਅਨਸਰ ਲੋਕ ਵੀ ਹੁੰਦੇ ਨੇ ਆਪਣੇ ਸੋਸ਼ਲ ਸਮਾਜ ਦੇ ਵਿੱਚ। ਉਹ ਕੀ ਕਰਦੇ ਨੇ, ਕਿਸੇ ਦਾ ਨੁਕਸਾਨ ਕਰਨਾ ਹੋਏ ਤਾਂ ਫਿਊਲ ਟੈਂਕ ਦੇ ਵਿੱਚ ਕੁਝ ਵੀ ਪਾ ਸਕਦੇ ਨੇ, ਸਾਰਾ ਜਿਹੜਾ ਇੰਜਨ ਸੀਜ਼ ਹੋ ਸਕਦਾ, ਤੁਹਾਡੀ ਬਿਲਕੁਲ 8-10 ਲੱਖ ਦੀ ਗੱਡੀ ਜਿਹੜੀ ਹੈ ਬਿਲਕੁਲ ਕਬਾਰ ਹੋ ਸਕਦੀ ਹੈ। ਸੋ ਉਹ ਪੁਆਇੰਟ ਆਫ ਫੈਕਟਰ ਆਫ ਸੇਫਟੀ ਦੇ ਨਾਲ ਕਿ ਫਿਊਲ ਟੈਂਕ ਦੇ ਉੱਤੇ ਜਿਹੜਾ ਇੱਕ ਢੱਕਣ ਲੱਗਾ ਹੁੰਦਾ ਡੈਟ ਇਜ਼ ਦਾ, ਉਹ ਇੱਕ ਸੇਫਟੀ ਆ ਫਿਊਲ ਟੈਂਕ ਦੀ, ਕਿ ਬਾਹਰੋਂ ਕੁਝ ਵੀ ਨਾ ਬੰਦਾ ਪਾ ਸਕੇ। ਸੋ ਤੀਜਾ ਡੈਟ ਇਜ਼ ਦਾ ਵੈਂਟ ਹੋਲ, ਵੈਰੀ ਇੰਪੋਰਟੈਂਟ। ਸੋ ਇਹਦੇ ਵਿੱਚ ਫਿਊਲ ਨੈਕ ਕਹਿ ਲਓ ਜਾਂ ਫਿਲਰ ਕੈਪ ਕਹਿ ਲਓ, ਇਹਦੇ ਵਿੱਚ ਇੱਕ ਸੁਰਾਖ ਬਣਾਏ ਹੁੰਦੇ ਆ, ਜਿਹੜਾ ਵਾਤਾਵਰਨ ਦਾ ਜਿਹੜਾ ਦਬਾਅ ਆ ਤੇਲ ਦੇ ਅੰਦਰ ਬਣਿਆ ਰਹੇ। ਜੇ ਵੈਂਟ ਹੋਲ ਤੁਹਾਡੇ ਬੰਦ ਹੋ ਜਾਣ, ਤੁਹਾਡਾ ਫਿਊਲ ਸਪਲਾਈ ਸਿਸਟਮ ਦੇ ਵਿੱਚ ਤੇਲ ਨਹੀਂ ਜਾਊਗਾ। ਸੋ ਵੈਂਟ ਹੋਲ ਕੀ ਹੈ, ਇੱਕ ਤਰ੍ਹਾਂ ਦੇ ਸੁਰਾਖ ਹੁੰਦੇ ਨੇ, ਢੱਕਣ ਦੇ ਵਿੱਚ ਹੋ ਸਕਦੇ ਨੇ, ਫਿਲਰ ਨੈਕ ਦੇ ਵਿੱਚ ਹੋ ਸਕਦੇ ਨੇ। ਸੋ ਜਿਹੜੇ ਸੁਰਾਖ ਹੁੰਦੇ ਨੇ, ਉਹ ਸਾਡਾ ਜਿਹੜਾ ਵਾਯੂਮੰਡਲ ਦੇ ਵਿੱਚ ਹਵਾ ਦਾ ਦਬਾਅ ਆ ਤੇਲ ਤੇ ਬਣਿਆ ਰਹਿੰਦਾ, ਤੇਲ ਤੁਰਿਆ ਰਹਿੰਦਾ। ਉਸ ਤੋਂ ਅੱਗੇ ਕਿਹਾ ਫਿਊਲ ਗੇਜ ਸੈਂਸਿੰਗ ਯੂਨਿਟ ਫਲੋਟ। ਸੋ ਇਹ ਇੱਕ ਤਰ੍ਹਾਂ ਦਾ ਸੈਂਸਰ ਲੱਗਾ ਹੁੰਦਾ ਵਾ ਟੈਂਕੀ ਦੇ ਅੰਦਰ, ਜਿਸ ਤੋਂ ਪਤਾ ਚੱਲਦਾ ਕਿ ਟੈਂਕੀ ਵਿੱਚ ਕਿੰਨਾ ਤੇਲ ਰਹਿ ਗਿਆ। ਇਹ ਗੇਜ ਜਿਹੜੀ ਆ, ਜਿਹੜੀ ਤੁਹਾਨੂੰ ਪਤਾ ਹਰ ਇੱਕ ਦੇ ਗੱਡੀ ਦੇ ਮੋਟਰਸਾਈਕਲ ਤੇ ਕਈਆਂ ਦੀ ਐਨਾਲੌਗ ਗੇਜ ਆਉਂਦੀ ਆ, ਕਈਆਂ ਦੀ ਡਿਜੀਟਲ ਆਉਂਦੀ ਆ। ਸੋ ਗੇਜ ਤੋਂ ਪਤਾ ਚੱਲ ਜਾਂਦਾ ਕਿ ਡੈਸ਼ਬੋਰਡ ਤੇ ਫਿੱਟ ਕੀਤੀ ਹੁੰਦੀ ਗੱਡੀ ਦੇ, ਤੁਹਾਡੇ ਬਿਲਕੁਲ ਤੁਹਾਡੇ ਸਾਹਮਣੇ ਹੁੰਦੀ ਆ। ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਗੱਡੀ ਦਾ ਫਿਊਲ ਲੈਵਲ ਟੈਂਕ 'ਚ ਲੋ ਆ ਜਾਂ ਹਾਈ ਆ ਜਾਂ ਮੀਡੀਅਮ ਆ। ਸੋ ਉਹਦੇ ਮੁਤਾਬਕ ਸਾਨੂੰ ਪਤਾ ਚੱਲ ਜਾਂਦਾ, ਇੱਕ ਸੈਂਸਰ ਲੱਗਾ ਹੁੰਦਾ ਜਿਹੜਾ ਡਿਟੈਕਟ ਕਰਕੇ ਦੱਸ ਦਿੰਦਾ। ਸੋ ਡਰੇਨ ਪਲੱਗ ਆ ਗਿਆ, ਟੈਂਕੀ ਦੇ ਥੱਲੇ ਇੱਕ ਫਿੱਟ ਹੁੰਦਾ ਡਰੇਨ ਪਲੱਗ, ਜਿਸ ਨਾਲ ਤੇਲ ਵਾਲੀ ਟੈਂਕੀ ਸਮੇਂ-ਸਮੇਂ ਅਨੁਸਾਰ ਸਾਫ਼ ਕਰ ਸਕਦੇ ਆ, ਜਾਂ ਇਸ ਰਾਹੀਂ ਟੈਂਕੀ ਅੰਦਰ ਗੰਦਗੀ ਵਾਲੇ ਕਣ ਸਾਫ਼ ਕਰ ਸਕਦੇ। ਮਤਲਬ ਆਪਾਂ ਇੱਕ ਤਾਂ ਡਰੇਨ ਪਲੱਗ ਦਾ ਇਹ ਵੀ ਕੰਮ ਹੁੰਦਾ ਕਿ ਬੜਾ, ਤੁਸੀਂ ਵੀ ਵੇਖਿਆ ਹੋਊਗਾ ਆਪਣੀ ਜ਼ਿੰਦਗੀ ਦੇ ਵਿੱਚ ਕਿ ਕਈ ਫਿਲਿੰਗ ਸਟੇਸ਼ਨ ਤੇ ਜਾਂਦੇ ਆ, ਤਾਂ ਅੱਜ ਕੱਲ੍ਹ ਕਿਉਂਕਿ ਸਵਿਫਟ ਕਾਰ ਸਾਰਿਆਂ ਤੋਂ ਡੀਜ਼ਲ ਆ ਮੋਸਟਲੀ, ਜੇ ਮੋਸਟਲੀ ਗੱਲ ਕਰੀਏ ਤਾਂ ਸਾਰਿਆਂ ਤੋਂ ਡੀਜ਼ਲ ਆ, ਬਟ ਪੈਟਰੋਲ ਗੱਡੀਆਂ ਵੀ ਹੁੰਦੀਆਂ। ਸੋ ਬਾਈ ਚਾਂਸ ਕਈਆਂ ਨੇ ਆਪਣੇ ਫਿਊਲ ਟੈਂਕ ਦੇ ਜਿਹੜਾ ਬਾਹਰ ਢੱਕਣ ਹੁੰਦਾ ਉਹਦੇ ਉੱਤੇ ਲਿਖਿਆ ਨਹੀਂ ਹੁੰਦਾ ਕਿ ਇਹ ਡੀਜ਼ਲ ਗੱਡੀ ਜਾਂ ਪੈਟਰੋਲ ਆ। ਬਾਈ ਚਾਂਸ, ਬਾਈ ਮਿਸਟੇਕ ਜਿਹੜਾ ਫਿਲਿੰਗ ਸਟੇਸ਼ਨ ਤੇ ਜਾਂਦੇ ਆ ਤਾਂ ਬਾਈ ਮਿਸਟੇਕ ਡੀਜ਼ਲ, ਪੈਟਰੋਲ ਗੱਡੀ 'ਚ ਡੀਜ਼ਲ ਪਾ ਦਿੰਦਾ। ਸੋ ਹੁਣ ਉਹ ਕੀ ਫਿਊਲ ਟੈਂਕ ਨੂੰ ਸਾਰਾ ਬਾਹਰ ਕੱਢਣਾ, ਬਿਲਕੁਲ ਇੱਕਦਮ ਸਾਫ਼ ਕਰਨਾ, ਉਹਦੇ ਵਾਸਤੇ ਇੱਕ ਡਰੇਨ ਪਲੱਗ ਲੱਗਾ ਹੁੰਦਾ ਜਿਹਦੇ ਨਾਲ ਆਪਾਂ ਸਾਰਾ ਤੇਲ ਬਾਹਰ ਕੱਢ ਸਕਦੇ ਹਾਂ, ਬਿਲਕੁਲ ਟੋਟਲੀ ਸਾਫ਼ ਕਰ ਸਕਦੇ ਹਾਂ। ਸੋ ਇੱਕ ਫਿਊਲ ਲਾਈਨ ਟਿਊਬ ਹੁੰਦੀ ਆ, ਇਹ ਟੈਂਕੀ ਦੇ ਅੰਦਰ ਫਿੱਟ ਹੁੰਦੀ ਆ। ਇਹਦਾ ਇੱਕ ਸਿਰਾ ਜਿਹੜਾ ਹੁੰਦਾ ਜਿਸ ਰਾਹੀਂ ਤੇਲ ਅੰਦਰ ਦਾਖਲ ਹੋਣਾ ਹੁੰਦਾ, ਟੈਂਕੀ ਦੇ ਬਿਲਕੁਲ ਥੱਲੇ ਤੋਂ, ਟੈਂਕੀ ਦਾ ਜਿਹੜਾ ਬੋਟਮ ਹੁੰਦਾ, ਟੈਂਕੀ ਦਾ ਜਿਹੜਾ ਬਿਲਕੁਲ ਥੱਲਾ ਹੁੰਦਾ, ਉਹ ਤੋਂ 1.5 ਇੰਚ ਉੱਪਰ ਹੁੰਦੀ ਆ ਫਿਊਲ ਲਾਈਨ ਟਿਊਬ, ਜਿਹਦੇ ਤਾਂ 1.5 ਇੰਚ ਤਾਂ ਉੱਪਰ ਹੁੰਦੀ ਆ ਕਿ ਪਾਣੀ ਅੰਦਰ ਦਾਖਲ ਨਾ ਹੋ ਸਕੇ। ਜੇ ਬਾਈ ਚਾਂਸ ਉਹਦੇ ਵਿੱਚ ਪਾਣੀ ਆ ਜਾਂ ਕੁਛ ਆ, ਮਤਲਬ ਕਿ ਇਹ ਬਿਲਕੁਲ ਟੈਂਕੀ ਦੇ ਬਾਟਮ ਤੋਂ 1.5 ਇੰਚ ਉੱਪਰ ਹੁੰਦੀ ਆ। ਅੱਗੇ ਫਿਊਲ ਫੀਡ ਪੰਪ ਪੜਨ ਲੱਗੇ, ਸਭ ਤੋਂ ਮੇਨ ਫਿਊਲ ਟੈਂਕ ਪੜ ਲਿਆ। ਹੁਣ ਫਿਊਲ ਟੈਂਕ ਤੋਂ ਤੇਲ ਕਿੱਧਰ ਜਾਣਾ, ਆਪਣਾ ਫਿਊਲ ਪੰਪ, ਫੀਡ ਪੰਪ। ਸੋ ਇਸ ਦਾ ਮੁੱਖ ਕੰਮ ਤੇਲ ਨੂੰ ਟੈਂਕੀ ਤੋਂ, ਇਹ ਕੀ ਕਰਦਾ, ਤੇਲ ਨੂੰ ਟੈਂਕੀ ਤੋਂ ਫਿਲਟਰ ਤੱਕ ਪਹੁੰਚਾਉਂਦਾ। ਕਹਿਣ ਦਾ ਭਾਵ ਕਿ ਫਿਊਲ ਟੈਂਕ ਤੇ ਫਿਲਟਰ ਦਾ ਦੋਵਾਂ ਦਾ ਆਪਸ ਦੇ ਵਿੱਚ ਵਿਚੋਲਾ ਕੀ ਆ, ਫਿਊਲ ਫੀਡ ਪੰਪ, ਜਿਹੜਾ ਟੈਂਕੀ ਔਰ ਫਿਊਲ ਫਿਲਟਰ ਦੇ ਵਿਚਕਾਰ ਲੱਗਾ ਹੁੰਦਾ। ਇਹ ਡੀਜ਼ਲ ਗੱਡੀਆਂ ਵਿੱਚ ਵਰਤਿਆ ਜਾਂਦਾ ਵਾ। ਸੋ ਜੇ ਤੁਸੀਂ, ਤੁਹਾਡੀ ਸਕਰੀਨ ਤੇ ਇੱਕ ਫੋਟੋ ਸ਼ੋ ਹੋ ਰਹੀ, ਡਾਇਗਰਾਮ ਸ਼ੋ ਹੋ ਰਿਹਾ ਹੋਣਾ ਜਿਹੜੀ ਦਾ ਫਿਊਲ ਫੀਡ ਪੰਪ, ਪ੍ਰੈਕਟੀਕਲ ਫੋਟੋ ਹੈਗੀ ਆ, ਜੇ ਸਾਰੇ ਬੱਚੇ ਦੇਖ ਸਕਦੇ ਆ। ਸੋ ਇਸ ਦਾ ਮੁੱਖ ਕੰਮ ਇਹੀ ਹੁੰਦਾ ਕਿ ਤੇਲ ਨੂੰ ਟੈਂਕੀ ਤੋਂ ਫਿਲਟਰ ਤੱਕ ਪਹੁੰਚਾਉਣਾ। ਇਹ ਡੀਜ਼ਲ ਗੱਡੀ ਵਿੱਚ ਵਰਤਿਆ ਜਾਂਦਾ ਫਿਊਲ ਟੈਂਕ, ਦੈਟ ਇਜ਼ ਅ ਫਿਊਲ ਫੀਡ ਪੰਪ। ਸੋ ਫਿਊਲ ਫੀਡ ਪੰਪ ਫਿੱਟ ਕਿੱਥੇ ਹੁੰਦਾ? ਦੂਜਾ ਕੁਐਸਚਨ ਆ ਗਿਆ ਕਿ ਆਪਾਂ ਫਿਊਲ ਫੀਡ ਪੰਪ ਫਿੱਟ ਕਿੱਥੇ ਹੁੰਦਾ। ਸੋ ਫਿਊਲ ਫੀਡ ਪੰਪ ਜਿਹੜਾ ਵਾ, ਇਹ ਤੁਹਾਡਾ ਫਿਊਲ ਇੱਕ ਗੱਡੀ ਦੇ ਵਿੱਚ, ਡੀਜ਼ਲ ਗੱਡੀ ਦੇ ਵਿੱਚ, ਆਪਾਂ ਸਾਰੇ ਡੀਜ਼ਲ ਇੰਜਨ ਦੀ ਗੱਲ ਕਰ ਰਹੇ ਹਾਂ, ਪੈਟਰੋਲ ਇੰਜਨ ਦੀ ਨਹੀਂ। ਸੋ ਡੀਜ਼ਲ ਇੰਜਨ ਦੇ ਵਿੱਚ ਇੱਕ ਫਿਊਲ ਇੰਜੈਕਸ਼ਨ ਪੰਪ ਹੁੰਦਾ, ਉਹਦੇ ਉੱਤੇ ਫਿੱਟ ਕੀਤਾ ਹੁੰਦਾ। ਸੋ ਜਿਹੜਾ ਤੁਹਾਨੂੰ ਸਿਲਵਰ ਕਲਰ ਦਾ ਲੱਭ ਰਿਹਾ ਡੈਡੀ ਦਾ, ਇਹਨੂੰ ਕਹਿੰਦੇ ਫਿਊਲ ਇੰਜੈਕਸ਼ਨ ਪੰਪ। ਸੋ ਉਹਦੇ ਉੱਤੇ ਜਿਹੜਾ ਬਲੈਕ ਕਲਰ ਦਾ ਫਿੱਟ ਕੀਤਾ ਹੋਇਆ ਦੈਟ ਇਜ਼ ਦਾ ਫਿਊਲ ਫੀਡ ਪੰਪ, ਜਿਹਦੇ ਬਾਰੇ ਆਪਾਂ ਪੜ੍ਹਨਾ। ਸੋ ਫਿਊਲ ਇੰਜੈਕਸ਼ਨ ਪੰਪ ਦੇ ਉੱਤੇ ਫਿੱਟ ਕੀਤਾ ਹੁੰਦਾ ਫਿਊਲ ਫੀਡ ਪੰਪ। ਸੋ ਇਹ ਤੇਲ ਵਾਲੀ ਟੈਂਕੀ ਤੇ ਫਿਊਲ ਫਿਲਟਰ ਦੇ ਵਿਚਕਾਰ ਲੱਗਾ ਹੁੰਦਾ ਹੈ। ਕਿੱਥੇ ਲੱਗਾ ਹੁੰਦਾ? ਇੱਕ ਫਿਊਲ ਟੈਂਕ, ਤੇਲ ਵਾਲੀ ਟੈਂਕੀ ਜਿਹਨੂੰ ਬੋਲ ਦਿੰਦੇ, ਇੱਕ ਫਿਊਲ ਫਿਲਟਰ, ਦੋਵਾਂ ਦੇ ਵਿਚਕਾਰ ਕੀ ਲੱਗਾ ਹੁੰਦਾ? ਫਿਊਲ ਫੀਡ ਪੰਪ। ਸੋ ਦੂਜਾ ਇਹ ਫਿੱਟ ਕਿਹਦੀ ਕੀਤਾ ਹੁੰਦਾ ਵਾ? ਫਿਊਲ ਇੰਜੈਕਸ਼ਨ ਪੰਪ ਦੇ ਉੱਤੇ ਫਿੱਟ ਕੀਤਾ ਹੁੰਦਾ। ਸੋ ਅਗਲਾ ਦਿਮਾਗ ਦੇ ਵਿੱਚ ਕੁਐਸਚਨਸ ਆ ਜਾਂਦਾ ਵਾ ਹਰ ਇੱਕ ਦੇ ਕਿ ਚੱਲਦਾ ਕਿੱਦਾਂ, ਇਹਦਾ ਡਰਾਈਵ ਮੈਥਡ ਕੀ ਆ, ਕਿ ਕਿਸ ਤਰੀਕੇ ਦੇ ਨਾਲ ਚੱਲਦਾ। ਸੋ ਇਹਨੂੰ ਚਲਾਉਣ ਵਾਸਤੇ ਫਿਊਲ ਇੰਜੈਕਸ਼ਨ ਪੰਪ ਜਿਹੜਾ ਡੀਜ਼ਲ ਗੱਡੀ 'ਚ ਲੱਗਾ ਹੁੰਦਾ, ਉਹਦੀ ਇੱਕ ਕੇਮ ਸ਼ਾਫਟ ਹੁੰਦੀ ਆ, ਉਸ ਕੇਮ ਸ਼ਾਫਟ ਨਾਲ ਚੱਲਦਾ। ਤੁਹਾਨੂੰ ਦੱਸਿਆ ਕਿ ਆ ਫਿਊਲ ਇੰਜੈਕਸ਼ਨ ਪੰਪ ਦੇ ਵੇਖੋ
ਆਹ ਡਾਇਗਰਾਮ ਤੁਹਾਡੀ ਸਕਰੀਨ ਤੇ ਸ਼ੋ ਹੁੰਦਾ ਹੋਣਾ। ਇਹਦੇ ਵਿੱਚ ਵੇਖੋ ਕਿ ਫਿਊਲ ਇੰਜੈਕਸ਼ਨ ਪੰਪ ਦੇ ਨਾਲ ਇੰਜੈਕਟਰਸ ਵੀ ਇਹਦੇ ਨਾਲ ਲੱਗੇ ਹੁੰਦੇ ਨੇ, ਗਵਰਨਰ ਅਟੈਚ ਹੁੰਦਾ ਇਹਦੇ ਨਾਲ ਆਪਣਾ ਫਿਊਲ ਫੀਡ ਪੰਪ ਵੀ ਲੱਗਾ ਹੁੰਦਾ ਤੇ ਇੱਕ ਕੇਮ ਸ਼ਾਫਟ ਹੁੰਦੀ ਆ। ਫਿਊਲ ਇੰਜੈਕਸ਼ਨ ਪੰਪ ਦੀ ਜਿਹੜੀ ਕੇਮ ਸ਼ਾਫਟ ਹੁੰਦੀ ਆ ਉਹਦੇ ਨਾਲ ਚੱਲਦਾ ਫਿਊਲ ਫੀਡ ਪੰਪ। ਕਿਉਂਕਿ ਇਹ ਸਿਖਿਆਰਥੀਓ ਸਾਰੇ ਨੋਟ ਕਰ ਲਿਓ ਕਿ ਕਈ ਬਹੁਤ ਵਾਰ ਹਰ ਵਾਰ ਤੁਹਾਡਾ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਕਿ ਫਿਊਲ ਫੀਡ ਪੰਪ ਚੱਲਦਾ ਕਿੱਦਾਂ, ਇਹਨੂੰ ਡਰਾਈਵ ਕੌਣ ਕਰਦਾ। ਸੋ ਫਿਊਲ ਫੀਡ ਪੰਪ ਫਿਊਲ ਇੰਜੈਕਸ਼ਨ ਪੰਪ ਦੀ ਕੇਮ ਸ਼ਾਫਟ ਦੇ ਨਾਲ ਡਰਾਈਵ ਹੁੰਦਾ। ਇਹ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ, ਹਰ ਵਾਰ ਐਗਜ਼ਾਮ 'ਚ ਹੁੰਦਾ। ਸੋ ਉਸ ਤੋਂ ਅੱਗੇ ਡੈਟ ਇਜ਼ ਦਾ ਫਿਊਲ ਫੀਡ ਪੰਪ ਦੇ ਵੱਖ-ਵੱਖ ਪੁਰਜਿਆਂ ਦੇ ਨਾਮ ਕੀ ਨੇ। ਜੇ ਆਪਾਂ ਇਹਦੀ ਅਸੈਂਬਲੀ ਨੂੰ ਬਿਲਕੁਲ ਡਿਸਮੈਂਟਲ ਕਰੀਏ, ਇਹਨੂੰ ਖੋਲ ਦਈਏ ਤਾਂ ਸਾਨੂੰ ਇਹਦੇ ਸਾਰੇ ਵੱਖਰੇ ਵੱਖਰੇ ਪਾਰਟਸ ਪਤਾ ਹੋਣੇ ਚਾਹੀਦੇ ਆ। ਸੋ ਇਹਦੇ ਵਿੱਚ ਵੇਖੋ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ ਆਪਣੇ। ਇਹਦੇ ਵਿੱਚ ਇੱਕ ਨੰਬਰ ਤੇ ਜਿਹੜਾ ਪਾਰਟ ਕਹਿੰਦੇ ਉਹਨੂੰ ਫਿਊਲ ਫੀਡ ਅਸੈਂਬਲੀ ਕਹਿੰਦੇ ਆ। 2 ਨੰਬਰ ਤੇ ਸਕਰੂ ਪਲੱਗ ਲੱਗਾ ਹੁੰਦਾ। ਸੋ 3 ਨੰਬਰ ਤੇ ਗੈਸ ਕਿੱਟ ਹੁੰਦੀ ਆ। 4 ਨੰਬਰ ਤੇ ਇਹਦੇ ਵਿੱਚ ਰਿਟਰਨ ਸਪਰਿੰਗ ਹੁੰਦਾ ਵਾ। 5 ਨੰਬਰ ਤੇ ਪਲੰਜਰ। 6 ਨੰਬਰ ਤੇ ਸਪਿੰਡਲ। 7 ਨੰਬਰ ਤੇ ਸਨੈਪ ਰਿੰਗ। 8 ਤੇ ਰੋਲਰ। 9 ਨੰਬਰ ਰੋਲਰ ਪਿਨ। 10ਵਾਂ ਸਲਾਈਡਰ। 11ਵਾਂ ਟੈਪਟ। 12ਵਾਂ ਹੈਂਡ ਪ੍ਰਾਈਮਿੰਗ ਪੰਪ ਲੱਗਾ ਹੁੰਦਾ ਇਹਦੇ ਉੱਤੇ। 13ਵਾਂ ਸਕਰੂ। 14ਵਾਂ ਕਲੈਂਪ ਨਟ। 15ਵਾਂ ਕਲਿੱਪ। 16ਵਾਂ ਸਪਰਿੰਗ। ਫਿਲਟਰ ਹਾਊਸਿੰਗ, ਫਿਲਟਰ ਸਪਰਿੰਗ, ਗੈਸ ਕਿੱਟ, ਸਕਰੂ ਪਲੱਗ, ਸਪਰਿੰਗ ਐਂਡ ਵਾਲਵ। ਸੋ ਆ ਜਿਹੜੀ ਡਾਇਗਰਾਮ ਤੁਹਾਨੂੰ ਸ਼ੋਅ ਕਰ ਰਿਹਾ ਇਹਦੇ ਪਾਰਟਸ ਦੱਸੇ ਹੋਏ ਨੇ ਕਿਹੜੇ ਕਿਹੜੇ ਆ। ਸੋ ਜਿਹੜਾ 12 ਨੰਬਰ ਪਾਰਟ ਆ ਦੈਟ ਇਜ਼ ਦਾ ਹੈਂਡ ਪ੍ਰਾਈਮਿੰਗ ਪੰਪ। ਇਹ ਫਿਊਲ ਫੀਡ ਪੰਪ ਦੇ ਉੱਤੇ ਇੱਕ ਹੈਂਡ ਪ੍ਰਾਈਮਿੰਗ ਪੰਪ ਲੱਗਾ ਹੁੰਦਾ ਜਿਹਦੇ ਨਾਲ ਆਪਾਂ ਬਲੀਡਿੰਗ ਕਰਦੇ ਹਾਂ। ਆਪਾਂ ਬਾਅਦ ਚ ਪੜ੍ਹਦੇ ਡਿਟੇਲ ਚ ਬਲੀਡਿੰਗ ਕਿਹਨੂੰ ਕਹਿੰਦੇ ਨੇ। ਸੋ ਇਹਦੇ ਵਿੱਚ ਇੱਕ ਥੱਲੇ ਵੇਖੋ 18 ਨੰਬਰ ਦੇਖੋਗੇ ਡਾਇਗਰਾਮ ਦੇ ਵਿੱਚ ਦੈਟ ਇਜ਼ ਦਾ ਇਹਨੂੰ ਫਿਊਲ ਫਿਲਟਰ। ਇਹਦੇ ਵਿੱਚ ਛੋਟਾ ਜਿਹਾ ਫਿਲਟਰ ਵੀ ਲੱਗਾ ਹੁੰਦਾ ਤੇਲ ਨੂੰ ਮਤਲਬ ਇਹਦੇ ਵਿੱਚੋਂ ਗੰਦਗੀ ਨੂੰ ਬਾਹਰ ਕੱਢਣ ਵਾਸਤੇ। ਇੱਕ ਇਹਦੇ ਜੇ ਖੱਬੇ ਪਾਸੇ ਤੇ ਸੱਜੇ ਪਾਸੇ ਦੀ ਗੱਲ ਕਰੀਏ ਤਾਂ ਇੱਕ ਇਹਦਾ ਇਨਲੈਟ ਪੁਆਇੰਟ ਹੁੰਦਾ, ਇੱਕ ਇਹਦਾ ਡੈਡੀ ਦਾ ਆਊਟਲੈਟ ਪੁਆਇੰਟ ਹੁੰਦਾ। ਇੱਕ ਹੁੰਦਾ ਕਿ ਜਿਹੜਾ ਇੱਕ ਇਹਨੂੰ ਪਾਈਪ ਲੱਗਣੀ ਹੈ ਜਿਹੜੀ ਫਿਊਲ ਟੈਂਕ ਤੋਂ ਪਾਈਪ ਲੱਗ ਜਾਣੀ ਹੈ ਇਨਲੈਟ ਵਾਲਾ ਪਾਸਾ। ਜਦੋਂ ਫਿਊਲ ਟੈਂਕ ਚੋਂ ਤੇਲ ਘੁੰਮੂਗਾ ਫਿਊਲ ਫੀਡ ਪੰਪ ਚੋਂ ਜਿਹੜਾ ਉਹਦਾ ਆਊਟਲੈਟ ਆ ਜਿੱਧਰੋਂ ਤੇਲ ਬਾਹਰ ਜਾਣਾ ਉਹ ਪਾਈਪ ਜਾਣੀ ਆ ਫਿਊਲ ਫਿਲਟਰਾਂ ਨੂੰ। ਸੋ ਇਹਦੇ ਪਾਰਟਸ ਨੇ। ਸੋ ਆਹ ਵੇਖੋ ਡਾਇਗਰਾਮ ਦੇ ਵਿੱਚ ਬੜਾ ਈਜ਼ੀਲੀ ਤੁਹਾਨੂੰ ਸ਼ੋ ਹੋਊਗਾ। ਇੱਕ ਡਾਇਗਰਾਮ ਤੁਹਾਨੂੰ ਦੱਸਿਆ ਕਿ ਆਪਣਾ ਇੱਕ ਫਿਊਲ ਟੈਂਕ ਲੱਗਾ ਹੋਇਆ। ਫਿਊਲ ਟੈਂਕ ਤੋਂ ਇੱਕ ਬਲੈਕ ਕਲਰ ਦੀ ਰਬੜ ਦੀ ਪਾਈਪ ਆ ਰਹੀ ਆ। ਜਿਹੜਾ ਇੱਕ ਫਿਲਟਰ ਹੈਗਾ ਨਾ ਕੱਚ ਦਾ ਜਿਹਦੇ ਵਿੱਚ ਤੁਹਾਨੂੰ ਡੀਜ਼ਲ ਲੱਭ ਰਿਹਾ। ਸੋ ਇਹ ਕੱਚ ਦੇ ਫਿਲਟਰ ਜਾਂ ਪਲਾਸਟਿਕ ਦਾ ਫਿਲਟਰ ਹੁੰਦਾ। ਇਹਨੂੰ ਕਹਿੰਦੇ ਆ ਫਿਊਲ ਵਾਟਰ ਸੈਪਰੇਟਰ ਫਿਲਟਰ। ਇਹ ਕੀ ਕਰਦਾ ਜਿਹੜਾ ਟੈਂਕੀ 'ਚ ਤੇਲ ਹੁੰਦਾ ਉਹਦੇ ਵਿੱਚੋਂ ਪਾਣੀ ਨੂੰ ਵੱਖਰਾ ਕਰ ਦਿੰਦਾ। ਫਿਊਲ ਵਾਟਰ ਸੈਪਰੇਟਰ ਪਾਣੀ ਵੱਖਰਾ ਕਰ ਦਿੰਦਾ। ਸੋ ਜਦੋਂ ਤੇਲ ਦੇ ਵਿੱਚੋਂ ਪਾਣੀ ਵੱਖਰਾ ਹੋ ਗਿਆ ਤਾਂ ਤੇਲ ਜਿਹੜਾ ਬਿਲਕੁਲ ਤੁਹਾਡੀ ਕੋਪਰ ਦੀ ਪਾਈਪ ਥੱਲੇ ਵਾਲੇ ਡਾਇਗਰਾਮ 'ਚ ਤੁਹਾਨੂੰ ਇੱਕ ਕੋਪਰ ਦੀ ਪਾਈਪ ਲੱਭ ਰਹੀ ਹੋਊਗੀ। ਉਹ ਕੋਪਰ ਦੀ ਪਾਈਪ ਕਿੱਥੇ ਕਨੈਕਟ ਕੀਤੀ ਹੈ ਫਿਊਲ ਫੀਡ ਪੰਪ ਦੇ ਵਿੱਚ। ਸੋ ਜਦੋਂ ਫਿਲਟਰ ਵਾਟਰ ਸੈਪਰੇਟਰ ਦੇ ਵਿੱਚੋਂ ਤੇਲ ਜਾਊਗਾ ਫਿਊਲ ਫੀਡ ਪੰਪ ਦੇ ਵਿੱਚ। ਸੋ ਫਿਊਲ ਫੀਡ ਪੰਪ ਤੋਂ ਤੇਲ ਕਿਹਦੇ ਵਿੱਚ ਜਾਊਗਾ ਜਿਹੜੇ ਦੋ ਤੁਹਾਡੇ ਫਿਲਟਰ ਲੱਗੇ ਹੋਏ ਪ੍ਰਾਇਮਰੀ ਇੱਕ ਸੈਕੰਡਰੀ ਉਹਨਾਂ ਵਿੱਚ ਜਾਊਗਾ। ਸੋ ਪ੍ਰਾਇਮਰੀ ਫਿਲਟਰ ਤੋਂ ਪਾਸ ਹੋ ਕੇ ਸੈਕੰਡਰੀ 'ਚ, ਸੈਕੰਡਰੀ ਤੋਂ ਪਾਸ ਹੋ ਕੇ ਕਿੱਧਰ ਜਾਊਗਾ ਫਿਊਲ ਇੰਜੈਕਸ਼ਨ ਪੰਪ ਦੇ ਵਿੱਚ। ਸੋ ਫਿਊਲ ਇੰਜੈਕਸ਼ਨ ਪੰਪ ਤੋਂ ਤੇਲ ਕਿੱਥੇ ਜਾਊਗਾ ਇੰਜੈਕਟਰਾਂ ਤੱਕ। ਸੋ ਆਪਾਂ ਹਜੇ ਗੱਲ ਕਰ ਰਹੇ ਹਾਂ ਫਿਊਲ ਫੀਡ ਪੰਪ ਦੀ। ਸੋ ਫਿਊਲ ਫੀਡ ਪੰਪ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਫਿਊਲ ਪਾਈਪਾਂ ਦੀ। ਫਿਊਲ ਪਾਈਪਾਂ 3 ਤਰ੍ਹਾਂ ਦੀਆਂ ਹੁੰਦੀਆਂ ਵਾ। ਇੱਕ ਸਕਸ਼ਨ ਪਾਈਪ ਹੁੰਦੀ ਹੈ, ਇੱਕ ਹਾਈ ਪ੍ਰੈਸ਼ਰ ਪਾਈਪ ਹੁੰਦੀ ਹੈ, ਇੱਕ ਓਵਰਫਲੋ ਪਾਈਪ ਹੁੰਦੀ ਆ। ਸੋ ਸਕਸ਼ਨ ਪਾਈਪ ਹੁੰਦੀ ਆ ਜਿਹੜੀ ਪਾਈਪ ਤੇਲ ਟੈਂਕੀ ਤੋਂ ਫਿਊਲ ਫੀਡ ਪੰਪ ਤੱਕ ਲੱਗੀ ਹੁੰਦੀ ਆ। ਜਿਹੜੀ ਪਾਈਪ ਤੇਲ ਵਾਲੀ ਟੈਂਕੀ ਤੋਂ ਲੈ ਕੇ ਫਿਊਲ ਫੀਡ ਪੰਪ ਤੱਕ ਲੱਗੀ ਹੁੰਦੀ ਆ ਉਹਨੂੰ ਸਕਸ਼ਨ ਪਾਈਪ ਕਹਿੰਦੇ ਨੇ। ਲੋ ਪ੍ਰੈਸ਼ਰ ਪਾਈਪ, ਉਹ 'ਚ ਜ਼ਿਆਦਾ ਇੰਨਾ ਪ੍ਰੈਸ਼ਰ ਨਹੀਂ ਹੁੰਦਾ। ਹਾਈ ਪ੍ਰੈਸ਼ਰ ਪਾਈਪ ਹੁੰਦੀ ਹੈ ਜਿਹੜੀ ਪਾਈਪ ਫਿਊਲ ਇੰਜੈਕਸ਼ਨ ਪੰਪ ਤੋਂ ਇੰਜੈਕਟਰਾਂ ਜਾਂ ਨੋਜ਼ਲਾਂ ਤੱਕ ਲੱਗੀ ਹੁੰਦੀ ਆ। ਜਿਹੜੀ ਪਾਈਪ ਤੁਹਾਡੀ ਆ ਫਿਊਲ ਇੰਜੈਕਸ਼ਨ ਪੰਪ ਤੋਂ ਲੈ ਕੇ ਇੰਜੈਕਟਰਾਂ ਤੱਕ ਲੱਗੀ ਹੁੰਦੀ ਆ ਉਹਨੂੰ ਕਹਿੰਦੇ ਹਾਈ ਪ੍ਰੈਸ਼ਰ ਪਾਈਪ। ਤੀਜੀ ਹੁੰਦੀ ਆ ਓਵਰਫਲੋ ਪਾਈਪ। ਓਵਰਫਲੋ ਪਾਈਪ ਹੁੰਦੀ ਆ ਜਿਸ ਪਾਈਪ ਰਾਹੀਂ ਫਿਊਲ ਫਿਲਟਰ ਤੋਂ ਇੰਜੈਕਟਰਾਂ ਤੋਂ ਤੇਲ ਵਾਪਸ ਟੈਂਕੀ ਨੂੰ ਆਉਂਦਾ। ਠੀਕ ਆ, ਸਾਰੇ ਸਿਖਿਆਰਥੀ ਧਿਆਨ ਨਾਲ ਸੁਣਿਓ ਕਿ ਓਵਰਫਲੋ ਪਾਈਪ ਉਹਨੂੰ ਕਹਿੰਦੇ ਆ ਜਿਸ ਪਾਈਪ ਰਾਹੀਂ ਫਿਊਲ ਫਿਲਟਰ ਤੋਂ ਇੰਜੈਕਟਰ ਤੱਕ, ਫਿਊਲ ਫਿਲਟਰ ਤੋਂ ਲੈ ਲਓ ਇੱਕ ਪਾਈਪ ਹੁੰਦੀ ਆ, ਇੱਕ ਇੰਜੈਕਟਰਾਂ ਤੋਂ ਪਾਈਪ ਹੁੰਦੀ ਓਵਰਫਲੋ ਪਾਈਪ। ਸੋ ਇਹ ਕੀ ਆ ਵਾਧੂ ਤੇਲ ਜਿਹੜਾ ਵਾ ਟੈਂਕੀ 'ਚ ਫਿਰ ਵਾਪਸ ਆ ਜਾਂਦਾ। ਸੋ ਉਹਨੂੰ ਕਹਿੰਦੇ ਓਵਰਫਲੋ ਪਾਈਪ। ਜਿੱਦਾਂ ਤੁਹਾਡੇ ਘਰਾਂ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਲੱਗੀਆਂ ਹੁੰਦੀਆਂ ਨਾ ਇਹਦੇ ਉੱਤੇ ਟੌਪ ਤੇ ਇੱਕ ਟੈਂਕੀ ਦੀ ਓਵਰਫਲੋ ਪਾਈਪ ਹੁੰਦੀ ਆ। ਜੇ ਬਾਈ ਚਾਂਸ ਜੇ ਤੁਹਾਨੂੰ ਕਈ ਵਾਰ ਹੁੰਦਾ, ਮੈਂ ਤਾਂ ਦੇਖਿਆ ਹੋਇਆ, ਤੁਸੀਂ ਵੀ ਸਾਰਿਆਂ ਨੂੰ ਦੇਖਿਆ ਹੋਊਗਾ ਆਪਣੇ
ਸੋਸ਼ਲ ਆਪਣੀ ਲਾਈਫ ਦੇ ਵਿੱਚ ਕਿ ਜਦੋਂ ਘਰ ਦੀ ਟੈਂਕੀ ਭਰ ਜਾਂਦੀ ਹੈ, ਅੱਜ ਕੱਲ੍ਹ ਤਾਂ ਅਲਾਰਮ ਸਿਸਟਮ ਆ ਗਿਆ ਨਾ ਕਿ ਟੈਂਕੀ ਦਾ ਅਲਾਰਮ ਵੱਜ ਜਾਂਦਾ ਕਿ ਟੈਂਕੀ ਤੁਹਾਡੀ ਫਿਲ ਹੋ ਗਈ। ਕਈ ਵਾਰ ਪਹਿਲਾਂ ਅਲਾਰਮ ਨਹੀਂ ਸੀ ਹੈਗੇ, ਸੋ ਉਹ ਕੀ ਕਰਦਾ ਹੈ ਕਿ ਫਲੋ ਜਿਹੜੀ ਓਵਰਫਲੋ ਪਾਈਪ ਹੈ ਉਹਦੇ ਨਾਲ ਜਦੋਂ ਪਾਣੀ ਥੱਲੇ ਆਉਂਦਾ ਸੀ ਸਾਨੂੰ ਪਤਾ ਲੱਗ ਜਾਂਦਾ ਕਿ ਪਾਣੀ ਟੈਂਕੀ ਭਰ ਗਈ ਆ। ਹੁਣ ਵੀ ਹਰ ਘਰ ਦੇ ਵਿੱਚ ਤਾਂ ਅਲਾਰਮ ਨਹੀਂ ਹੈਗਾ, ਇੱਕ ਓਵਰਫਲੋ ਪਾਈਪ ਹੁੰਦੀ ਹੈ, ਪਤਾ ਲੱਗ ਜਾਂਦਾ ਟੈਂਕੀ ਦਾ ਜਦੋਂ ਪਾਣੀ ਥੱਲੇ ਆਉਣ ਲੱਗ ਪੈਂਦਾ, ਜਦੋਂ ਭਰ ਜਾਂਦੀ ਬਿਲਕੁਲ। ਸੋ ਇਦਾਂ ਹੀ ਤੁਹਾਡਾ ਜਿਹੜਾ ਫਿਊਲ ਫਿਲਟਰ ਦੇ ਵਿੱਚ ਤੇ ਇੰਜੈਕਟਰਾਂ ਦੇ ਵਿੱਚ ਤੇ ਫਿਊਲ ਇੰਜੈਕਸ਼ਨ ਪੰਪ ਦੇ ਵਿੱਚ ਇੱਕ ਓਵਰਫਲੋ ਪਾਈਪ ਹੁੰਦੀ ਹੈ ਜਿਹਦੇ ਰਾਹੀਂ ਤੇਲ ਦੁਬਾਰਾ ਵਾਪਸ ਟੈਂਕੀ ਵਿੱਚ ਆ ਜਾਂਦਾ। ਸੋ 3 ਤਰ੍ਹਾਂ ਦੀਆਂ ਪਾਈਪਾਂ ਵਾ, ਸਕਸ਼ਨ ਪਾਈਪ, ਹਾਈ ਪ੍ਰੈਸ਼ਰ ਪਾਈਪ ਤੇ ਓਵਰਫਲੋ ਪਾਈਪ। ਸੋ ਉਸ ਤੋਂ ਅੱਗੇ ਆਪਾਂ ਪੜ੍ਹਨਾ ਫਿਊਲ ਫੀਡ ਪੰਪ ਦੀ ਵਰਕਿੰਗ, ਮਤਲਬ ਵਰਕ ਕਿੱਦਾਂ ਕਰਦਾ। ਫਿਊਲ ਫੀਡ ਪੰਪ ਤੇ ਵੇਖੋ ਕਿ ਮੈਂ ਇਸ ਦੀ ਵਰਕਿੰਗ ਸਮਝਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਪ੍ਰੈਕਟੀਕਲੀ ਇੱਕ ਐਗਜ਼ਾਮਪਲ ਲੈਣਾ ਚਾਹੁੰਦਾ। ਤੁਸੀਂ ਸਾਰੇ ਮੈਡੀਕਲ ਲਾਈਨ 'ਚ ਡਾਕਟਰਾਂ ਤੋਂ ਇੱਕ ਸਿਰਿੰਜ ਦੇਖੀ ਹੋਊਗੀ ਸਾਰਿਆਂ ਨੇ। ਸੋ ਸਿਰਿੰਜ ਕੀ ਹੁੰਦਾ, ਇੱਕ ਬੈਰਲ ਹੁੰਦਾ, ਬਾਹਰਲੀ ਬੋਡੀ ਜਿਹੜੀ ਸਿਰਿੰਜ ਦੀ ਆ। ਸਿਰਿੰਜ 'ਚ ਡਾਕਟਰ ਕੀ ਕਰਦੇ, ਜਿਹੜਾ ਇੰਜੈਕਸ਼ਨ ਆ ਇੱਕ ਲਿਕੁਇਡ ਲੈਂਦੇ ਆ, ਉਸ ਇੱਕ ਪਲੰਜਰ ਨੂੰ ਖਿੱਚਦੇ ਆ। ਜਿਹੜੀ ਚੀਜ਼ ਨੂੰ ਖਿੱਚਦੇ, ਟੀਕੇ ਦੇ ਵਿੱਚੋਂ ਜਿਹੜਾ ਪਾਰਟ ਨੂੰ ਖਿੱਚਦੇ ਉਹਨੂੰ ਪਲੰਜਰ ਕਹਿੰਦੇ ਆ। ਜਿਹਦੇ ਵਿੱਚ ਤੇਲ ਜਾਂ ਜਿਹਦੇ ਵਿੱਚ ਦਵਾਈ ਭਰਦੇ ਆ ਲਿਕੁਇਡ ਫਾਰਮ 'ਚ, ਉਹਨੂੰ ਕੀ ਕਹਿੰਦੇ ਆ, ਬੈਰਲ। ਸੋ ਇੱਕ ਬੈਰਲ ਹੁੰਦਾ, ਇੱਕ ਪਲੰਜਰ ਹੁੰਦਾ। ਪਲੰਜਰ ਕੀ ਇੱਕ ਤਰ੍ਹਾਂ ਦਾ ਪਿਸਟਨ ਦਾ ਟਾਈਪ ਹੀ ਆ। ਸੋ ਇਦਾਂ ਹੀ ਫੀਡ ਪੰਪ ਦੇ ਵਿੱਚ ਜਿੱਦਾਂ ਤੁਹਾਡਾ ਸਿਲੰਡਰ ਹੁੰਦਾ, ਇਹਦੇ ਦੋ ਵਾਲ, ਇੱਕ ਇਨਲੈਟ ਵਾਲਵ ਲੱਗਾ ਹੁੰਦਾ, ਇੱਕ ਆਊਟਲੈਟ ਵਾਲਵ ਲੱਗਾ ਹੁੰਦਾ। ਇੱਕ ਇਹਦੇ ਨਾਲ ਤੁਹਾਨੂੰ ਦੱਸਿਆ ਕਿ ਪਿਸਟਨ ਲੱਗਾ ਵਾ, ਇੱਕ ਪੁਸ਼ ਰੋਡ ਲੱਗੀ, ਇੱਕ ਫਾਲੋਅਰ ਲੱਗਾ, ਇੱਕ ਕੇਮ ਲੱਗਾ। ਸੋ ਤੁਹਾਨੂੰ ਦੱਸਿਆ ਕਿ ਫੀਡ ਪੰਪ ਜਿਹੜਾ ਚੱਲਦਾ, ਫਿਊਲ ਫੀਡ ਪੰਪ, ਇਹ ਫਿਊਲ ਇੰਜੈਕਸ਼ਨ ਦੀ ਕੇਮ ਸ਼ਾਫਟ ਚੱਲਦੀ ਹੈ। ਜਦੋਂ ਕੇਮ ਸ਼ਾਫਟ ਘੁੰਮੂਗੀ, ਕੇਮ ਸ਼ਾਫਟ ਦੇ ਇੱਕ ਉੱਤੇ, ਕੇਮ ਸ਼ਾਫਟ ਦਾ ਆਕਾਰ ਜਿਹੜਾ ਹੁੰਦਾ ਇੱਕ ਬਿਲਕੁਲ ਐਗ ਜਿੱਦਾਂ ਆਂਡੇ ਦੀ ਤਰ੍ਹਾਂ ਹੁੰਦਾ, ਓਵਲ ਸ਼ੇਪ ਦੇ ਵਿੱਚ, ਜਿਹਨੂੰ ਓਵੈਲਿਟੀ ਬੋਲਦੇ ਆ। ਓਵਲ ਸ਼ੇਪ ਦੇ ਵਿੱਚ ਹੁੰਦਾ। ਜਦੋਂ ਉਹਦਾ ਬਿਲਕੁਲ ਤਿੱਖੇ ਵਾਲਾ ਪਾਸਾ ਬਿਲਕੁਲ ਉੱਪਰ ਆਉਂਦਾ ਤੇ ਜਿਹੜਾ ਫਾਲੋਅਰ ਲੱਗਾ ਹੁੰਦਾ ਇਹ ਕੇਮ ਦੇ ਉੱਤੇ ਚੱਲਦਾ। ਇੱਕ ਕੇਮ ਹੁੰਦੀ ਹੈ, ਕੇਮ ਦੀ ਇੱਕ ਪ੍ਰੋਫਾਈਲ ਹੁੰਦੀ ਬਾਹਰਲੀ। ਸੋ ਜਦੋਂ ਫਾਲੋਅਰ ਕੇਮ ਪ੍ਰੋਫਾਈਲ ਉੱਤੇ ਚੱਲਦਾ ਵਾ, ਜਦੋਂ ਬਿਲਕੁਲ ਕੇਮ ਸ਼ਾਫਟ ਘੁੰਮੂਗੀ ਤਾਂ ਫਾਲੋਅਰ ਅਪ ਐਂਡ ਡਾਊਨ ਚ ਮੋਸ਼ਨ ਕਰੂਗਾ, ਉੱਤੇ ਜਾਊਗਾ, ਥੱਲੇ ਆਊਗਾ। ਜੇ ਫਾਲੋਅਰ ਉੱਪਰ ਥੱਲੇ ਆਊਗਾ ਤਾਂ ਪੁਸ਼ ਰੋਡ ਉੱਪਰ ਥੱਲੇ ਹੋਊਗੀ। ਜੇ ਪੁਸ਼ ਰੋਡ ਉੱਪਰ ਥੱਲੇ ਹੋਊਗੀ ਤਾਂ ਪਿਸਟਨ ਉੱਪਰ ਥੱਲੇ ਹੋਊਗਾ। ਜੇ ਪਿਸਟਨ ਉੱਪਰ ਥੱਲੇ ਹੋਊਗਾ, ਜੇ ਤਾਂ ਪਿਸਟਨ ਬਿਲਕੁਲ ਥੱਲੇ ਆ ਜਾਂਦਾ। ਹੁਣ ਪਿਸਟਨ ਵੀ ਤੁਹਾਡਾ ਦੱਸਿਆ ਕਿ ਦੋ ਚੀਜ਼ਾਂ ਦੇ ਵਿਚਕਾਰ ਚੱਲਦਾ, ਇੱਕ TDC ਟੌਪ ਡੈਡ ਸੈਂਟਰ ਹੁੰਦਾ, ਇੱਕ ਬੋਟਮ ਡੈਡ ਸੈਂਟਰ ਹੁੰਦਾ। ਜਦੋਂ ਬਿਲਕੁਲ ਪਿਸਟਨ TDC ਤੋਂ BDC ਨੂੰ ਆਉਂਦਾ, ਸੈਕਸ਼ਨ ਕ੍ਰੀਏਟ ਹੁੰਦੀ ਹੈ ਅੰਦਰ, ਇਹਦੇ ਅੰਦਰ ਸੈਕਸ਼ਨ ਕ੍ਰੀਏਟ ਹੋ ਜਾਂਦੀ ਆ। ਤੇ ਇਹ ਜਿਹੜਾ ਤੁਹਾਡਾ ਫਿਊਲ ਟੈਂਕ ਤੋਂ ਤੇਲ ਆਉਂਦਾ ਵਾ, ਇਨਲੈਟ ਵਾਲਵ ਦੇ ਥਰੂ ਅੰਦਰ ਆ ਜਾਂਦਾ। ਇਹਦੇ ਜਿਹੜਾ ਫਿਊਲ ਟੈਂਕੀ ਤੋਂ ਤੇਲ ਜਿਹੜਾ ਵਾ ਫਿਊਲ ਫੀਡ ਪੰਪ ਦੇ ਅੰਦਰ ਆ ਜਾਂਦਾ। ਜਦੋਂ ਪਿਸਟਨ ਬਿਲਕੁਲ ਅੰਦਰ ਨੂੰ, ਮਤਲਬ ਟੌਪ ਡੈਡ ਸੈਂਟਰ ਤੋਂ BDC ਨੂੰ ਆ ਜਾਂਦਾ ਬਿਲਕੁਲ ਅੰਦਰ ਨੂੰ, ਜਦੋਂ ਪਿਸਟਨ ਥੱਲੇ ਨੂੰ ਆਉਂਦਾ ਵਾ ਤੇ ਤੇਲ ਖਿੱਚ ਲੈਂਦਾ, ਸਕਸ਼ਨ ਹੋ ਜਾਂਦੀ ਆ। ਜਦੋਂ ਬਿਲਕੁਲ ਥੱਲੇ ਤੱਕ ਆ ਜਾਂਦਾ ਤਾਂ ਇਨਲੈਟ ਵਾਲਵ ਬੰਦ ਹੋ ਜਾਂਦਾ। ਜਦੋਂ ਫਿਰ ਦੁਬਾਰਾ ਉਹਨੂੰ ਪੁਸ਼ ਕਰਦਾ, ਦਬਾਉਂਦਾ ਵਾ, ਤੇ ਜਿਹੜਾ ਆਊਟਲੈਟ ਵਾਲਵ ਇਹਦਾ ਖੁੱਲ ਜਾਂਦਾ। ਸੋ ਤੇਲ ਜਿਹੜਾ ਵਾ ਤੁਹਾਡਾ ਫਿਲਟਰ ਨੂੰ ਚਲ ਜਾਂਦਾ ਹਾਈ ਪ੍ਰੈਸ਼ਰ ਬਣ ਕੇ। ਸੋ ਇਹਦੀ ਥੋੜੀ ਜਿਹੀ ਮੈਂ ਪਾਰਟਸ ਤੁਹਾਨੂੰ ਦੱਸ ਦਿੰਦਾ, ਜਿਹੜਾ ਤੁਹਾਡਾ ਨਿੰਮੀ ਬੁੱਕਸ ਦੇ ਵਿੱਚ ਹੈਗਾ, ਕਿਉਂਕਿ ਆਪਾਂ ਸਾਰਿਆਂ ਨੇ ਨਿੰਮੀ ਬੁੱਕ ਫੋਲੋ ਕਰਨੀ ਆ। ਇੱਕ ਬਹੁਤ ਵਧੀਆ ਬੁੱਕ ਬਣਾਈ ਆ। ਮੈਂ ਤਾਂ ਸੁਜੈਸ਼ਨ ਸਾਰੇ IT ਸਟੂਡੈਂਟਸ ਨੂੰ ਇਹੀ ਕਰਦਾ ਕਿ ਨਿੰਮੀ ਪੈਟਰਨ ਦੀ ਬੁੱਕਸ ਇੰਨੀ ਵਧੀਆ ਬੁੱਕ ਆ। ਜੇ ਬਿਲਕੁਲ ਤੁਸੀਂ ਡਿਟੇਲ ਦੇ ਨਾਲ ਪੜ੍ਹੋਗੇ, ਇੰਟਰਸਟ ਦੇ ਨਾਲ ਪੜ੍ਹੋਗੇ, ਤਾਂ ਮੈਨੂੰ ਲੱਗਦਾ ਕਿ ਕੋਈ ਵੀ ਬੱਚਾ ਆਪਣੀ ਬਿਲਕੁਲ ਧਿਆਨ ਦੇ ਨਾਲ ਨਿੰਮੀ ਦੀ ਕਿਤਾਬ ਨੂੰ ਪੜ੍ਹੂਗਾ ਤਾਂ 100% ਆ ਗਈ ਉਹ ਪਾਸ ਹੋਊਗਾ ਬਿਲਕੁਲ। ਕਿਉਂਕਿ ਨਿੰਮੀ ਦੀ ਬੁੱਕ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਕਮੀ ਛੱਡੀ ਹੈਗੀ ਆ। ਬਹੁਤ ਵਧੀਆ ਇੱਕਦਮ ਡਾਇਗਰਾਮ ਕਲੈਰਿਟੀ 'ਚ ਹੈਗੇ ਨੇ। ਸੋ ਇਹ ਹੈ ਕਿ ਥੋੜੀ ਜਿਹੀ ਇੰਗਲਿਸ਼ 'ਚ ਹੈਗੀ ਆ। ਕਈ ਸਾਡੇ ਜਿਹੜੇ ਪੰਜਾਬ ਸਟੇਟ ਦੇ ਸਿਖਿਆਰਥੀ ਹੈਗੇ ਨੇ ਉਹ ਫੋਲੋ ਨਹੀਂ ਕਰਦੇ, ਇੰਗਲਿਸ਼ ਤੇ ਇੱਕ ਬੈਰੀਅਰ ਹੈਗਾ, ਪ੍ਰੋਬਲਮ ਹੈਗੀ ਆ। ਚਲੋ ਕੋਈ ਗੱਲ ਨਹੀਂ, ਫਿਰ ਤਾਂ ਮੈਂ ਸਲਾਈਡ ਆਪਣੀ ਪੰਜਾਬੀ 'ਚ ਬਣਾਈ ਹੋਈ ਹੈ ਕਿ ਤੁਹਾਡਾ ਇਸ ਬੈਰੀਅਰ ਨੂੰ, ਇੰਗਲਿਸ਼ ਬੈਰੀਅਰ ਨੂੰ, ਤੁਹਾਡੀ ਇੰਗਲਿਸ਼ ਦਾ ਜਿਹੜਾ ਮਾਧਿਅਮ ਹੈਗਾ ਉਹਨੂੰ ਪੰਜਾਬੀ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਇੱਕ। ਸੋ ਤੁਹਾਡੀ ਸਕਰੀਨ ਤੇ ਇੱਕ ਸ਼ੋਅ ਹੋ ਰਿਹਾ ਡੈਡੀ ਦਾ, ਇਹਨੂੰ ਕਹਿੰਦੇ ਆ ਫਿਊਲ ਫੀਡ ਪੰਪ। ਸੋ ਇਹਦੇ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ, ਇੱਕ ਵੇਖੋ, 1 ਨੰਬਰ ਪਾਰਟਸ ਜਿਹੜਾ ਸ਼ੋਅ ਕੀਤਾ ਹੋਇਆ ਡੈਡੀ ਦਾ ਨੂੰ ਬੋਲ ਦਿੰਦੇ ਫਿਊਲ ਫੀਡ ਪੰਪ ਪਲੰਜਰ। ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਡਾਕਟਰਾਂ ਦਾ ਜਿਹੜਾ ਟੀਕਾ ਹੁੰਦਾ ਜਿਹੜਾ ਉਹ ਖਿੱਚਦੇ ਆ ਉਹਨੂੰ ਪਲੰਜਰ ਬੋਲਦੇ ਆ। ਸੋ 2 ਨੰਬਰ ਪਾਰਟ ਹੈਗਾ ਡੈਡੀ ਦਾ ਕੇਮ। 3 ਨੰਬਰ ਪਾਰਟ ਹੈਗਾ ਡੈਡੀ ਦਾ ਫਿਊਲ ਇੰਜੈਕਸ਼ਨ ਪੰਪ ਕੇਮ ਸ਼ਾਫਟ। 4 ਨੰਬਰ ਇਹਦੇ ਉੱਤੇ ਡੈਡੀ ਦਾ ਲੱਗਾ ਰੋਲਰ ਟੈਪਟ। 5 ਨੰਬਰ ਇਹਦੇ ਅੱਗੇ ਲੱਗੀ ਹੈ ਡੈਡੀ ਦਾ ਪ੍ਰੈਸ਼ਰ ਸਪਿੰਡਲ। 6 ਨੰਬਰ ਲੱਗਾ ਡੈਡੀ ਦਾ ਸਕਸ਼ਨ ਚੈਂਬਰ। 7 ਨੰਬਰ ਇਹਦੇ ਲੱਗਾ ਪ੍ਰੈਸ਼ਰ ਵਾਲਵ। 8 ਨੰਬਰ ਇਹਦੇ ਵਿੱਚ ਲੱਗਾ ਪ੍ਰੈਸ਼ਰ ਚੈਂਬਰ। ਸੋ 9 ਨੰਬਰ ਇਹਦੇ ਤੇ ਲੱਗਾ ਪਲੰਜਰ ਸਪਰਿੰਗ। 10 ਨੰਬਰ ਸੈਕਸ਼ਨ ਵਾਲਵ।
ਸੋ ਕਹਿਣ ਦਾ ਭਾਵ ਕਿ 2 ਵਾਲਵ ਲੱਗੇ ਹੁੰਦੇ ਇਹਦੇ ਅੰਦਰ। 10 ਨੰਬਰ ਜਿਹੜਾ ਵਾਲਵ ਉਹਨੂੰ ਸਕਸ਼ਨ ਵਾਲਵ ਕਹਿੰਦੇ, ਜਿਹਦੇ ਰਾਹੀਂ ਫਿਊਲ ਅੰਦਰ ਆਉਣਾ। 7 ਨੰਬਰ ਵਾਲਵ ਹੁੰਦਾ ਜਿਹਦੇ ਰਾਹੀਂ ਪ੍ਰੈਸ਼ਰ ਵਾਲਵ ਆ, ਜਿਹਦੇ ਰਾਹੀਂ ਫਿਊਲ ਬਾਹਰ ਜਾਣਾ। ਸੋ ਇਹਦੇ 3 ਕਹਿਣ ਦਾ ਭਾਵ ਕਿ ਇਹ ਫਿਊਲ ਫੀਡ ਪੰਪ ਦੇ ਵਿੱਚ 3 ਸੁਰਾਖ ਹੁੰਦੇ ਨੇ। ਇੱਕ ਸਕਸ਼ਨ ਵਾਲਵ ਦੇ ਥਰੂ ਫਿਊਲ ਅੰਦਰ ਆਉਂਦਾ, ਇੱਕ 7 ਨੰਬਰ ਜਿਹੜਾ ਜਿਹਨੂੰ ਕਹਿੰਦੇ ਆ ਪ੍ਰੈਸ਼ਰ ਵਾਲਵ ਦੇ ਥਰੂ ਫਿਊਲ ਬਾਹਰ ਜਾਂਦਾ। ਇੱਕ ਉੱਪਰੋਂ ਵੇਖੋ ਰਾਹ ਬਣਿਆ ਹੋਇਆ ਇਹਦਾ, ਜਿਹੜਾ ਤੁਹਾਡਾ ਪ੍ਰੈਸ਼ਰ ਚੈਂਬਰ ਦੇ ਥਰੂ ਇੱਕ ਰਾਹ ਬਣਿਆ ਹੋਇਆ ਜਿਹੜਾ ਫਿਊਲ ਫਿਲਟਰਾਂ ਨੂੰ ਜਾਣਾ ਤੇਲ। ਸੋ ਇਹ ਪਾਰਟਸ ਤੁਹਾਨੂੰ ਸਾਰੇ ਪਤਾ ਹੋਣਾ ਚਾਹੀਦਾ ਸਿਖਿਆਰਥੀਓ। ਇਹ ਸਿੱਧਾ ਤੁਹਾਡਾ ਮੈਂ ਪਿਛਲੇ ਪ੍ਰੀਵੀਅਸ ਕੁਐਸਚਨਸ ਦੇਖੇ ਹੋਏ ਨੇ ਕਿ ਆ ਡਾਇਗਰਾਮ ਆ ਜਾਂਦਾ ਵਾ ਤੇ ਉਹ ਐਕਸ ਮਾਰਕ ਕਰ ਦਿੰਦੇ ਕਿ ਜਿੱਦਾਂ 2 ਨੰਬਰ ਨੂੰ ਐਕਸ ਮਾਰਕ ਕਰਤਾ ਕਿ 2 ਨੰਬਰ ਪਾਰਟ ਕੀ ਆ ਜਾਂ 4 ਨੰਬਰ ਪਾਰਟ ਕੀ ਆ। ਤੁਹਾਨੂੰ ਪਹਿਲਾਂ ਤਾਂ ਪਾਰਟ ਸਾਰੇ ਇਹਦੇ ਕਲੀਅਰ ਹੋਣੇ ਚਾਹੀਦੇ ਫਿਊਲ ਫੀਡ ਪੰਪ ਦੇ। 1 ਨੰਬਰ ਨੂੰ ਫਿਊਲ ਫੀਡ ਪੰਪ ਪਲੰਜਰ ਕਹਿੰਦੇ ਆ, 2 ਨੰਬਰ ਕੇਮ ਆ, 3 ਨੰਬਰ FIP ਕੇਮ ਸ਼ਾਫਟ ਆ, 4 ਨੰਬਰ ਰੋਲਰ ਟੈਪਟ ਆ, 5 ਨੰਬਰ ਪ੍ਰੈਸ਼ਰ ਸਪਿੰਡਲ ਆ, 6 ਨੰਬਰ ਸੰਕਸ਼ਨ ਚੈਂਬਰ ਆ, 7 ਨੰਬਰ ਪ੍ਰੈਸ਼ਰ ਵਾਲਵ ਆ, 8 ਨੰਬਰ ਪ੍ਰੈਸ਼ਰ ਚੈਂਬਰ ਆ, 9 ਨੰਬਰ ਪਲੰਜਰ ਸਪਰਿੰਗ ਆ, 10 ਨੰਬਰ ਸਕਸ਼ਨ ਵਾਲਵ ਆ। ਸੋ ਸਾਰੇ ਪਾਰਟਸ ਕਲੀਅਰ ਹੋਣੇ ਚਾਹੀਦੇ ਆ। ਦੂਜੀ ਗੱਲ ਇਹਦੀ ਵਰਕਿੰਗ ਪਹਿਲਾਂ ਆਪਾਂ ਪੜ੍ਹਨਾ ਇਹਦਾ ਸਕਸ਼ਨ ਤੇ ਇਹਦਾ ਜਿਹੜਾ ਸਕਸ਼ਨ ਤੇ ਡਿਲੀਵਰੀ ਸਟਾਕ ਇਕੱਠਾ ਹੁੰਦਾ। ਜਿੱਦਾਂ 2 ਸਟਾਕ ਇੰਜਨ ਨਹੀਂ ਹੁੰਦੇ, ਉਹਦੇ ਸਕਸ਼ਨ ਔਰ ਕੰਪਰੈਸ਼ਨ, ਮਤਲਬ ਪਹਿਲਾਂ ਸਕਸ਼ਨ ਵੀ ਹੋ ਜਾਂਦੀ ਨਾਲ ਹੀ ਕੰਪਰੈਸ਼ਨ ਹੋ ਜਾਂਦੀ ਆ। ਸੋ ਦੂਜਾ ਅੱਗੇ ਡਿਲੀਵਰੀ ਸਟਾਕ ਜਿਹੜਾ ਹੁੰਦਾ ਉਹਦੇ ਵਿੱਚ ਕੀ ਆ, ਐਗਜ਼ਾਸਟ ਵੀ ਹੋ ਜਾਂਦੀ, ਪਾਵਰ ਸਟ੍ਰੋਕ ਵੀ। ਸੋ ਇਹਦੇ ਵਿੱਚ ਵੀ ਇਦਾਂ ਹੀ ਆ। ਜਿਹੜਾ 10 ਨੰਬਰ ਸਕਸ਼ਨ ਵਾਲਵ ਜਦੋਂ ਖੁੱਲਦਾ ਵਾ, ਜਦੋਂ ਪਿਸਟਨ ਬਿਲਕੁਲ ਤਾਂ ਨੂੰ ਜਾਂਦਾ ਤੁਹਾਡਾ, ਕਹਿਣ ਦਾ ਭਾਵ ਕੀ ਤੁਹਾਨੂੰ ਇੱਕ ਡਾਇਗਰਾਮ ਦੱਸਦਾ। ਆ ਵੇਖੋ ਇਹਦੇ ਵਿੱਚ 2 A ਔਰ B 2 ਡਾਇਗਰਾਮ ਸ਼ੋ ਕੀਤੇ ਹੋਏ ਨੇ। ਇੱਕ ਡਿਲੀਵਰੀ ਐਂਡ ਸਕਸ਼ਨ ਸਟ੍ਰੋਕ, ਇੱਕ ਇੰਟਰਮੀਡੀਏਟ ਸਟ੍ਰੋਕ ਐਂਡ ਆਈਡਲਿੰਗ ਐਕਸ਼ਨ। ਸੋ ਜਿਹੜਾ ਡਿਲੀਵਰੀ ਐਂਡ ਸਕਸ਼ਨ ਸਟ੍ਰੋਕ ਇਹਦੇ ਵਿੱਚ ਇਹ ਆ ਕਿ ਜਿਹੜਾ ਤੁਹਾਡਾ ਸਕਸ਼ਨ ਵਾਲਵ ਆ, ਜਦੋਂ ਫਿਊਲ ਟੈਂਕ ਤੋਂ ਤੇਲ ਆਉਂਦਾ ਸਕਸ਼ਨ ਵਾਲਵ, ਜਦੋਂ ਤੁਹਾਡਾ ਪਿਸਟਨ ਤਾਂ ਨੂੰ ਜਾਊਗਾ, ਪਲੰਜਰ ਬਿਲਕੁਲ ਤੁਹਾਡਾ ਤਾਂ ਨੂੰ ਜਾਊਗਾ ਤੇ ਕੇਮ ਸ਼ਾਫਟ ਦੇ ਘੁੰਮਣ ਦੇ ਨਾਲ ਪਲੰਜਰ ਬਿਲਕੁਲ ਤਾਂ ਚੱਲ ਗਿਆ। ਸਪਰਿੰਗ ਦੇ ਨਾਲ ਜਿਹੜਾ ਪਲੰਜਰ ਸਪਰਿੰਗ ਨੰਗਾ ਉਹਦੀ ਪਾਵਰ ਦੇ ਨਾਲ ਜਿਹੜਾ ਪਲੰਜਰ ਤਾਂ ਚੱਲ ਜਾਂਦਾ ਤੇ ਸਕਸ਼ਨ ਵਾਲਵ ਜਿਹੜਾ ਖੁੱਲ ਜਾਂਦਾ। ਜੇ ਸਕਸ਼ਨ ਵਾਲਵ ਖੁੱਲ ਗਿਆ ਤਾਂ ਤੇਲ ਬਿਲਕੁਲ ਰੈੱਡ ਕਲਰ ਦੇ ਵਿੱਚ ਵੇਖੋ E ਡਾਇਗਰਾਮ ਦੇ ਵਿੱਚ ਤੇਲ ਬਿਲਕੁਲ ਅੰਦਰ ਆ ਜਾਂਦਾ ਵਾ। ਤੇਲ ਅੰਦਰ ਆਉਣ ਦੇ ਨਾਲ ਜਿਹੜਾ ਬਿਲਕੁਲ ਤੇਲ ਨਾਲ ਹੀ ਤੇਲ ਅੰਦਰ ਆ ਗਿਆ ਤੇ ਨਾਲ ਹੀ ਉਹਨੇ ਜਦੋਂ ਪਿਸਟਨ ਤਾਂ ਨੂੰ ਚੱਲ ਗਿਆ, ਪਲੰਜਰ ਤਾਂ ਨੂੰ ਚੱਲ ਗਿਆ, ਨਾਲ ਹੀ ਉਹ ਫਿਊਲ ਫਿਲਟਰਾਂ ਨੂੰ ਤੇਲ ਚੱਲ ਗਿਆ ਪ੍ਰੈਸ਼ਰ ਬਣਾ ਕੇ। ਸੋ ਦੂਜਾ ਜਿਹੜਾ ਡਾਇਗਰਾਮ ਆ ਉਹ ਇੰਟਰਮੀਡੀਏਟ ਸਟ੍ਰੋਕ ਜਾਂ ਆਈਡਲਿੰਗ ਐਕਸ਼ਨ ਆ। ਉਹਦੇ ਵਿੱਚ ਇਹ ਆ ਕਿ ਤੁਹਾਡਾ ਜਿਹੜਾ ਜਦੋਂ ਤੇਲ ਤੁਹਾਡਾ ਫਿਊਲ ਲਾਈਨ ਦੇ ਵਿੱਚ, ਜਦੋਂ ਫੀਡ ਪੰਪ ਦੇ ਬਿਲਕੁਲ ਫਿਊਲ ਲਾਈਨ 'ਚ ਤੇਲ ਹੈਗਾ ਵਾ ਤੇ ਕਈ ਵਾਰ ਆਈਡਲਿੰਗ ਐਕਸ਼ਨ ਹੁੰਦਾ ਕਿ ਜਦੋਂ ਫਿਊਲ ਫੀਡ ਪੰਪ ਤੇਲ ਨਹੀਂ ਭੇਜਦਾ ਤਾਂ ਉਹ ਜਿਹੜਾ ਸਮਾਂ ਹੁੰਦਾ ਉਹਨੂੰ ਆਈਡਲਿੰਗ ਕਹਿੰਦੇ ਆ। ਆਈਡਲਿੰਗ ਹੁੰਦਾ ਜਦੋਂ ਫਿਊਲ ਫੀਡ ਪੰਪ ਨਹੀਂ ਕੰਮ ਕਰਦਾ। ਸੋ ਇਹ ਕੁਐਸਚਨ ਪੇਪਰ ਦੇ ਵਿੱਚ ਬਹੁਤ ਆਉਂਦਾ ਵਾ, ਜਦੋਂ ਫਿਊਲ ਫੀਡ ਪੰਪ ਨਹੀਂ ਕੰਮ ਕਰਦਾ ਤਾਂ ਉਹ ਜਿਹੜੀ ਪੋਜੀਸ਼ਨ 'ਚ ਹੁੰਦਾ ਉਹਨੂੰ ਆਈਡਲਿੰਗ ਪੋਜੀਸ਼ਨ ਕਹਿੰਦੇ ਆ। ਸੋ ਆਈਡਲਿੰਗ ਪੋਜੀਸ਼ਨ ਦੇ ਵਿੱਚ ਇਹੀ ਹੁੰਦਾ ਕਿ ਜਿਹੜਾ ਤੁਹਾਡਾ ਸਪਿੰਡਲ ਹੁੰਦੀ ਹੈ, ਪ੍ਰੈਸ਼ਰ ਸਪਿੰਡਲ ਤੇ ਪਲੰਜਰ ਦਾ ਆਪਸ ਦੇ ਵਿੱਚ ਥੋੜਾ ਗੈਪ ਆ ਜਾਂਦਾ। ਕੇਮ ਸ਼ਾਫਟ ਘੁੰਮੀ ਜਾਊਗੀ ਬਟ ਉਹ ਸਪਿੰਡਲ ਜਿਹੜੀ ਉਹ ਸਪਿੰਡਲ ਤੇ ਜਿਹੜਾ ਤੁਹਾਡਾ ਪਲੰਜਰ ਆ ਉਹਦੇ ਵਿੱਚ ਗੈਪ ਪੈ ਜਾਂਦਾ, ਆਪਸ ਦੇ ਵਿੱਚ ਸੰਬੰਧ ਟੁੱਟ ਜਾਊਗਾ ਤੇ ਚਾਹੇ ਕੇਮ ਸ਼ਾਫਟ ਤਾਂ ਚੱਲਦੀ ਰਹਿਣੀ ਫਿਊਲ ਇੰਜੈਕਸ਼ਨ ਪੰਪ ਦੀ, ਬਟ ਉਹਨੇ ਜਿਹੜਾ ਫਿਊਲ ਫੀਡ ਪੰਪ ਨੇ ਕੰਮ ਨਹੀਂ ਕਰਨਾ। ਜਿਹੜੇ ਟਾਈਮ 'ਚ ਉਹ ਕੰਮ ਨਹੀਂ ਕਰਦਾ ਉਹਨੂੰ ਆਈਡਲਿੰਗ ਐਕਸ਼ਨ ਬੋਲਦੇ ਆ। ਜਿਹੜੇ ਟਾਈਮ 'ਚ ਉਹ ਕੰਮ ਨਹੀਂ ਕਰਦਾ ਉਹਨੂੰ ਕੀ ਕਹਿੰਦੇ, ਆਈਡਲਿੰਗ ਐਕਸ਼ਨ। ਸੋ ਆਈਡਲਿੰਗ ਸਟਾਕ ਬੋਲਦੇ ਆ। ਸੋ ਇਹ ਦੋਵੇਂ ਇਹ ਵੀ ਡਾਇਗਰਾਮ ਕਲੀਅਰ ਹੋਣੇ ਚਾਹੀਦੇ। ਇੱਕ ਡਿਲੀਵਰੀ ਐਂਡ ਸਕਸ਼ਨ ਸਟ੍ਰੋਕ ਕੀ ਹੁੰਦਾ, ਇੱਕ ਇੰਟਰਮੀਡੀਏਟ ਸਟ੍ਰੋਕ ਜਾਂ ਆਈਡਲਿੰਗ ਐਕਸ਼ਨ ਕੀ ਹੁੰਦਾ। ਸੋ ਜ਼ਿਆਦਾ ਇਹ ਸਮਝਾ ਤੁਹਾਨੂੰ ਸਮਝ ਆਊਗੀ ਜੇ ਤੁਸੀਂ YouTube ਤੇ ਜਾ ਕੇ ਵੀਡੀਓ ਦੇਖੋਗੇ ਪਲੰਜਰ ਹਾਊ ਫੀਡ ਪੰਪ ਵਰਕ। ਸੋ ਅੱਗੇ ਉਸ ਤੋਂ ਅੱਗੇ ਹੈਗਾ ਡੈਡੀ ਦਾ ਅਗਲਾ ਕੁਐਸਚਨ ਆ ਗਿਆ, ਡੈਡੀ ਦਾ ਫਿਊਲ ਫਿਲਟਰ, ਵੈਰੀ ਇੰਪੋਰਟੈਂਟ। ਸੋ ਫਿਊਲ ਫਿਲਟਰ ਦਾ ਕੰਮ ਕੀ ਹੁੰਦਾ, ਇਹਦਾ ਮੁੱਖ ਕੰਮ ਡੀਜ਼ਲ ਜਾਂ ਪੈਟਰੋਲ ਤੇਲ ਨੂੰ ਸਾਫ਼ ਕਰਨਾ ਹੁੰਦਾ, ਕਿਉਂਕਿ ਤੇਲ ਵਿੱਚ ਗੰਦਗੀ ਹੋ ਸਕਦੀ ਹੈ, ਡਰਟੀ ਪਾਰਟੀਕਲਸ, ਪਾਣੀ ਹੋ ਸਕਦਾ ਤੇਲ ਦੇ ਵਿੱਚ ਮਿਕਸ, ਕਿਉਂਕਿ ਬਾਈ ਚਾਂਸ ਕਿ ਤੁਹਾਡਾ ਜਿਹੜਾ ਫਿਊਲ ਟੈਂਕ ਦੇ ਵਿੱਚ ਤੁਸੀਂ ਜਿੱਥੋਂ ਫਿਲਿੰਗ ਸਟੇਸ਼ਨ ਤੋਂ ਫਿਲ ਕਰਵਾਉਣ ਗਏ ਕਿ ਹਰ ਬੰਦਾ ਇਮਾਨਦਾਰ ਨਹੀਂ ਨਾ ਹੁੰਦਾ, ਕਰਪਸ਼ਨ ਬਹੁਤ ਆ ਤੁਹਾਨੂੰ ਪਤਾ ਪ੍ਰਸ਼ਾਸਨ ਦੇ ਵਿੱਚ। ਸੋ ਕਈ ਪਾਣੀ ਦੇ ਵਿੱਚ ਬਹੁਤ ਕੁਝ ਮਿਕਸ ਕਰ ਲੈਂਦੇ, ਕੈਰੋਸਿਨ ਆਇਲ ਮਿਕਸ ਕਰ ਲੈਂਦੇ, ਕਈ ਕੁਝ ਮਿਕਸ ਕਰਦੇ ਆ, ਪਾਣੀ ਵੀ ਕਰ ਸਕਦੇ ਆ। ਸੋ ਕਹਿਣ ਦਾ ਭਾਵ ਕਿ ਫਿਊਲ ਫਿਲਟਰ ਲੱਗੇ ਹੋਏ ਨੇ ਜਿਹੜੇ ਤੇਲ ਦੇ ਵਿੱਚ ਜਿਹੜੀ ਗੰਦਗੀ ਹੁੰਦੀ ਹੈ ਜਾਂ ਪਾਣੀ ਹੁੰਦਾ ਜਾਂ ਬੈਕਟੀਰੀਆ ਹੁੰਦੇ ਜਾਂ ਵੈਕਸ ਹੁੰਦੀ ਜਿਹਨੂੰ ਮੋਮ ਕਹਿੰਦੇ ਆਦਿ ਸ਼ਾਮਲ ਹੁੰਦੇ ਆ। ਜੇਕਰ ਇਸ ਨੂੰ ਸਾਫ਼ ਨਾ ਕੀਤਾ ਜਾਵੇ, ਗੰਦਾ ਤੇਲ ਜੇ ਆਪਾਂ ਅੰਦਰ ਭੇਜ ਦਈਏ ਤਾਂ ਫਿਊਲ ਇੰਜੈਕਸ਼ਨ ਪੰਪ ਜਿਹੜਾ ਵਾ ਤੁਹਾਡਾ ਤੁਰੰਤ ਖਰਾਬ ਹੋ ਸਕਦਾ। ਸੋ ਕਿਉਂਕਿ ਸਾਰੇ ਪਾਰਟਸ ਬੜੇ ਸੁਪੀਰੀਅਰ ਹੁੰਦੇ ਨੇ, ਸੈਂਸਿਟਿਵ ਪਾਰਟਸ ਹੁੰਦੇ ਨੇ ਡੀਜ਼ਲ ਇੰਜਨ ਦੇ ਵਿੱਚ, ਕਿਉਂਕਿ ਬੜੇ ਹਾਈ ਪ੍ਰੈਸ਼ਰ ਦਾ ਕੰਮ ਚੱਲਦਾ, ਬੜੇ ਘੱਟ ਸੈਕਿੰਡਸ ਦੇ ਵਿੱਚ ਬੜੀ ਹਾਈ ਪ੍ਰੈਸ਼ਰ ਲਾਈਨ ਹੁੰਦੀ ਆ। ਸੋ
ਤੇਲ ਬਿਲਕੁਲ ਸਾਫ਼ ਸੁਥਰਾ ਅੰਦਰ ਭੇਜਣਾ। ਸੋ ਉਹ ਤੇਲ ਸਾਫ਼ ਕਿਹਨੇ ਕਰਨਾ? ਫਿਊਲ ਫਿਲਟਰ। ਸੋ ਫਿਊਲ ਫਿਲਟਰ ਦਾ ਭਾਵ ਹੀ ਇਹੀ ਆ, ਨਾਮ ਤੋਂ ਪਤਾ ਲੱਗਦਾ ਪਿਆ ਕਿ ਫਿਊਲ ਨੂੰ ਫਿਲਟਰ ਕਰਕੇ ਭੇਜਣਾ। ਸੋ ਜਿੱਦਾਂ ਤੁਸੀਂ ਘਰਾਂ ਦੇ ਵਿੱਚ ਸਾਰਿਆਂ ਨੇ ਅੱਜ ਕੱਲ੍ਹ ਲੇਟੈਸਟ, ਅੱਜ ਤੋਂ ਤਾਂ ਪਹਿਲੋਂ ਦਾ ਫਿਊਲਸ ਜਿਹੜੇ ਵਾਟਰ ਪਿਊਰੀਫਾਇਰ ਜਿਹਨੂੰ ਆਰਓ ਕਹਿੰਦੇ ਆ ਨਹੀਂ ਹੁੰਦੇ ਸੀ। ਸੋ ਅੱਜ ਦੀ ਜਿਹੜੀ ਟੈਕਨੋਲੋਜੀ ਆ, ਕਿਉਂਕਿ ਸਮੇਂ ਦੇ ਨਾਲ ਟੈਕਨੋਲੋਜੀ ਹਰ ਚੀਜ਼ ਦੀ ਵੱਧਦੀ ਜਾ ਰਹੀ ਆ। ਸੋ ਇਹਦੇ ਘਰਾਂ ਵਿੱਚ ਜਿਹੜਾ ਪਾਣੀ ਆ, ਪਹਿਲੋਂ ਤਾਂ ਸਾਰੇ ਏਦਾਂ ਹੀ ਆਮ ਪਾਣੀ ਪੀ ਲੈਂਦੇ ਸੀ। ਹੁਣ ਅੱਜ ਕੱਲ੍ਹ ਹੈਲਥ ਪ੍ਰੋਬਲਮਸ, ਕਿਉਂਕਿ ਇਨਵਾਇਰਮੈਂਟ ਬੜਾ ਪੋਲਿਊਟ ਹੋ ਗਿਆ ਸਾਰਾ। ਇਨਵਾਇਰਮੈਂਟ ਤੁਹਾਨੂੰ ਪਤਾ ਕਿ ਪੋਲਿਊਟ ਕਰਨ ਦਾ ਕਾਰਨ ਵੀ ਅਸੀਂ ਖੁਦ ਹੀ ਹਾਂ। ਅਸੀਂ ਸਾਰੇ ਇਨਵਾਇਰਮੈਂਟ ਨੂੰ ਪੋਲਿਊਟ ਕਰ ਰਹੇ ਹਾਂ। ਸੋ ਪਾਣੀ ਸਾਨੂੰ ਅੱਜ ਦੀ ਡੇਟ 'ਚ ਫਿਲਟਰ ਪਾਣੀ ਪੀਣਾ ਪੈ ਰਿਹਾ। ਸੋ ਫਿਲਟਰ ਕਰਨ ਵਾਸਤੇ ਪਾਣੀ ਘਰਾਂ ਦੇ ਵਿੱਚ ਤਾਂ ਆਰਓ ਆ। ਸੋ ਗੱਡੀ ਦੇ ਵਿੱਚ ਜਿਹੜਾ ਆਰਓ ਆ ਉਹਨੂੰ ਕਹਿੰਦੇ ਫਿਊਲ ਫਿਲਟਰ। ਸੋ ਇਹ ਬਿਲਕੁਲ ਡਾਇਗਰਾਮ ਤੁਹਾਡੇ ਸਕਰੀਨ ਤੇ ਆ ਰਹੀ ਹੈ। ਇੱਕ ਪਾਸੋਂ ਡਰਟੀ ਫਿਊਲ ਆ ਰਿਹਾ, ਜਦੋਂ ਫਿਊਲ ਫਿਲਟਰ ਚੋਂ ਪਾਸ ਹੁੰਦਾ ਤਾਂ ਬਿਲਕੁਲ ਕਲੀਨ ਫਿਊਲ ਹੋ ਜਾਂਦਾ, ਉਹਦਾ ਰੰਗ ਚੇਂਜ ਹੋ ਗਿਆ ਨਾ। ਸੋ ਇਦਾਂ ਹੀ ਤੁਹਾਡਾ ਹੁਣ ਫਿਊਲ ਫਿਲਟਰ ਦਾ ਆਪਾਂ ਪੜ੍ਹਨਾ ਕਿ ਫਿਊਲ ਫਿਲਟਰ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਸੋ ਪਹਿਲਾਂ ਆਪਾਂ ਪੜ੍ਹਦੇ ਟਾਈਪਸ ਆਫ ਦੀ ਫਿਊਲ ਫਿਲਟਰ ਸਿਸਟਮ। ਦੇ ਆਰ ਟੂ ਟਾਈਪਸ। ਪਹਿਲਾ ਹੈਗਾ ਸਿੰਗਲ ਫਿਲਟਰ ਸਿਸਟਮ, ਦੂਜਾ ਹੈਗਾ ਟੂ ਸਟੇਜ ਫਿਲਟਰ ਸਿਸਟਮ। ਸੋ ਸਿੰਗਲ ਫਿਲਟਰ ਸਿਸਟਮ ਕੀ ਆ? ਇਸ ਵਿੱਚ ਇੱਕ ਹੀ ਫਿਲਟਰ ਲੱਗਾ ਹੁੰਦਾ ਫੀਡ ਪੰਪ ਤੇ ਫਿਊਲ ਇੰਜੈਕਸ਼ਨ ਪੰਪ ਦੇ ਵਿਚਕਾਰ। ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਫਿਲਟਰ ਲੱਗਾ ਕਿੱਥੇ ਹੁੰਦਾ। ਇਹ ਲੱਗਾ ਹੁੰਦਾ ਫਿਊਲ ਫੀਡ ਪੰਪ ਤੇ ਫਿਊਲ ਇੰਜੈਕਸ਼ਨ ਪੰਪ ਦੇ ਵਿਚਕਾਰ ਲੱਗਾ ਹੁੰਦਾ ਫਿਊਲ ਫਿਲਟਰ। ਸੋ ਜੇ ਤਾਂ ਇੱਕ ਫਿਲਟਰ ਲੱਗਾ, ਦੈਟ ਇਜ਼ ਅ ਸਿੰਗਲ ਫਿਲਟਰ ਸਿਸਟਮ। ਜੇ ਇੱਕ ਫਿਲਟਰ ਦੇ ਥਰੂ ਤੇਲ ਸਾਫ਼ ਹੋ ਰਿਹਾ ਤਾਂ ਉਹਨੂੰ ਸਿੰਗਲ ਫਿਲਟਰ ਕਹਿੰਦੇ ਆ। ਸੋ ਟੂ ਸਟੇਜ ਫਿਲਟਰ ਦੇ ਵਿੱਚ ਹੁੰਦਾ, ਇਸ ਦੇ ਵਿੱਚ ਦੋ ਫਿਲਟਰ ਲੱਗੇ ਹੁੰਦੇ ਨੇ, ਫੀਡ ਪੰਪ ਤੇ ਫਿਊਲ ਇੰਜੈਕਸ਼ਨ ਪੰਪ ਦੇ ਵਿਚਕਾਰ। ਜਿਹੜੀ ਤੁਹਾਡੀ ਡਾਇਗਰਾਮ ਤੁਹਾਡੀ ਸਕਰੀਨ ਤੇ ਆ ਰਹੀ ਆ, ਹੋਪਫੁਲੀ ਮੈਨੂੰ ਲੱਗਦਾ ਕਿ ਆ ਰਹੀ ਆ, ਕਿਉਂਕਿ ਕਈ ਵਾਰ ਡਾਇਗਰਾਮ ਜਿਹੜੀ ਆ ਕਿ ਆਨਲਾਈਨ ਸਿਸਟਮ ਆ, ਇੰਟਰਨੈਟ ਦੇ ਥਰੂ ਮੇਰਾ ਨੈਟ ਤੇ ਤੁਹਾਡੇ ਨੈਟ ਦੀ ਸਪੀਡ ਵੇਰੀਏਸ਼ਨ ਦੇ ਕਾਰਨ ਕਈ ਡਾਇਗਰਾਮ ਤੁਹਾਡਾ ਨਹੀਂ ਪ੍ਰੋਪਰਲੀ ਤੁਹਾਨੂੰ ਡਿਸਪਲੇ ਹੋਣਗੇ ਟਾਈਮ ਸਿਰ। ਸੋ ਉਹਦੇ ਲਈ ਖਿਮਾ, ਕਿਉਂਕਿ ਇਹ ਤਾਂ ਨੈਟਵਰਕ ਇਸ਼ੂ ਹੋ ਜਾਂਦਾ, ਕਈ ਵਾਰ ਸਪੀਡ ਆਪਣੇ ਨੈਟ ਦੀ ਹੁੰਦੀ ਆ। ਸੋ ਮੈਨੂੰ ਹੁਣ ਲੱਗਦਾ, ਉਮੀਦ ਹੈ ਕਿ ਤੁਹਾਡੀ ਸਕਰੀਨ ਤੇ ਟੂ ਸਟੇਜ ਫਿਲਟਰ ਸਿਸਟਮ ਡਾਇਗਰਾਮ ਸ਼ੋ ਹੁੰਦਾ ਹੋਊਗਾ। ਸੋ ਇਹਦੇ ਵਿੱਚ ਦੋ ਫਿਲਟਰ ਲੱਗੇ ਆ। ਇੱਕ ਨੰਬਰ ਦੈਟ ਇਜ਼ ਦਾ ਪ੍ਰਾਇਮਰੀ ਫਿਲਟਰ। ਪਹਿਲੋਂ ਤੇਲ ਜਦੋਂ ਆਊਗਾ ਫਿਊਲ ਫੀਡ ਪੰਪ ਤੋਂ ਵਿੱਚੋਂ ਪਹਿਲੋਂ ਪ੍ਰਾਇਮਰੀ ਫਿਲਟਰ 'ਚ ਜਾਊਗਾ, ਫਿਰ ਸੈਕੰਡਰੀ ਫਿਲਟਰ 'ਚ ਜਾਊਗਾ। 3 ਨੰਬਰ ਇਹਦੇ ਉੱਤੇ ਲੱਗੀ ਹੁੰਦੀ ਆ ਓਵਰਫਲੋ ਵਾਲਵ ਅਸੈਂਬਲੀ, ਜਿਹੜੀ ਓਵਰਫਲੋ ਪਾਈਪ ਹੁੰਦੀ ਆ। ਸੋ 4 ਨੰਬਰ ਇਹਦੇ ਵਿੱਚ ਵੈਰੀ ਇੰਪੋਰਟੈਂਟ ਲੱਗਾ ਹੁੰਦਾ ਜਿਹੜੀ ਦਾ ਬਲੀਡਿੰਗ ਸਕਰੂ। ਸੋ ਇਹਦੇ ਬਾਰੇ ਆਪਾਂ ਚਾਰਾਂ ਪਾਰਟਸ ਬਾਰੇ ਪੜ੍ਹੀਏ ਇਕੱਲੇ ਬਾਰੇ। ਸੋ ਪਹਿਲਾ ਹੈਗਾ ਜਿਹੜੀ ਦਾ ਪ੍ਰਾਇਮਰੀ ਫਿਲਟਰ। ਸੋ ਪ੍ਰਾਇਮਰੀ ਫਿਲਟਰ ਹੁੰਦਾ ਜਿਹੜਾ ਤੇਲ ਵਿੱਚੋਂ ਮੋਟੇ ਕਣ ਜਾਂ ਪਾਣੀ ਵੱਖ ਕਰਦਾ। ਸੋ ਪ੍ਰਾਇਮਰੀ ਫਿਲਟਰ ਦਾ ਇਹੀ ਕੰਮ ਹੁੰਦਾ, ਜੇ ਤੁਹਾਡਾ ਫਿਊਲ ਦੇ ਵਿੱਚ ਬਿਲਕੁਲ ਹੈਵੀ ਡਸਟ ਪਾਰਟੀਕਲਸ ਹੈਗੇ ਨੇ, ਮੋਟੇ ਕੋਰਸ, ਜਿਹੜੀ ਉਹਦੀ ਸ਼ੇਪ ਆਕਾਰ ਹੁੰਦਾ ਮੋਟਾ ਕਣ, ਮੋਟੇ ਕਣ ਕਹਿੰਦੇ ਕੋਰਸ। ਜੇ ਕੋਰਸ ਪਾਰਟੀਕਲਸ ਹੈਗੇ ਨੇ, ਜੇ ਮੋਟੇ ਕਣ ਹੈਗੇ ਨੇ, ਜਾਂ ਪਾਣੀ ਉਹਦੇ ਵਿੱਚ ਹੈਗਾ ਵਾ, ਤਾਂ ਇਸ ਫਿਲਟਰ ਵਿੱਚ ਉਹ ਤੇਲ ਦੇ ਵਿੱਚੋਂ ਮੋਟੇ ਕਣ ਤੇ ਪਲੱਸ ਪਾਣੀ ਵੱਖਰਾ ਹੋ ਜਾਂਦਾ। ਸੋ ਫਿਲਟਰ ਐਲੀਮੈਂਟ ਇਹਦੇ ਵਿੱਚ ਜਿਹੜਾ ਵਰਤਦਾ, ਸਭ ਤੋਂ ਇੰਪੋਰਟੈਂਟ ਕੁਐਸਚਨ ਆ, ਸਾਰੇ ਸਿਖਿਆਰਥੀ ਨੋਟ ਕਰ ਲਿਓ। ਜਿਹੜਾ ਫਿਲਟਰ ਐਲੀਮੈਂਟ ਪ੍ਰਾਇਮਰੀ ਫਿਲਟਰ 'ਚ ਵਰਤਿਆ ਜਾਂਦਾ, ਦੈਟ ਇਜ਼ ਦਾ ਕੱਪੜੇ ਦਾ ਬਣਿਆ ਹੁੰਦਾ ਕਲੌਥ ਟਾਈਪ। ਹਰ ਵਾਰ ਪੇਪਰ 'ਚ ਕੁਐਸਚਨ ਆਉਂਦਾ, ਪ੍ਰਾਇਮਰੀ ਫਿਲਟਰ ਜਿਹੜਾ ਫਿਲਟਰ ਪਾਉਂਦੇ ਆ, ਫਿਲਟਰ ਐਲੀਮੈਂਟ ਪਾਉਂਦੇ ਆ, ਉਹ ਕਿਹੜੀ ਚੀਜ਼ ਦਾ ਬਣਿਆ ਹੁੰਦਾ? ਕੱਪੜੇ ਦਾ। ਜੇ ਤੁਸੀਂ ਉਹਨੂੰ ਖੋਲ ਕੇ ਦੇਖੋਗੇ ਤਾਂ ਕੱਪੜੇ ਦਾ ਹੋਊਗਾ, ਕਲੌਥ ਟਾਈਪਸ। ਸੋ ਦੂਜਾ ਸੈਕੰਡਰੀ ਫਿਲਟਰ ਦੇ ਵਿੱਚ ਆ, ਸੈਕੰਡਰੀ ਫਿਲਟਰ ਦੇ ਸੁਰਾਖ ਬੜੇ ਬਰੀਕ ਹੁੰਦੇ ਨੇ। ਕਹਿਣ ਦਾ ਭਾਵ ਕਿ ਫਿਲਟਰ ਇੱਕ ਤਰ੍ਹਾਂ ਦਾ ਛਾਨਣਾ ਆ। ਜਿੱਦਾਂ ਹੁਣ ਛਾਨਣਾ ਕਹਿਣ ਦਾ ਭਾਵ ਕਿ ਜਿੱਦਾਂ ਤੁਸੀਂ ਆਮ ਘਰਾਂ ਦੇ ਵਿੱਚ ਦੇਖਿਆ ਹੋਊਗਾ, ਸਾਰੇ ਬੰਦਿਆਂ ਨੇ ਆਪਣਾ ਘਰ ਮਕਾਨ ਬਣਾਉਂਦੇ ਕਿ ਜਿਹੜਾ ਇੱਕ ਰੇਤਾ ਨੂੰ ਛਾਨਦੇ ਆ, ਉਹਦੇ ਵਿੱਚੋਂ ਬਰੀਕ ਕਣ, ਇੱਕ ਮੋਟਾ ਛਾਨਣਾ ਹੁੰਦਾ, ਇੱਕ ਪਤਲਾ ਛਾਨਣਾ। ਹੁਣ ਤੁਸੀਂ ਸਾਰੇ ਪੰਜਾਬ ਦੇ ਵਿੱਚ ਕਣਕ ਦਾ ਸੀਜ਼ਨ ਹੀ ਮੰਡੀਆਂ ਦੇ ਵਿੱਚ ਦੇਖਿਆ ਹੋਊਗਾ, ਜਿਹੜੀ ਕਣਕ ਨੂੰ ਛਾਨਦੇ ਆ, ਇੱਕ ਫਿਲਟਰ ਲੱਗਾ ਹੋਇਆ, ਛਾਨਣਾ ਲੱਗਾ ਹੋਇਆ ਮੋਟੇ, ਇੱਕ ਮੋਟੀ ਜਾਲੀ ਵਾਲਾ ਹੁੰਦਾ, ਇੱਕ ਬਰੀਕ ਜਾਲੀ ਵਾਲਾ ਹੁੰਦਾ। ਘਰਾਂ ਜੇ ਮੰਡੀ 'ਚ ਨਹੀਂ ਗਏ ਤਾਂ ਘਰਾਂ ਦੇ ਵਿੱਚ ਤੁਸੀਂ ਚਾਹ ਰੋਜ਼ ਪੀਂਦੇ ਹੋ, ਸਾਰੇ ਜਾਣੇ ਚਾਹ ਪੱਤੀ ਨੂੰ ਪਾਉਂਦੇ ਹੋ, ਸੋ ਇੱਕ ਪਾਉਣੀ ਹੁੰਦੀ ਆ। ਸੋ ਇਦਾਂ ਹੀ ਇੱਕ ਛਾਨਣਾ ਹੁੰਦਾ। ਸੈਕੰਡਰੀ ਫਿਲਟਰ 'ਚੋਂ ਛਾਨਣਾ ਬਰੀਕ ਹੋ ਜਾਂਦਾ, ਬਰੀਕ ਸੁਰਾਖ ਹੋ ਜਾਂਦੇ ਉਹਦੇ। ਸੋ ਬਰੀਕ ਸੁਰਾਖ ਹੋਣ ਦੇ ਨਾਲ ਬੜੇ ਬਰੀਕ ਫਾਈਨ ਪਾਰਟੀਕਲਸ, ਬੜੇ ਬਰੀਕ ਕਣ ਜਿਹੜੇ ਉਹਦੇ ਨਾਲ ਛਾਨੇ ਜਾਂਦੇ ਆ, ਛਾਨ ਦਿੰਦਾ, ਵੱਖ ਕਰ ਦਿੰਦਾ। ਜੇ ਬਾਈ ਚਾਂਸ ਪ੍ਰਾਇਮਰੀ ਫਿਲਟਰ ਤੋਂ ਫਿਰ ਬਰੀਕ ਕਣ ਅੰਦਰ ਆ ਜਾਂਦੇ ਆ ਸੈਕੰਡਰੀ ਫਿਲਟਰ 'ਚ, ਸੋ ਸੈਕੰਡਰੀ ਫਿਲਟਰ 'ਚ ਬੜਾ ਬਰੀਕ ਛਾਨਣਾ ਲੱਗਾ ਹੁੰਦਾ, ਜਿਹੜਾ ਤੇਲ ਦੇ ਬਿਲਕੁਲ ਬਰੀਕ ਫਾਈਨ ਪਾਰਟੀਕਲਸ ਨੂੰ ਵੱਖ ਕਰ ਦਿੰਦਾ। ਸੋ ਦੂਜਾ ਇੰਪੋਰਟੈਂਟ ਕੁਐਸਚਨ ਹੈ ਕਿ ਸੈਕੰਡਰੀ ਫਿਲਟਰ ਦੇ ਵਿੱਚ ਜਿਹੜਾ ਫਿਲਟਰ ਐਲੀਮੈਂਟ ਹੁੰਦਾ, ਉਹ ਪੇਪਰ ਟਾਈਪ ਐਲੀਮੈਂਟ ਹੁੰਦਾ, ਪੇਪਰ ਦਾ ਬਣਿਆ ਹੁੰਦਾ, ਕਾਗਜ਼ ਦਾ, ਗੱਤੇ ਦਾ।
ਸੋ ਦੋਵੇਂ ਫਿਲਟਰ ਦੇ ਤੁਸੀਂ ਪਹਿਚਾਣ ਕਰ ਸਕਦੇ ਜੇ ਬਾਈ ਚਾਂਸ ਕਿਸੇ ਨੇ ਪਹਿਚਾਣ ਕਰਨੀ ਹੋਏ ਤਾਂ ਫਿਲਟਰ ਐਲੀਮੈਂਟ ਤੋਂ ਹੋ ਜਾਂਦੀ ਕਿ ਪ੍ਰਾਇਮਰੀ ਹੈ ਕਿ ਸੈਕੰਡਰੀ ਹੈ। ਸੋ ਤੀਜਾ ਜਿਹੜਾ ਇਹਦੇ ਵਿੱਚ ਲੱਗਾ ਹੁੰਦਾ ਡੈਡੀ ਦਾ ਓਵਰਫਲੋ ਵਾਲਵ ਅਸੈਂਬਲੀ। ਓਵਰਫਲੋ ਵਾਲਵ ਅਸੈਂਬਲੀ ਹੁੰਦੀ ਹੈ, ਇਹਦਾ ਮੁੱਖ ਕੰਮ ਹੁੰਦਾ ਵਾਧੂ ਤੇਲ ਨੂੰ, ਮੈਂ ਤੁਹਾਨੂੰ ਦੱਸਿਆ ਕਿ ਵਾਧੂ ਤੇਲ ਜਿਹੜਾ ਵਾਪਸ ਫਿਊਲ ਟੈਂਕ 'ਚ ਭੇਜਣਾ। ਡੈਡੀ ਦੇ ਉੱਤੇ ਇੱਕ ਓਵਰਫਲੋ ਪਾਈਪ ਲੱਗੀ ਹੁੰਦੀ ਆ ਜਿਹੜੀ ਓਵਰਫਲੋ ਵਾਲਵ ਅਸੈਂਬਲੀ ਆ, ਉਹ ਵਾਧੂ ਤੇਲ ਨੂੰ ਜਿਹੜਾ ਫਿਰ ਦੁਬਾਰਾ ਫਿਊਲ ਟੈਂਕ 'ਚ ਵਾਪਸ ਭੇਜ ਦਿੰਦੀ ਆ। ਚੌਥਾ ਨੰਬਰ ਇਹ ਸਭ ਤੋਂ ਇੰਪੋਰਟੈਂਟ ਲੱਗਾ ਹੁੰਦਾ ਡੈਡੀ ਦਾ ਬਲੀਡਿੰਗ ਸਕਰੂ। ਸੋ ਬਲੀਡਿੰਗ ਆਫ ਏਅਰ ਤੋਂ ਭਾਵ ਹੁੰਦਾ, ਬੜਾ ਕੁਐਸਚਨ ਇੰਪੋਰਟੈਂਟ ਆ, ਜਿਹੜੀ ਡੀਜ਼ਲ ਇੰਜਨ ਦੀ ਜੇ ਕਹੀਏ ਤਾਂ ਡੀਜ਼ਲ ਇੰਜਨ 'ਚ ਸਭ ਤੋਂ ਇੰਪੋਰਟੈਂਟ ਕੁਐਸਚਨ ਹੈਗਾ ਬਲੀਡਿੰਗ। ਬਲੀਡਿੰਗ ਹੁੰਦੀ ਕਿ ਜਿਹੜਾ ਤੇਲ ਵਾਲੀ ਪਾਈਪ ਦੇ ਵਿੱਚ ਜਿਹੜੀ ਹਵਾ ਚੱਲ ਜਾਂਦੀ ਆ, ਉਹਨੂੰ ਹਵਾ ਨੂੰ ਬਾਹਰ ਕੱਢਣ ਵਾਸਤੇ ਬਲੀਡਿੰਗ ਕਰਦੇ, ਬਲੀਡਿੰਗ ਆਫ ਏਅਰ। ਸੋ ਜਿਹੜਾ ਇਹ ਤੁਹਾਡਾ ਫਿਲਟਰ ਹੁੰਦੇ ਆ, ਇਹਦੇ ਉੱਤੇ ਇੱਕ ਬਲੀਡਿੰਗ ਸਕਰੂ ਲੱਗਾ ਹੁੰਦਾ ਜਿਹੜਾ ਤੁਹਾਡਾ, ਜਿਹਦੇ ਵਿੱਚੋਂ ਤੁਸੀਂ ਜਿਹੜੀ ਤੁਹਾਡੀ ਫਿਊਲ ਪਾਈਪਲਾਈਨ ਦੇ ਵਿੱਚੋਂ ਹਵਾ ਬਾਹਰ ਕੱਢ ਸਕਦੇ ਹੋ। ਜੇ ਤੁਹਾਡੀ ਹਵਾ ਮਿਕਸ ਹੋ ਜੇ ਤਾਂ ਤੁਹਾਡਾ ਜਿਹੜਾ ਫਿਊਲ ਆ ਉਹ ਬਿਲਕੁਲ ਅੱਗੇ ਪਾਸ ਨਹੀਂ ਹੋਊਗਾ। ਸੋ ਉਹਦੇ ਵਿੱਚੋਂ ਹਵਾ ਕੱਢਣੀ ਬੜੀ ਜ਼ਰੂਰੀ ਹੈ, ਬਲੀਡਿੰਗ ਕਰਨੀ ਬਹੁਤ ਜ਼ਰੂਰੀ ਹੈ। ਸੋ ਬਲੀਡਿੰਗ ਤੁਸੀਂ ਬਲੀਡਿੰਗ ਫਿਊਲ ਇੰਜੈਕਸ਼ਨ ਪੰਪ ਤੋਂ ਵੀ ਇੱਕ ਸਕਰੂ ਲੱਗਾ ਹੁੰਦਾ, ਫਿਊਲ ਇੰਜੈਕਸ਼ਨ ਪੰਪ ਤੋਂ ਵੀ ਕਰ ਸਕਦੇ ਆ, ਇੱਕ ਫੀਡ ਪੰਪ ਤੋਂ ਵੀ ਕਰ ਸਕਦੇ ਆ, ਇੱਕ ਫਿਊਲ ਫਿਲਟਰਾਂ ਤੋਂ ਵੀ ਕਰ ਸਕਦੇ ਆ। ਸੋ ਬਲੀਡਿੰਗ ਕਰਨ ਦੇ 3 ਪਾਰਟਸ ਹੁੰਦੇ ਨੇ। ਸੋ ਉਸ ਤੋਂ ਅੱਗੇ ਹੁੰਦਾ ਡੈਡੀ ਦਾ ਫਿਊਲ ਵਾਟਰ ਸੈਪਰੇਟਰ ਫਿਲਟਰ, ਜਿਹਨੂੰ FWSF ਕਹਿੰਦੇ ਆ। ਜੇ ਸ਼ਾਰਟ ਨਾਮ ਦਈਏ ਤਾਂ ਉਹ ਕੀ ਹੁੰਦਾ ਵਾ, ਫਿਊਲ ਵਾਟਰ ਸੈਪਰੇਟਰ ਫਿਲਟਰ। ਸੋ ਜਿਹੜਾ ਤੁਹਾਡੀ ਡਾਇਗਰਾਮ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ, ਜਿਹਦੇ ਵਿੱਚ ਤੁਹਾਨੂੰ ਬਿਲਕੁਲ ਇੱਕ ਪਲਾਸਟਿਕ ਦਾ ਫਿਲਟਰ ਆ, ਜਿਹਦੇ ਵਿੱਚ ਤੁਹਾਨੂੰ ਬਿਲਕੁਲ ਇੱਕਦਮ ਨੰਗੀਆਂ ਅੱਖਾਂ ਦੇ ਨਾਲ ਤੁਸੀਂ ਦੇਖ ਸਕਦੇ ਇਹਦੇ ਵਿੱਚ ਤੇਲ ਕਿਹੜਾ ਪਿਆ ਹੋਇਆ। ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੇਲ ਵੱਖਰਾ ਤੇ ਪਾਣੀ ਵੱਖਰਾ, ਪਾਣੀ ਵਾਸਤੇ ਵੱਖਰਾ ਬਣਿਆ ਹੁੰਦਾ ਇਹਦਾ, ਤੇਲ ਚੋਂ ਪਾਣੀ ਵੱਖਰਾ ਵੱਖ ਹੋ ਜਾਂਦਾ ਵਾ। ਸੋ ਜਿੱਦਾਂ ਕਹਿੰਦੇ ਨਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਸੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਕਹਿੰਦਾ ਭਾਵ ਤੇਲ ਦਾ ਤੇਲ ਤੇ ਪਾਣੀ ਦਾ ਪਾਣੀ। ਇਹ ਫਿਊਲ ਫਿਲਟਰ ਵਾਟਰ ਸੈਪਰੇਟਰ ਹੁੰਦਾ, ਇਹ ਕੰਮ ਕਰ ਦਿੰਦਾ। ਸੋ ਇਹਦਾ ਮੁੱਖ ਕੰਮ ਇਹੀ ਹੁੰਦਾ ਕਿ ਤੇਲ ਵਿੱਚ ਪਾਣੀ ਨੂੰ ਵੱਖ ਕਰਨਾ। ਸੋ ਇਹ ਤੇਲ ਵਾਲੀ ਟੈਂਕੀ ਤੇ ਫਿਊਲ ਫੀਡ ਪੰਪ ਦੇ ਵਿਚਕਾਰ ਲੱਗਾ ਹੁੰਦਾ। ਜਿਹੜਾ ਤੇਲ ਵਾਲੀ ਟੈਂਕੀ ਤੋਂ ਤੇਲ ਇਹਦੇ ਵਿੱਚ ਆਉਂਦਾ, ਇਹਦੇ ਵਿੱਚੋਂ ਜਦੋਂ ਫਿਲਟਰ ਹੋ ਕੇ ਜੇ ਪਾਣੀ ਵੱਖਰਾ ਹੋ ਗਿਆ ਤੇ ਫਿਰ ਤੇਲ ਅੱਗੇ ਫਿਊਲ ਫੀਡ ਪੰਪ 'ਚ ਜਾਂਦਾ। ਸੋ ਇਹਦੇ ਵਿੱਚ ਇੱਕ ਫਿਲਟਰ ਹੁੰਦਾ, ਇੱਕ ਵਾਟਰ ਕਲੈਕਸ਼ਨ ਬਾਲ ਹੁੰਦੀ ਹੈ, ਇੱਕ ਵਾਟਰ ਟ੍ਰੇਨ। ਬਿਲਕੁਲ ਲੋਅਰ ਪੋਰਸ਼ਨ ਤੇ ਦੇਖੋ ਇਹਦੇ ਥੱਲੇ ਲੱਗਾ ਡੈਡੀ ਦਾ ਵਾਟਰ ਡਰੇਨ ਵਾਲਵ ਲੱਗਾ, ਜਿਹਦੇ ਰਾਹੀਂ ਤੁਸੀਂ ਪਾਣੀ ਵੱਖਰਾ ਕਰ ਲੋਗੇ। ਇੱਕ ਵਾਟਰ ਮਨਪ੍ਰੀਤ ਜੀ, ਕਲੈਕਸ਼ਨ। ਹਾਂਜੀ ਸਰ। ਵੈਰੀ ਗੁੱਡ ਲੈਕਚਰ ਮਨਪ੍ਰੀਤ ਜੀ। ਮੈਂ ਵਿਜੇਂਦਰ ਧਵਨ ਬੋਲ ਰਿਹਾ। ਹਾਂਜੀ ਸਰ। ਸੌਰੀ ਮੈਂ ਤੁਹਾਨੂੰ ਇੰਟਰਰਪਟ ਕੀਤਾ, ਥੋੜਾ ਟਾਈਮ ਘੱਟ ਰਹਿ ਗਿਆ। ਕਾਫੀ ਲੋਕਾਂ ਦੇ ਨਾ ਡਾਊਟ ਆਏ ਹੋਏ ਆ। ਠੀਕ ਹੈ ਸਰ। ਹੈਂਡ ਰੇਜ ਕੀਤੇ ਹੋਏ ਆ, ਤੁਸੀਂ ਉਹਨਾਂ ਨੂੰ ਵੀ ਦੇਖ ਰਹੇ ਹੋਵੋਗੇ। ਵਿੱਚ ਥੋੜਾ ਟਾਈਮ ਦੇ ਦਿਓ ਇਹਨਾਂ ਨੂੰ, ਤੁਹਾਨੂੰ ਪੁੱਛ ਸਕਣ, ਕੁਝ ਚੀਜ਼ਾਂ ਪੁੱਛਣਾ ਚਾਹੁੰਦੇ ਆ। ਕੁਝ ਇੰਸਟ੍ਰਕਟਰ ਵੀ ਜੁੜੇ ਹੋਏ ਆ, ਇਹਨਾਂ ਨਾਲ ਇੱਕ ਵਾਰੀ ਗੱਲ ਕਰ ਲਓ ਸਾਰਿਆਂ ਨਾਲ। ਤੇ ਤੁਸੀਂ ਕੋ ਹੋਸਟ ਵੀ ਹੈਗੇ ਹੋ, ਤੁਸੀਂ ਆਪਣੇ ਆਪ ਇਹਨਾਂ ਨੂੰ ਮਿਊਟ ਅਨਮਿਊਟ ਕਰ ਸਕਦੇ ਹੋ। ਹਰਪ੍ਰੀਤ ਵੀ ਹੈਗਾ ਤੁਹਾਡੇ ਨਾਲ, ਤੁਹਾਡੇ ਗੁਰਿੰਦਰ ਜੀ, ਉਹਨਾਂ ਨੂੰ ਵੀ ਹੋਸਟ ਬਣਾਇਆ ਹੋਇਆ। ਇੱਕਦਮ ਸ਼ੋਰ ਨਾ ਪੈ ਜਾਵੇ। ਬਾਕੀ ਮੈਂ ਦੇਖ ਰਿਹਾ, ਤੁਸੀਂ ਗੱਲ ਕਰ ਲਓ ਸਾਰਿਆਂ ਨਾਲ। ਠੀਕ ਹੈ ਸਰ। ਹਾਂ ਸਰ, ਬਰਜਿੰਦਰ ਸਿੰਘ ਜਿਹੜੇ ਆਪਣੇ ਹੈਗੇ ਨੇ, ਬਰਜਿੰਦਰ ਸਿੰਘ ਜਿਨ੍ਹਾਂ ਨੇ ਹੈਂਡ ਰੇਜ਼ ਕੀਤਾ, ਉਹ ਆਪਣਾ ਪੁੱਛ ਸਕਦੇ ਨੇ ਕੀ ਕੁਐਸਚਨਸ ਨੇ ਉਹਨਾਂ ਦਾ। ਬਰਜਿੰਦਰ ਸਿੰਘ ਮੇਰੀ ਗੱਲ ਸੁਣ ਰਹੇ? ਬਰਜਿੰਦਰ ਸਿੰਘ ਨੇ ਹੈਂਡ ਰੇਜ਼ ਕੀਤਾ ਹੋਇਆ ਜਾਂ? ਹੈਲੋ। ਹਾਂਜੀ ਸਰ। ਜੀ ਸਰ ਜੀ, ਵਧੀਆ ਲੈਕਚਰ ਤੁਹਾਡਾ ਵਧੀਆ ਹੈ ਜੀ ਸਰ। ਹਾਂਜੀ, ਕੋਈ ਪ੍ਰੋਬਲਮ ਕੋਈ? ਨਹੀਂ ਸਰ, ਵਧੀਆ ਸਮਝ ਆ ਰਿਹਾ ਜੀ ਤੁਹਾਡਾ ਜੀ। ਸੋ ਤੁਸੀਂ ਕਿਹੜੀ ITI ਤੋਂ? ਸਰ ਜੀ ITI ਫਾਜ਼ਿਲਕਾ ਤੋਂ ਜੀ। ਹਾਂ, ਆਪਾਂ ਤਾਂ ਪੰਜਾਬੀ 'ਚ ਕਨਵਰਟ ਕੀਤਾ ਹੋਇਆ ਕਿ ਤੁਹਾਡੀ ਇੱਕ ਸਹੂਲਤ ਵਾਸਤੇ, ਕਿਉਂਕਿ ਸਾਰਾ ਤੁਹਾਨੂੰ ਪਤਾ ਕਿ ਮਾਧਿਅਮ ਜਿਹੜਾ ਇੰਗਲਿਸ਼ ਨਿੰਮੀ ਦੀਆਂ ਜਿੰਨੀ ਬੁੱਕਸ ਹੈਗੀਆਂ ਟੋਟਲ ਇੰਗਲਿਸ਼ ਬੇਸਡ ਨੇ। ਪੁਰਾਣੇ ਵੇਲੇ ਆਉਂਦਾ ਕੋਡ। ਮਾਲਵੀ ਜੀ, ਮਦਨ ਲਾਲ ਬੋਲਦੇ ਸੀ, ਕੁਝ ਉਹਨਾਂ ਦਾ ਕਮੈਂਟ ਸੀ, ਉਹ ਦੇਖਿਓ ਕੀ ਕਹਿੰਦੇ ਭਰਾ। ਬੈਂਟ ਹੋਲ ਪਾਰ। ਹਾਂਜੀ ਸਰ, ਹਾਂਜੀ ਸਰ, ਮਦਨ ਲਾਲ ਬੋਲ ਰਿਹਾ ਜੀ। ਹਾਂਜੀ ਕਰੋ ਸਰ ਗੱਲ। ਬਹੁਤ ਵਧੀਆ ਸਰ। ਮੈਂ ਕਿਹਾ ਨਾਲ ਨਾਲ ਨਾ ਬੱਚਿਆਂ ਨੂੰ ਵੀ ਦੱਸ ਦਿਓ ਕਿ ਟੈਂਕੀ ਦੇ ਵਿੱਚ ਪਾਣੀ ਬਣ ਕਿੱਥੋਂ ਜਾਂਦਾ ਹੈ। ਡਰੇਨ ਪਲੱਗ ਲੱਗਾ ਹੁੰਦਾ ਟੈਂਕੀ ਦੇ। ਪਾਣੀ ਜਿਹੜਾ ਵਾ ਉਹ ਫਿਊਲ ਦੇ ਉੱਤੋਂ ਭਾਰਾ ਹੁੰਦਾ। ਫਿਊਲ
ਨਹੀਂ ਸਰ, ਬੱਚਿਆਂ ਨੂੰ ਇਹ ਦੱਸ ਦਿਓ ਟੈਂਕੀ ਦੇ ਵਿੱਚ ਪਾਣੀ, ਸੌਰੀ ਚਲ ਮੈਂ ਦੱਸ ਰਿਹਾ, ਕੋਈ ਗੱਲ ਨਹੀਂ। ਅਰੇ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ। ਚਲੋ ਬੱਚਿਆਂ ਨੂੰ ਇਹਦੇ ਬਾਰੇ ਨੌਲੇਜ ਆ ਜਾਏਗੀ, ਬਟ ਕਈ ਵਾਰ ਕੰਮ ਜਿਹੜਾ ਬੰਦਾ ਲੈਕਚਰ ਲੈਂਦਾ ਨਾ ਉਹਦੇ ਤੋਂ ਕੋਈ ਗੱਲ ਛੁੱਟ ਜਾਂਦੀ ਹੈ ਵਿੱਚੋਂ। ਗੁੱਡ। ਚਲੋ ਮੈਂ ਦੱਸਦਾ ਬੱਚਿਆਂ ਸਕੂਲ ਤੋਂ ਭਾਰਾ ਹੋਣ ਕਰਕੇ ਥੱਲੇ ਬੈਠ ਜਾਂਦਾ। ਪਿਆਰੇ ਸਿਖਿਆਰਥੀਓ, ਮੈਂ ਦੱਸ ਰਿਹਾ, ਇੱਕ ਮਿੰਟ ਥੋੜਾ ਜਿਹਾ ਫੀਲ ਨਾ ਕਰਿਓ। ਟੈਂਕੀ ਦੇ ਵਿੱਚ ਪਾਣੀ ਬਣ ਕਿਉਂ ਜਾਂਦਾ ਹੈ, ਜੀ ਸਰ। ਆਉਂਦਾ ਕਿੱਥੋਂ ਹੈ? ਜਦੋਂ ਕੋਈ ਵੀ ਨਿਰਮਾਤਾ ਜਿਹੜੀ ਕੰਪਨੀ ਹੈ ਉਹ ਕਹਿੰਦੀ ਹੈ ਰਾਤ ਨੂੰ ਗੱਡੀ ਜਿਹੜੀ ਜਦੋਂ ਵੀ ਖੜਾਣੀ ਹੈ, ਟਰੈਕਟਰ ਹੈ, ਜੀਪ ਹੈ, ਟਰਾਲਾ ਹੈ, ਉਹਨੂੰ ਟੈਂਕੀ ਨੂੰ ਫੁੱਲ ਕਰਕੇ ਖੜਾਓ। ਜੇ ਖਾਲੀ ਰਹੇਗਾ ਤਾਂ ਉਹਦੇ ਵਿੱਚ ਮੌਇਸਚਰ ਕ੍ਰੀਏਟ ਹੋ ਜਾਏ, ਟੈਂਪਰੇਚਰ ਵੈਰੀ ਕਰਦਾ ਹੈ। ਜੀ ਜੀ ਬਿਲਕੁਲ ਹਾਂਜੀ ਸਰ। ਪਾਣੀ ਬਣ ਜੂਗਾ, ਔਰ ਪਾਣੀ ਜਦੋਂ ਉਸ ਟੈਂਕੀ ਦੇ ਵਿੱਚ ਜੰਗਾਲ ਬਣੇਗੀ, ਉਹ ਸਲੱਜ ਫਾਰਮੇਸ਼ਨ ਬਣ ਜਾਏਗੀ। ਉਹ ਸਲੱਜ ਜਿਹੜੀ ਕਾੜੀ ਜਿਹੜੀ ਕਰੀਮ ਦੀ ਕਲਰ ਦੀ ਹੈ, ਉਹ ਸਾਡਾ ਜਿਹੜਾ ਪੰਪ ਹੈਗਾ ਉਹਨੂੰ ਸਾੜ ਦੇਗੀ। ਉਹ ਮਦਨ ਲਾਲ ਜੀ ਮੈਨੂੰ ਟਾਈਮ ਦਿਓ, ਮੈਂ ਤੁਹਾਨੂੰ ਗੱਲ ਕਰ। ਉਹਦੇ ਵਿੱਚ ਜਿਹੜਾ ਆਪਣਾ ਬਾਸ਼ਪੀਕਰਨ, ਜਿਹੜਾ ਮੋਇਸਚਰ ਕੰਟੈਂਟ ਹੁੰਦਾ, ਉਹਦੇ ਨਾਲ ਆਪਣਾ ਹੋ ਜਾਂਦਾ ਟੈਂਪਰੇਚਰ ਵੇਰੀਏਸ਼ਨ ਦੇ ਨਾਲ ਪੈਦਾ ਹੋ ਜਾਂਦਾ ਪਾਣੀ। ਹੋਰ ਸਰ ਕਿਸੇ ਦਾ ਡਾਊਟ? ਵਿਸ਼ਾਲ ਕਰਨਾਲ ਇੱਕ ਹੈਗੇ ਨੇ ਜਿਨ੍ਹਾਂ ਨੇ ਹੈਂਡ ਰੇਜ਼ ਕੀਤਾ ਹੋਇਆ, ਵਿਸ਼ਾਲ ਕਰਨਾਲ। ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜੀ ਆਈਟੀ ਤੋਂ ਤੁਸੀਂ ਕਿਹੜੀ ਆਈਟੀ ਤੋਂ ਬੋਲਦੇ ਪਏ? ਹੈਲੋ, ਸੋ ਆਪਣਾ ਅਗਲਾ ਟੌਪਿਕ ਹੋਰ ਕੋਈ ਆਪਣਾ ਹੈਗਾ? ਗਗਨਦੀਪ ਸਿੰਘ ਹੈਂਡ ਰੇਜ਼ ਕੀਤਾ ਹੋਇਆ। ਹੈਲੋ, ਗਗਨਦੀਪ ਸਿੰਘ ਸਰ 3 ਮਿੰਟ ਰਹਿ ਗਏ ਜੀ, ਜਲਦੀ ਲੈ ਲਓ ਜੀ ਜਿਨ੍ਹਾਂ ਦੇ ਲੈਣੇ। ਸੋ ਉਸ ਤੋਂ ਬਾਅਦ ਆਪਣਾ ਹੈਗਾ ਕਿ ਫਿਊਲ ਵਾਟਰ ਸੈਪਰੇਟਰ ਫਿਲਟਰ ਲੱਗਾ ਕਿੱਥੇ ਹੁੰਦਾ? ਜਦੋਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਫਿਊਲ ਟੈਂਕ ਤੋਂ ਇੱਕ ਲਾਈਨ ਆ ਰਹੀ ਹੈ, ਜਿਹੜੀ ਰਬੜ ਦੀ ਲਾਈਨ ਆ ਰਹੀ ਹੈ ਬਲੈਕ ਕਲਰ ਦੀ, ਉਹ ਜਿਹੜਾ ਤੁਹਾਡਾ ਸਕਰੀਨ ਤੇ ਡਾਇਗਰਾਮ ਸ਼ੋ ਹੋ ਰਿਹਾ, ਜਿਹੜਾ ਫਿਊਲ ਵਾਟਰ ਸੈਪਰੇਟਰ ਆ, ਬਿਲਕੁਲ ਇੱਕ ਡਿਸਪਲੇ ਹੁੰਦਾ, ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਡੀਜ਼ਲ ਤੇ ਔਰ ਪਾਣੀ ਦਾ ਬਿਲਕੁਲ। ਸੋ ਇਹ ਲੋਕੇਸ਼ਨ ਹੁੰਦੀ ਹੈ ਕਿ ਫਿਊਲ ਟੈਂਕ ਤੇ ਫਿਊਲ ਫੀਡ ਪੰਪ ਦੇ ਵਿਚਕਾਰ ਲੱਗਾ ਹੁੰਦਾ। ਸੋ ਦੂਜਾ ਅੱਗੇ ਹੁਣ ਆਪਣਾ ਟੌਪਿਕ ਚੱਲਣਾ ਹੈ ਕਿ ਟਾਈਪ ਆਫ ਦੀ ਫਿਊਲ ਇੰਜੈਕਸ਼ਨਿੰਗ ਸਿਸਟਮ ਕਿੰਨੇ ਤਰ੍ਹਾਂ ਦਾ ਹੁੰਦਾ। ਫਿਊਲ ਇੰਜੈਕਸ਼ਨਿੰਗ ਹੁੰਦਾ ਕਿ ਜਿਹੜਾ ਤੇਲ ਨੂੰ ਸਿਲੰਡਰ ਦੇ ਵਿੱਚ ਪਹੁੰਚਾਉਣਾ, ਉਹਨੂੰ ਕਿਹੜੇ 2 ਤਰੀਕੇ ਹੁੰਦੇ ਆ। ਪਹਿਲਾ ਇੱਕ 에ਅਰ ਬਲਾਸਟ ਇੰਜੈਕਸ਼ਨਿੰਗ ਹੁੰਦਾ, ਇੱਕ ਮਕੈਨੀਕਲ ਇੰਜੈਕਸ਼ਨਿੰਗ ਹੁੰਦੀ ਆ। ਸੋ 에ਅਰ ਬਲਾਸਟ ਇੰਜੈਕਸ਼ਨਿੰਗ ਦੇ ਵਿੱਚ ਇਹੀ ਹੁੰਦਾ ਕਿ ਜਿਹੜੀ ਹਾਈ ਪ੍ਰੈਸ਼ਰ 에ਅਰ ਦੀ ਹੈਲਪ ਦੇ ਨਾਲ ਆਪਾਂ ਤੇਲ ਦੀ ਜਿਹੜਾ ਫਿਊਲ ਹੁੰਦਾ ਉਹਦੀ ਗਤੀ ਵਧਾ ਦਿੰਦੇ ਆ, ਉਹਦੀ ਵੈਲੋਸਿਟੀ ਵੱਧ ਜਾਂਦੀ ਹੈ, ਔਰ ਵਧਿਆ ਹੋਈ ਵੈਲੋਸਿਟੀ ਵਾਲਾ ਤੇਲ ਜਿਹੜਾ ਸਿਲੰਡਰ ਦੇ ਅੰਦਰ ਜਾਂਦਾ ਤੇ ਗਰਮ ਹਵਾ ਦੇ ਨਾਲ ਮਿਲ ਕੇ ਅੱਗ ਲੱਗ ਜਾਂਦੀ ਹੈ। ਸੋ ਇਹਨੂੰ ਬੋਲਦੇ 에ਅਰ ਬਲਾਸਟ ਇੰਜੈਕਸ਼ਨਿੰਗ। ਸੋ ਦੂਜੀ ਹੈਗੀ ਆ ਮਕੈਨੀਕਲ ਇੰਜੈਕਸ਼ਨਿੰਗ, ਜਿਹਦੇ ਬਾਰੇ ਆਪਾਂ ਡਿਟੇਲ 'ਚ ਪੜ੍ਹਨਾ। ਸੋ ਇਸ ਵਿੱਚ ਤੇਲ ਦਾ ਪ੍ਰੈਸ਼ਰ ਫਿਊਲ ਇੰਜੈਕਸ਼ਨ ਪੰਪ ਰਾਹੀਂ ਬਣਾ ਕੇ ਇੰਜੈਕਟਰਾਂ ਤੱਕ ਪਹੁੰਚਾਇਆ ਜਾਂਦਾ, ਜਿਸ ਨਾਲ ਤੇਲ ਸਿਲੰਡਰ ਦੇ ਅੰਦਰ ਦਾਖਲ ਹੁੰਦਾ। ਸੋ ਫਿਊਲ ਇੰਜੈਕਸ਼ਨ ਪੰਪ ਲੱਗਾ ਹੁੰਦਾ ਮਕੈਨੀਕਲ ਇੰਜੈਕਸ਼ਨਿੰਗ ਵਿੱਚ, ਜਿਹਦੇ ਰਾਹੀਂ ਪ੍ਰੈਸ਼ਰ ਬਣ ਜਾਂਦਾ ਤੇਲ ਦਾ। ਉਸ ਤੋਂ ਬਣਿਆ ਹੋਇਆ ਪ੍ਰੈਸ਼ਰ ਤੇਲ ਇੰਜੈਕਟਰਾਂ ਨੂੰ ਪਹੁੰਚਾਇਆ ਜਾਂਦਾ, ਇੰਜੈਕਟਰਾਂ ਦੇ ਵਿੱਚ ਅੱਗੇ ਫਰਦਰ ਹੋਰ ਪ੍ਰੈਸ਼ਰ ਬਣ ਜਾਂਦਾ। ਉਹ ਹਾਈ ਪ੍ਰੈਸ਼ਰ ਤੇਲ ਜਿਹੜਾ ਵਾ ਉਹ ਸਾਡਾ ਸਪਰੇਅ ਹੁੰਦਾ ਸਿਲੰਡਰ ਦੇ ਅੰਦਰ, ਜਿਹਦੇ ਨਾਲ ਹਵਾ ਤੇ ਜਿਹੜਾ ਤੇਲ ਦਾ ਮਿਸ਼ਰਣ ਆ ਉਹਨੂੰ ਮਿਕਸ, ਇਹਨਾਂ ਦੋਵਾਂ ਨੂੰ ਅੱਗ ਲੱਗਦੀ ਆ ਤੇ ਪਾਵਰ ਪੈਦਾ ਹੁੰਦੀ ਆ। ਸੋ ਹੁਣ ਅਗਲੇ ਆਪਾਂ ਕੋਈ ਵਿਸ਼ਾ, ਮੈਂ ਤਾਂ ਹੁਣ ਇੱਥੋਂ ਆਪਣਾ ਕਲੋਜ਼ ਕਰਨਾ ਚਾਹੁੰਦਾ ਕਿ ਵਿਸ਼ਾ ਆਪਾਂ ਜਿਹੜਾ ਮਕੈਨੀਕਲ ਇੰਜੈਕਸ਼ਨਿੰਗ ਆ ਡਿਟੇਲ 'ਚ ਪੜਾਂਗੇ, ਕਿਤੇ ਸਾਰਿਆਂ ਨੂੰ ਮੌਕਾ ਮਿਲੂਗਾ, ਸਬੱਬ ਮਿਲੂਗਾ ਸਾਨੂੰ, ਤੇ ਆਪਾਂ ਥੋੜਾ ਜਿਹਾ ਇਹਨੂੰ ਕੈਰੀ ਆਊਟ ਕਰਾਂਗੇ ਅੱਗੇ। ਸੋ ਕਿਸੇ ਦਾ ਕੋਈ ਆਪਣਾ ਸੁਝਾਅ ਹੈਗਾ ਜਾਂ ਕਿਸੇ ਦਾ ਕੋਈ ਕੁਐਸਚਨ ਹੈਗਾ ਪੁੱਛ ਸਕਦਾ ਵਾ ਕਿ ਆਪਣਾ। ਬਾਕੀ ਹੁਣ ਸਮਾਂ ਆਪਣਾ ਕੰਪਲੀਟ ਹੋ ਗਿਆ ਤੇ ਬਾਕੀ ਜਿਹੜਾ ਅੱਗੇ ਟੌਪਿਕ ਹੈਗਾ ਵਾ ਉਹ ਆਪਾਂ ਫਰਦਰ ਕੈਰੀ ਆਊਟ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਸੋ ਕਿਸੇ ਦਾ ਕੁਐਸਚਨ, ਕਿਸੇ ਦਾ ਸੁਝਾਅ, ਕਿਸੇ ਦਾ ਕੋਈ ਕੁਐਸਚਨਸ ਹੈਗਾ ਵਾ ਤਾਂ ਪੁੱਛ ਸਕਦਾ।